ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮੇਰਾ ਨਾਮ ਹੈਗਾ ਜੀ ਸੁਖੀ ਚਾਹਲ ਤੇ ਮੈਂ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਤੁਹਾਡਾ ਧੰਨਵਾਦ ਕਰਦਾ ਹੈਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੀ ਖਾਲਸਾ ਟੂਡੇ ਦੇ ਵਿੱਚ ਜਿਹੜਾ ਵੈਬੀਨਾਰ ਹੈਗਾ ਜਿਹਦੇ ਵਿੱਚ ਮੈਂ ਪ੍ਰੋਗਰਾਮ ਵੀ ਕਰਦਾ ਹੈਗਾ ਮਾਈ ਟੇਕ। ਤੇ ਆਪਾਂ ਕਹਿੰਦੇ ਵੀ ਦੇ ਸ਼ਿਵਾ ਬਰਮੋ ਇਹ ਸ਼ੁਭ ਕਰਮਨ ਤੇ ਕਬਹੂ ਨਾ ਡਰੂੰ ਅਰਜ ਜਾਇ ਲਰੂ ਨਿਸ਼ਚੈ ਕਰ ਆਪਣੀ ਜੀਤ ਕਰੂੰ। ਚੰਡੀ ਦੀ ਵਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਪੜ੍ਹ ਕੇ ਸ਼ਬਦ ਪੜ੍ਹ ਕੇ ਅਸੀਂ ਇਹ ਪ੍ਰੋਗਰਾਮ ਅੱਜ ਦਾ ਸ਼ੁਰੂ ਕਰਨ ਜਾ ਰਹੇ ਹੈਗੇ ਹਾਂ। ਔਰ ਸ਼ੁਰੂ ਦੇ ਵਿੱਚ ਹੀ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਹੈਗੇ ਵੀ ਇਹ ਕੋਈ ਅਸੀਂ ਬਹੁਤ ਜ਼ਿਆਦਾ ਕੋਈ ਕੰਪਲੀਕੇਟਡ ਜਾਂ ਬਹੁਤ ਜ਼ਿਆਦਾ ਸੀਰੀਅਸ ਕੋਈ ਵਿਸ਼ਿਆਂ ਤੇ ਨਹੀਂ ਉਹ ਕਰ ਰਹੇ ਹੈਗੇ ਵੀ ਜੋ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬੀਇੰਗ ਇਨ ਦਾ ਡੈਸ਼ਬੋਰਾ ਜੋ ਅਸੀਂ ਅੱਜ ਕੱਲ੍ਹ ਦੇਖਦੇ ਹੈਗੇ ਹਾਂ ਜੋ ਚੱਲ ਰਿਹਾ ਹੈਗਾ ਡੈਸ਼ਬੋਰਾ ਦੇ ਵਿੱਚ ਸਪੈਸ਼ਲੀ ਕੋਵਿਡ ਦੇ ਦੌਰਾਨ ਜੋ ਕੁਛ ਵੀ ਹੋ ਰਿਹਾ ਉਹ ਤੇ ਕੁਛ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ ਹੈਗੇ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈਗਾ ਵੀ ਜਿਹੜੇ ਇੱਥੇ ਕੱਲ ਦੀ ਗੱਲ ਹੈਗੀ ਹੈ ਜਸਟਿਸ ਹੈਗੇ ਸੀਗੇ ਆਪਣੇ ਰੁਥ ਬਦੇਰ ਗਿੰਸਬਰਗ ਸੁਪਰੀਮ ਕੋਰਟ ਦੇ ਹੈਗੇ ਫੈਮਿਨਿਸਟ ਆਈਕਨ ਹੈਗੇ ਸੀ। ਸ਼ੀ ਡਾਈਡ ਐਟ 87। ਵੀ ਕੈਨ ਨੈਵਰ ਰੀਪੇ what she has given us, but we all can honor her legacy by working toward true equality together. ਆਪਾਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਉਹਨਾਂ ਦੀ ਵਿਚਲੀ ਰੂਹ ਨੂੰ ਸ਼ਾਂਤੀ ਮਿਲੇ ਹੈਗੇ। ਤੇ ਨੈਕਸਟ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹੈਗਾ ਪੈਨਲ ਦੇ ਵਿੱਚੋਂ ਸੋਨੀਆ ਧਾਮੀ ਜੀ। ਸੋਨੀਆ ਧਾਮੀ ਜੀ ਇੱਥੇ ਸਾਡੇ ਸੈਨ ਹੋਜ਼ੇ ਕੈਲੀਫੋਰਨੀਆ ਦੇ ਵਿੱਚ ਬੇ ਏਰੀਆ ਦੇ ਵਿੱਚ ਬੇਸਡ ਹੈਗੇ ਨੇ ਤੇ ਸਿੱਖ ਫਾਊਂਡੇਸ਼ਨ ਦੇ ਟਰਸਟੀ ਹੈਗੇ ਨੇ। ਸਿੱਖ ਫਾਊਂਡੇਸ਼ਨ ਜਿਹੜੇ ਕਿ ਨਰਿੰਦਰ ਸਿੰਘ ਕਪਾਨੇ ਜਿਹੜੇ ਕਿ ਫਾਦਰ ਫਿਗਰ ਹੈਗੇ ਨੇ ਫਾਈਬਰ ਆਪਟਿਕਸ ਦੇ ਜਿਨ੍ਹਾਂ ਦੇ ਇੰਟਰਨੈਟ ਜੇਕਰ ਅੱਜ ਕਿਸ ਲੈਵਲ ਤੇ ਪਹੁੰਚਿਆ ਹੈਗਾ ਤਾਂ ਉਹਨਾਂ ਦੇ ਵਿੱਚ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਹੈ। ਇਸ ਤੋਂ ਪਹਿਲਾਂ ਕਿ ਮੈਂ ਉਹ ਇਹ ਗੱਲ ਕਰਾਂ ਇੰਟਰੋਡਕਸ਼ਨ ਉਹਨਾਂ ਦੀ ਦਿਮਾਗ ਹੈਗਾ ਤੇ ਮੈਂ ਸੋਨੀਆ ਜੀ ਨੂੰ ਆਪ ਪੁੱਛਾਂਗਾ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਛੋਟੀ ਜਿਹੀ ਇੱਕ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਹੈਗਾ ਸੋਨੀਆ ਜੀ ਦੇ ਬਾਰੇ। ਤੇ 2017 ਦੀ ਗੱਲ ਹੈਗੀ ਹੈ 18 ਨਵੰਬਰ ਦੀ ਤੇ ਮੈਨੂੰ ਇੱਥੋਂ ਦੀ ਕੈਲੀਫੋਰਨੀਆ ਡੈਮੋਕ੍ਰੈਟਿਕ ਪਾਰਟੀ ਨੇ ਇੱਕ ਇਨਵਾਈਟ ਆਇਆ ਕਹਿੰਦੇ ਵੀ ਤੁਸੀਂ ਸਿੱਖਾਂ ਦੇ ਲਈ ਕੋਈ ਜਿਹੜੀ ਅਰਦਾਸ ਕਰ ਸਕਦੇ ਹੋ। ਸਾਡਾ ਇਵੈਂਟ ਜਿਹੜਾ ਹੈਗਾ ਸੀਗਾ ਉਹਨੂੰ ਕਹਿੰਦੇ ਹੈਗੇ ਸੀ ਬੋਰਡ ਕਨਵੈਨਸ਼ਨ ਹੋਣਾ ਹੈਗਾ ਸੀ ਸੈਨ ਫਰਾਂਸਿਸਕੋ ਦੇ ਵਿੱਚ। ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਆਈ ਮੇ ਨਾਟ ਬੀ ਦ ਰਾਈਟ ਪਰਸਨ ਬਟ ਆਈ ਵਿਲ ਫਾਈਂਡ ਦ ਰਾਈਟ ਪਰਸਨ। ਫਿਰ ਉਸ ਤੋਂ ਬਾਅਦ ਮੈਂ ਦੇਖਿਆ ਵੀ ਹਾਂ ਕਿਸੇ ਗੁਰਸਿੱਖ ਬੰਦੇ ਨੂੰ ਲੈ ਕੇ ਆਓ ਹੈਗੋ। ਫਿਰ ਮੈਂ ਸੋਚਿਆ ਵੀ ਨਹੀਂ ਆਪਾਂ ਜੇਕਰ ਇਹ ਅਰਦਾਸ ਹੀ ਕਰਾਉਣੀ ਹੈਗੀ ਹੈ ਤਾਂ ਪਹਿਲੀ ਗੱਲ ਤਾਂ ਅਰਦਾਸ ਆਪਾਂ ਕਿਸੇ ਫੀਮੇਲ ਵੱਲੋਂ ਹੋਣੀ ਚਾਹੀਦੀ ਹੈਗੀ ਹੈ। ਇਕੁਐਲਿਟੀ ਦੀ ਗੱਲ ਕਰਾਂਗੇ ਕਿਉਂਕਿ ਜਿੱਥੋਂ ਜੋ ਗੁਰੂ ਨਾਨਕ ਦੇਵ ਜੀ ਨੇ ਫੀਮੇਲ ਇਕੁਐਲਿਟੀ ਨੂੰ ਅਹਿਮੀਅਤ ਦਿੱਤੀ ਹੈਗੀ ਹੈ ਮੇਰਾ ਖਿਆਲ ਜੋ ਦੁਨੀਆ ਦੇ ਵਿੱਚ ਇਤਿਹਾਸ ਦੇ ਵਿੱਚ ਐਗਜ਼ਾਮਪਲ ਨਹੀਂ ਮਿਲਦੀ ਹੈਗੀ। ਇਸ ਕਰਕੇ ਉਸ ਟਾਈਮ ਦੇ ਉੱਤੇ ਸੋਨੀਆ ਜੀ ਨੇ ਮੇਰੀ ਰਿਕੁਐਸਟ ਮੰਨੀ ਹੈਗੀ ਤੇ ਸਾਡੇ ਉਹਨਾਂ ਦੇ ਨਾਲ ਹੀ ਰਵਿੰਦਰ ਭੈਣ ਜੀ ਹੈਗੇ ਸੀ ਸਟੈਨਫੋਰਡ ਯੂਨੀਵਰਸਿਟੀ ਤੋਂ। ਅਸੀਂ ਉੱਥੇ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕਰੀ ਹੈਗੀ। ਬਹੁਤ ਸੋਹਣਾ ਉਹਦਾ ਜਿਹੜੀ ਆਊਟਕਮ ਹੈਗੀ ਸੀ। ਤੇ ਸੋਨੀਆ ਜੀ ਮੈਂ ਤੁਹਾਨੂੰ ਇੱਥੇ ਵੈਲਕਮ ਕਰਦਾ ਹੈਗਾ ਸਾਡੇ ਦੀ ਖਾਲਸਾ ਟੂਡੇ ਪ੍ਰੋਗਰਾਮ ਦੇ ਵਿੱਚ। ਤੁਸੀਂ ਆਪਣਾ ਥੋੜਾ ਜਿਹਾ ਸੈਂਟ ਪੀਟ ਤੋਂ ਲੈ ਕੇ PAG ਤੋਂ ਬੇ ਏਰੀਆ ਤੱਕ ਥੋੜੀ ਇੰਟਰੋਡਕਸ਼ਨ ਦਿਓ ਨਾਲ ਹੀ। ਤੇ ਇਹਦੇ ਵਿੱਚੋਂ ਦੀ ਜਿਹੜੀ ਸਿੱਖ ਫਾਊਂਡੇਸ਼ਨ ਦੇ ਵਿੱਚੋਂ ਤੁਸੀਂ ਤੁਹਾਡੀ ਹੁਣ ਲੇਟੈਸਟ ਕੋਵਿਡ ਦੇ ਦੌਰਾਨ ਕੀ ਐਕਟੀਵਿਟੀ ਰਹੀ ਹੈਗੀ ਆ ਔਰ ਤੁਸੀਂ ਕਾਫੀ ਵੈਬੀਨਾਰ ਕਰੇ ਹੈਗੇ ਨੇ ਆਰਟਿਸਟਾਂ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਿਆ ਹੈਗਾ। ਕਾਫੀ ਤੁਹਾਡੀ ਮਹਾਨਤਾ ਹੈਗੀ ਔਰ ਚੰਗਾ ਕੰਮ ਕਰਿਆ ਹੈਗਾ। ਪਲੀਜ਼ ਇਹ ਤੁਸੀਂ ਸਾਡੇ ਨਾਲ ਸ਼ੇਅਰ ਕਰੋ। Thank you, Sukhi ji, for the kind invitation today to be in this distinguished panel. And my greetings to all of you from Cupertino, California, and to all the distinguished co-panelists and I think audiences which will be around the world. Sukhi ji, before I introduce myself or the Sikh Foundation, I would like to introduce to you a woman named Harnaam Kaur. Because I literally stand on her shoulders. So if I have your permission, can I share my screen? Sure, please do that. Can you see it? Yes. Okay. So thank you for this opportunity. And so I would like to first introduce to you, this is the portrait of Harnaam Kaur. And I bought this portrait just when the pandemic had struck earlier this year. Okay. Harnaam Kaur was one of the earliest Sikh women to migrate from the Punjab to Canada in 1912. She undertook multiple journeys across the oceans to reach Vancouver
And her arrival legally challenged Canada's desire to restrict the migration and admission of South Asian women into the country. Sadly, she only lived for 2 more years and she died in 1914 at the young age of 28. Harnaam Kaur was a leader and an inspiration. And on her deathbed, she asked her husband to fulfill 3 wishes, out of which 2 were that every year her husband should send money in her name to a girls' college in Firozpur. And the second wish was that he should also send money every year to an orphanage in Amritsar. When I'm telling you this, I'm getting goosebumps because this is the DNA that we have inherited from women who came before us. Here is Harnaam Kaur. She's on her deathbed and she's thinking about the education of girls thousands of miles away in Firozpur. And she's thinking about the orphans in Amritsar. And this is the DNA that we have inherited. And these are the trailblazers who inspire us. Now, why am I telling you this today? Because all of this information has been sitting in the archives for over a century. But we have been unaware of Harnaam Kaur and others like her. And we know this history, but we don't have a face to put to this history. And that is why this portrait is so important. Because with the stroke of her brush, the artist Kirat Kaur has brought Harnaam Kaur out of the archives, made her alive again, and etched this pioneer's memory in our visual memories, and given us an opportunity that we celebrate her life as well as acknowledge the debt that we owe to her, because it is for her that I and many of us are here today. And the point I'm trying to make here is that this is why the arts are important, because it is through the artistic achievements of our artists, whether it is paintings, sculptures, dance, music, books, poetry, photographs, that we are known to the world. Because our artists are literally the face and the voice of our community. They present us to the world. So with this, I'd like to say that I'm a proud trustee of the Sikh Foundation, which is a pioneering organization that understands the power of the arts. And it has continued to work to collect, preserve, and promote our heritage, whether it is our material heritage or it is our arts, culture, religion, and future. The goal of the Sikh Foundation is to share these stories with the world. Through active engagement, whether it is with museums or universities, to advance the academic and the artistic study of Sikhs, our history, religion, and culture. And it is the museums that help us tell these stories. And art is a beautiful way to educate ourselves and the world around us. It is a learning experience for those that are unfamiliar with the beauty of the arts and the diversity of world cultures. And through the medium of art, we can share our pride in our traditions and cultures across communities and across the barriers of language, color, race, religion, and engage our friends from diverse backgrounds. So when the pandemic struck this year and the world locked down, the museums closed, but the technology that they hold was still, the art that they still hold was still accessible to us, but with the use of technology. Right. So we at the Sikh Foundation decided that it is time for us to make better use of the technology and bring this art from inside the museums and into the living rooms
of our communities. And we did this through a virtual tour series wherein we showcase Sikh art and treasures from all across the world. And we began the series in June this year with Rav Singh, who's a young researcher in London. And he took the audiences to the museums, the streets, the monuments in London, which are associated with Sikh history. And London is filled with, episodes that we can relate to: the churches, the castles, the forts, the streets itself, the buildings there, the clubs. So that was our first introduction to arts in the UK. And then we followed that up with another trip, this time to Pakistan, where we explored Sikh heritage and the monuments from the 19th century and beyond, with Amardeep Singh, who's a celebrated filmmaker and author, as well as Jahandat Khan, who is, again, a young researcher from Islamabad. After that, we traveled to India, to Punjab, and we did the darshan of the relics of the Sikh Gurus, which is the Chola Sahib of Guru Har Gobind Ji, which is kept at the village near Ludhiana in Kadani Kala. And also the revered Golden Temple. And this trip was done with Namita Jaspal, who's a professional conservator and restorer of these artifacts. And in our upcoming episode, we will be showcasing the rich murals and paintings from the heritage buildings in Guru Har Sahai in Firozpur, and also look at Sikh history and art in continental Europe. So it's, literally this series has made us realize that the pandemic has made us pivot to using technology more and more. And it has acted as a change agent, but at the same time, it is also a change accelerator, which has allowed us to connect with even wider audiences all across the world, just like the way we are connected here today. So I invite you to join us on our Facebook live shows every second and fourth Saturday at 10 a.m. Pacific time, which you can catch on our Sikh Foundation Facebook pages. And we hope to continue to share our stories and inspire generations to come through the arts. And my 12-year association with the Sikh Foundation has given me personally also some amazing opportunities. I had the honor to co-edit a definitive volume, a book on Sikh arts, which was published by the Smithsonian. I initiated the Google Arts and Culture platform, organized the first contemporary Sikh art exhibit at a museum here in the US, which I'm very proud of, which was last year. And I also serve as my city's commissioner for the Fine Arts Commission, and also devote my time to Art and Tolerance, which is a very young organization, but committed again towards the arts. So all of these are for me ways to a common goal of sharing our stories through the arts. And this pandemic has made us realize and embrace technology. And I'd like to conclude with this wish that I hope to see all of you in person. And but till then, I hope you stay safe and you continue to stay inspired and inspire others. Oh, thank you. Thank you very much. बहुत शुक्रिया ਤੁਹਾਡਾ ਤੁਸੀਂ ਬਹੁਤ ਹੀ ਸੋਹਣੀਆਂ ਗੱਲਾਂ ਦੱਸੀਆਂ ਹੈਗੀਆਂ ਜਸਵੀਰ ਮਾਣਾ ਜੀ ਮੈਂ ਆਪਣੇ ਸਾਰੇ ਪੈਨਲਿਸਟ ਨੂੰ ਔਰ ਸਾਰੇ ਵੀਰ ਨੂੰ ਵੀ ਦੱਸਦਾ ਜਸਵੀਰ ਮਾਣਾ ਜੀ ਤੇ ਸੋਨੀਆ ਧਾਮੀ ਅਲਮ ਮੈਟਰ ਇਹਨਾਂ ਦਾ ਇੱਕੋ ਹੀ ਹੈਗਾ ਪੀਏਯੂ ਦੇ ਪੜ੍ਹੇ ਹੋਏ ਹੈਗੇ ਨੇ ਰਮਾਣਾ ਸਾਹਿਬ ਤੁਹਾਡਾ ਕੋਈ ਕੁਐਸਚਨ ਹੈਗਾ ਸੋਨੀਆ ਜੀ ਨੂੰ ਇਸ ਵਿੱਚ ਨਹੀਂ ਮੈਂ ਬੜਾ ਮੈਂ ਸਮਝਦਾ ਕਿ ਗਦਾਗਦ ਹੋ ਗਿਆ in the way she started this and ਮੇਰੇ ਖਿਆਲ ਮੁੱਢ ਬੰਨਿਆ ਇਹਨਾਂ ਨੇ ਸਾਰੀ ਗੁਫ਼ਤਗੂ ਦਾ ਸਾਰੀ ਇਸ ਗੱਲਬਾਤ ਦਾ ਕਿ ਉਹਨਾਂ ਜਿਹੜੇ ਸਾਡੇ ਪਾਇਨੀਅਰਸ ਦੇ ਅਸੀਂ ਧੰਨਵਾਦੀ ਹਾਂ ਰੋਮ ਰਿਣੀ ਅਸੀਂ ਉਹਨਾਂ ਦੇ ਜਿਨ੍ਹਾਂ ਨੇ ਨਾ ਕੇਵਲ ਟਰੰਕਾਂ ਦੇ ਵਿੱਚ ਆਪਣੇ ਕੱਪੜਾ ਲੱਤਾ ਇੱਥੇ ਲੈ ਕੇ ਆਂਦਾ ਮੈਂ ਹਮੇਸ਼ਾ ਹੁੰਦਾ ਕਿ ਅਸੀਂ ਸੱਭਿਆਚਾਰ ਅਸੀਂ ਧਰਮ ਅਸੀਂ ਆਪਣਾ ਅਕੀਦਾ ਅਸੀਂ ਆਪਣਾ ਫਲਸਫਾ ਟਰੰਕਾਂ 'ਚ ਨਹੀਂ ਲੈ ਕੇ ਆ ਸਕਦੇ
ਉਹ ਸਾਡੀ ਰੂਹ 'ਚ ਹੁੰਦਾ ਹੈ। ਔਰ ਜਿਨ੍ਹਾਂ ਨੇ ਇੱਥੇ ਆ ਕੇ ਇਸ ਧਰਤੀ ਤੇ ਆ ਕੇ ਸਾਡੇ ਉਹ ਪੁਰਾਣੇ ਪਹਿਲ ਆਏ ਜਿਹੜੇ ਬਜ਼ੁਰਗ ਨੇ, ਉਹਨਾਂ ਨੇ ਸਾਨੂੰ ਸਾਡੇ ਰਾਹ ਵਿਖਾਵੇ ਬਣ ਗਏ। ਉਹ ਸਾਡੇ ਲਈ ਇੱਕ ਸ਼ਮਦਾਨ ਦਾ ਕੰਮ ਕੀਤਾ ਉਹਨਾਂ ਨੇ। ਔਰ ਉਹਨਾਂ ਨੇ ਸਾਨੂੰ ਦੱਸਿਆ ਕਿ ਰੋਟੀ ਰੋਜ਼ੀ ਰੁਜ਼ਗਾਰ, ਲੂਣ ਤੇ ਲੱਕੜੀਆਂ ਦੀਆਂ ਗੱਲਾਂ ਬਹੁਤ ਮਹੱਤਵਪੂਰਨ ਨੇ ਚਹਿਲ ਸਾਹਿਬ, ਲੇਕਿਨ ਨਾਲ ਜੇਕਰ ਤੁਸੀਂ ਆਪਣੇ ਫਲਸਫੇ ਨੂੰ, ਆਪਣੇ ਅਕੀਦੇ ਨੂੰ, ਆਪਣੇ ਧਰਮ ਨੂੰ ਪ੍ਰਚਾਰਨਾ ਹੈ ਤਾਂ ਫਿਰ ਤੁਹਾਨੂੰ ਥੋੜਾ ਜਿਹਾ ਰੱਬ ਲੱਗ ਦੀ ਵੀ ਗੱਲ ਕਰਨੀ ਪੈਣੀ ਹੈ, ਮਨੁੱਖਤਾ ਦੀ ਗੱਲ ਕਰਨੀ ਪੈਣੀ ਹੈ। ਉਹ ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਨਾ ਕਿ when going gets tough, the tough gets going। COVID-19 ਨੇ ਸਾਰੀ ਦੁਨੀਆ ਨੂੰ ਪਰੇਸ਼ਾਨ ਕੀਤਾ ਹੈ, ਪੱਬਾਂ ਭਾਰ ਕਰਤਾ, ਲੇਕਿਨ ਜਦੋਂ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਤਾਂ ਫਿਰ ਸੰਭਾਵਨਾਵਾਂ ਪੈਦਾ ਹੁੰਦੀਆਂ ਨੇ। ਤੇ ਮੈਨੂੰ ਲੱਗਦਾ ਹੈ ਕਿ ਸਿੱਖ ਡਾਇਸਪੋਰਾ, ਪੰਜਾਬੀ ਡਾਇਸਪੋਰਾ, ਭਾਰਤੀ ਡਾਇਸਪੋਰਾ ਜਿਹੜਾ ਕਿ ਕੁੱਲ ਦੁਨੀਆ 'ਚ ਬੈਠਾ ਹੈ, ਉਹ ਬਹੁਤ ਸਚੇਤ ਹੈ ਔਰ ਬਹੁਤ ਤਤਪਰ ਰਹਿੰਦਾ ਹੈ ਕਿ ਮੌਕਾ ਕਦੋਂ ਮਿਲੇ। ਮੈਨੂੰ ਸ਼ੇਅਰ ਯਾਦ ਆਉਂਦਾ ਹੈ ਕਿ ਪਿਆਰ ਕਰਨ ਵਾਲੇ ਤਾਂ ਸਦਾ ਰਹਿੰਦੇ ਨੇ ਇਸੇ ਸਸਪੈਂਸ ਵਿੱਚ ਟੰਗੇ ਕਿ ਕਿਤੇ ਵਿਛੜ ਨਾ ਜਾਈਏ ਕਿ ਜਦੋਂ ਮੁਹੱਬਤ ਜਾਣ ਮੰਗੇ। ਵਾਹ 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 ਵਾਹ। ਅੱਜ ਪੈਂਦੀ ਹੈ ਨਾ ਕਿ ਆਜੋ ਬਈ, ਪੰਜਾਬੀ ਕਹਿੰਦੇ ਕਿ ਵੀਅਦ ਹੈ, ਯਸ ਦੱਸੋ ਸਾਨੂੰ ਕਰਨਾ ਕੀ ਹੈ, ਜਾਣ ਲੈਣੀ ਹੈ ਕਿ ਸੇਵਾ ਦਾ ਕੋਈ ਵੀ ਪਲੇਟਫਾਰਮ ਹੋਵੇ ਅਸੀਂ ਪਿਛਾਂ ਨਹੀਂ ਹਟਦੇ। ਮੈਂ ਸਮਝਦਾ ਕਿ ਸੋਨੀਆ ਜੀ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ ਤੇ ਬਾਕੀ ਆਪਾਂ ਜਿਹੜੇ ਪੈਨਲਿਸਟ ਦੀ ਗੱਲਬਾਤ ਸੁਣਦੇ। ਬਿਲਕੁਲ ਜੀ, ਹਾਂ। ਤਾਂ ਤੁਸੀਂ ਰਾਣਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨੀਆ ਜੀ, ਮੈਨੂੰ ਇੱਕ ਗੱਲ ਯਾਦ ਆ ਗਈ ਹੈਗੀ, ਸਟੈਨਫੋਰਡ ਦੇ ਵਿੱਚ ਤੁਸੀਂ 2 ਸਾਲ ਪਹਿਲਾਂ, ਆਈ ਥਿੰਕ 2 ਸਾਲ ਪਹਿਲਾਂ ਸੀ ਪ੍ਰੋਗਰਾਮ ਜਿਹੜਾ ਤੁਸੀਂ ਕਰਵਾਇਆ ਸੀ ਸਟੈਨਫੋਰਡ ਦੇ ਵਿੱਚ। ਬਹੁਤ ਅੱਛਾ ਪ੍ਰੋਗਰਾਮ ਹੈਗਾ ਸੀਗਾ, ਜਿਹਦੇ ਵਿੱਚ ਮਨਟੇਕ ਸਿੰਘ ਆਹਲੂਵਾਲੀਆ ਵੀ ਆਏ ਹੈਗੇ ਸੀਗੇ, ਠੀਕ ਹੈ ਨਾ ਜੀ? ਹਾਂਜੀ। ਉਸੇ ਟਾਈਮ ਦੇ ਦੌਰਾਨ ਮੈਂ ਮਨਟੇਕ ਸਿੰਘ ਆਹਲੂਵਾਲੀਆ ਜੀ ਨਾਲ ਤੇ ਮਿਸਿਸ ਆਹਲੂਵਾਲੀਆ ਦੇ ਨਾਲ ਇੱਕ ਡਿਸਕਸ਼ਨ ਹੋਈ ਹੈ। ਕੋਈ ਜਿਹੜੇ ਇਨਸਾਨ ਦੀ ਡਿਸਕਸ਼ਨ ਸਾਡੀ ਹੋ ਰਹੀ ਹੈਗੀ ਸੀ, ਮੇਰੀ ਬਹੁਤ ਅੱਛੀ ਕਿਸਮਤ ਹੈ ਔਰ ਮੇਰੇ ਬਹੁਤ ਅੱਛੇ ਮਿੱਤਰ ਹੈਗੇ ਨੇ, ਉਹ ਵੀ ਅੱਜ ਇਸ ਪੈਨਲ ਦੇ ਵਿੱਚ ਹੈਗੇ ਨੇ। ਉਹਨਾਂ ਦਾ ਨਾਮ ਹੈਗਾ ਜੀ ਅਨਿਲ ਕੁਮਾਰ ਮੋਂਗਾ। ਅਨਿਲ ਕੁਮਾਰ ਮੋਂਗਾ, ਜਦੋਂ ਆਪਾਂ ਸਿੱਖੀ ਦੀ ਗੱਲ ਕਰਦੇ ਹੈਗੇ ਆ, ਗੁਰੂ ਨਾਨਕ ਦੇਵ ਜੀ ਦੀ ਗੱਲ ਕਰਦੇ ਹੈਗੇ ਆ, ਆਪਾਂ ਸਿੱਖੀ ਫਿਲਾਸਫੀ ਦੀ ਗੱਲ ਕਰਦੇ ਹੈਗੇ ਆ, ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਹੈਗੇ ਆ, ਤੇ ਇਹਨਾਂ ਦਾ ਨਾਮ ਬਹੁਤ, ਮੇਰੀ ਜਦੋਂ ਵੀ ਇਸ ਲੈਵਲ ਦੀ ਗੱਲ ਕਰਦੇ ਹੈਗੇ ਆ, ਵੀ ਬਹੁਤ ਰਿਸਪੈਕਟ ਹੈਗੀ ਹੈ ਮੇਰੇ ਦਿਲ ਦੇ ਵਿੱਚ ਇਹਨਾਂ ਪ੍ਰਤੀ। ਤੇ ਅਨਿਲ ਕੁਮਾਰ ਮੋਂਗਾ ਜੀ ਦੀ ਮੈਂ ਇੰਟਰੋਡਕਸ਼ਨ ਮੈਂ ਖੁਦ ਆਪ ਨਹੀਂ ਦੇਣਾ ਚਾਹੁੰਦਾ ਹੈਗਾ, ਪਰ ਮੈਂ ਇਹਨਾਂ ਨੂੰ ਪੁੱਛਾਂਗਾ ਹੈਗਾ ਕਿ ਜੋ ਇਹਨਾਂ ਦੀ ਕੰਟਰੀਬਿਊਸ਼ਨ ਹੈ, ਮੇਰੇ ਹਾਲ ਬਹੁਤ ਘੱਟ ਲੋਕਾਂ ਨੂੰ ਪਤਾ ਹੈਗਾ ਵੀ ਜੋ ਇਹ ਆਲਰੇਡੀ, ਜਿਸ ਤਰ੍ਹਾਂ ਆਪਣੀ ਸਿੱਖੀ ਫਿਲਾਸਫੀ ਵਿੱਚ ਹੁੰਦਾ ਵੀ ਲੰਗਰ ਪਾਣੀ ਦਾ ਹੁੰਦਾ ਹੈਗਾ, ਪੈਂਡੈਮਿਕ ਦੇ ਦੌਰਾਨ ਆਲਮੋਸਟ, ਆਈ ਡੋਂਟ ਹੈਵ ਐਕੂਰੇਟ ਨੰਬਰ, ਮੈਂ ਇਹਨਾਂ ਤੋਂ ਪੁੱਛਾਂਗਾ ਹੈਗਾ, ਲੁਧਿਆਣੇ ਦੇ ਵਿੱਚ ਇਹਨਾਂ ਨੇ ਮੈਨੂੰ ਰੀਚ ਆਊਟ ਕਰਿਆ ਹੈਗਾ ਸੀਗਾ, ਮੈਨੂੰ ਪਤਾ ਸਾਰਾ ਔਨ ਰਿਕਾਰਡ ਇਨਫੋਰਮੇਸ਼ਨ ਹੈਗੀ ਸੀ, ਆਲਮੋਸਟ ਕਲੋਜ਼ ਟੂ 4 ਮਿਲੀਅਨ ਜਿਹੜੇ ਖਾਣੇ ਹੈਗੇ ਨੇ ਡਿਲੀਵਰ ਕਰੇ ਹੈਗੇ ਸੀ, ਇਹਨਾਂ ਨੇ ਦਿੱਤੇ ਹੈਗੇ ਨੇ। ਮੋਂਗਾ ਸਾਹਿਬ, ਸਤਿ ਸ਼੍ਰੀ ਅਕਾਲ, ਤੁਹਾਡਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਦੇਖੋ, ਇਹ ਵੀ ਨਾ ਇੱਕ ਪਰਮਾਤਮਾ ਨੇ ਸੇਵਾ ਬਖਸ਼ੀ ਸੀਗੀ ਕਿ ਬਈ ਉੱਥੇ ਕਰਫਿਊ ਲੱਗ ਗਿਆ ਤੇ ਸਾਡੇ ਇੱਥੇ ਨਰਾਤੇ ਚੱਲ ਰਹੇ ਸੀਗੇ, ਤੇ ਉਹ ਜਿਹੜਾ ਅਸੀਂ ਰੋਜ਼ ਦਾ ਲੰਗਰ 10,000 ਬੰਦਿਆਂ ਨੂੰ ਭੇਜਦੇ ਸੀਗੇ, ਉਹ ਵੀ ਕਰਫਿਊ ਦੇ ਕਾਰਨ ਪੁਲਿਸ ਵਾਲਿਆਂ ਨੇ ਬੰਦ ਕਰਵਾ ਦਿੱਤਾ। ਹਾਂਜੀ। ਤੇ ਫਿਰ ਮੈਂ ਭਾਈ ਸਾਹਿਬ ਨੂੰ ਕਾਲ ਕੀਤੀ, ਮੈਂ ਕਿਹਾ ਬਈ, ਪਹਿਲਾਂ ਮੈਂ ਮਨਟੇਕ ਦੇ ਈਸ਼ਰ ਆਹਲੂਵਾਲੀਆ ਨੂੰ ਕਾਲ ਕੀਤੀ ਕਿਉਂਕਿ ਉਹ ਮੇਰੀ ਐਡਵਾਈਜ਼ਰ ਹੈਗੇ ਨੇ। ਹਾਂਜੀ। ਉਹ ਵਿਚਾਰੇ ਬਿਮਾਰ ਸੀਗੇ ਤੇ ਮੈਂ ਉਹਨਾਂ ਨੂੰ ਕਹਿਣਾ ਸੀਗਾ ਕਿ ਵੀ ਤੁਸੀਂ ਪੰਜਾਬ ਕਾਲ ਕਰੋ ਤੇ ਅਸੀਂ ਆਪਣੀ ਸੇਵਾ ਕੰਟੀਨਿਊ ਰੱਖ ਸਕੀਏ, ਲੇਕਿਨ ਜੋ ਉਹਨਾਂ ਦੀ ਤਬੀਅਤ ਖਰਾਬ ਦੇਖ ਕੇ ਫਿਰ ਮੈਂ ਭਾਈ ਸਾਹਿਬ ਨੂੰ ਕਾਲ ਕੀਤੀ ਕਿ ਵੀ ਏਦਾਂ ਧਰਮ ਸੰਕਟ ਪੈ ਗਿਆ ਕਿ ਵੀ ਇਸ ਲਈ ਰੋਜ਼ ਦੇ ਹਜ਼ਾਰਾਂ ਬੰਦੇ ਮਰ ਰਹੇ ਨੇ ਔਰ ਪੁਲਿਸ ਕਮਿਸ਼ਨਰ ਨੂੰ ਵੀ ਪਤਾ ਹੈਗਾ। ਤੇ ਸਾਡੇ ਕੋਲ ਉੱਥੇ ਇੱਕ ਕਿਚਨ ਆਪਣੀ ਹੈਗੀ ਹੈ ਜਿਹਦੇ ਚ ਅਸੀਂ ਰੋਜ਼ ਦੇ 60 ਤੋਂ 70,000 ਮੀਲ ਬਣਾ ਸਕਦੇ ਹੈਗੇ ਆ, ਔਰ ਸਾਡੇ ਕੋਲ ਪਰਮਾਤਮਾ ਦੀ ਤਰ੍ਹਾਂ ਸਾਰੇ ਰਿਸੋਰਸਿਸ ਵੀ ਹੈਗੇ ਆ। ਤੇ ਫਿਰ ਇਹਨਾਂ ਨੇ ਕਾਲ ਕੀਤੀ ਤੇ ਉੱਥੋਂ ਉਹਨਾਂ ਨੇ ਆਪਣੇ OSD ਦੀ ਡਿਊਟੀ ਲਗਾਈ ਤੇ ਅਸੀਂ ਪੈਂਡੈਮਿਕ ਦੇ ਵਿੱਚ 4.2 ਮਿਲੀਅਨ ਮੀਲ ਸਰਵ ਕਰ ਸਕੇ 6 ਹਫ਼ਤਿਆਂ ਦੇ ਵਿੱਚ, ਜਿਸ ਨਾਲ ਕਿੰਨੀਆਂ ਹੀ ਜਾਨਾਂ ਬਚ ਗਈਆਂ। ਔਰ ਮੌਕਾ, ਜਿਹੜੇ ਵਿਚਾਰੇ ਹੋਟਲ ਰੈਸਟੋਰੈਂਟ ਰਨ ਕਰਦੇ ਸੀ, ਉਹਨਾਂ ਬੰਦਿਆਂ ਨੇ ਆਪ ਟੈਸਟੀਫਾਈ ਕੀਤਾ ਹੈਗਾ ਕਿ ਅਸੀਂ 24 ਘੰਟੇ ਖਾਣੇ ਦੇ ਵਿੱਚ ਹੁੰਦੇ ਸੀ, ਲੇਕਿਨ ਅਸੀਂ ਅੱਜ 3 ਦਿਨ ਬਾਅਦ ਖਾਣਾ ਖਾ ਰਹੇ ਹਾਂ, ਕਿਸੇ ਨੇ ਕਿਹਾ 2 ਦਿਨ ਬਾਅਦ ਖਾ ਰਹੇ। ਮੈਂ ਤੁਹਾਨੂੰ ਮੈਂ ਆਪਣੇ ਦਰਸ਼ਕਾਂ ਨੂੰ ਇਹ ਥੋੜੀ ਜਿਹੀ ਬੈਕਗਰਾਉਂਡ ਦੱਸ ਦੇਵਾਂ ਹੈਗਾ ਕਿ ਮੋਂਗਾ ਸਾਹਿਬ ਨਿਊ ਜਰਸੀ ਰਹਿੰਦੇ ਹੈਗੇ ਨੇ, ਜਿਹੜੇ ਕਿ ਲੁਧਿਆਣਾ ਨੂੰ ਵੈਸੇ ਬਿਲੋਂਗ ਕਰਦੇ ਹੈਗੇ ਨੇ ਪਿੱਛੋਂ। ਆਈ ਥਿੰਕ 84-85 ਦੇ ਵਿੱਚ ਅਮਰੀਕਾ ਦੇ ਵਿੱਚ ਆ ਗਏ ਹੈਗੇ ਸੀ। ਵੈਰੀ ਸਕਸੈਸਫੁਲ ਬਿਜ਼ਨਸਮੈਨ ਐਂਡ ਆਲਸੋ ਹੀ ਇਜ਼ ਆਲਸੋ ਨੋਨ ਐਜ ਏ ਪਰਫਿਊਮ ਕਿੰਗ ਇਨ ਅਮਰੀਕਾ। ਤੇ ਇਹਨਾਂ ਨੇ ਸੁਸਾਇਟੀ ਦੇ ਲਈ ਬਹੁਤ ਇਹਨਾਂ ਦੀ ਵੱਡੀ ਕੰਟਰੀਬਿਊਸ਼ਨ ਹੈਗੀ ਹੈ। ਕੁਝ ਲੋਕੀ ਹੁੰਦੇ ਨੇ ਜਿਹਨਾਂ ਬਾਰੇ ਤੁਹਾਨੂੰ ਪਤਾ ਨਹੀਂ ਹੁੰਦਾ। ਇਹਨਾਂ ਬਾਰੇ ਜਿਸ ਤਰ੍ਹਾਂ ਮਨਟੇਕ ਸਿੰਘ ਆਹਲੂਵਾਲੀਆ ਦੇ ਨਾਲ ਗੱਲ ਹੋ ਰਹੀ ਹੈਗੀ ਸੀ, ਉਹਨਾਂ ਨੇ ਬਹੁਤ ਮੈਨੂੰ ਦੱਸਿਆ ਹੈ, ਕਹਿੰਦੇ ਵੀ ਤੁਸੀਂ ਉਹਨਾਂ ਦੇ ਨਾਲ ਜ਼ਰੂਰ ਇਨ ਟੱਚ ਰਹੋ। ਇਸ ਤੋਂ ਵੀ ਪਹਿਲਾਂ 5 ਸਾਲ ਪਹਿਲਾਂ ਉਸ ਤੋਂ ਮੈਨੂੰ ਸਰਦਾਰਾ ਸਿੰਘ ਜੌਲ ਹੈਗੇ ਸੀਗੇ, ਉਹਨਾਂ ਨੇ ਮੈਨੂੰ ਇਹਨਾਂ ਦੀ ਇੰਟਰੋਡਕਸ਼ਨ ਦਿੱਤੀ ਹੈਗੀ ਸੀ।
ਫਿਰ ਬਾਅਦ ਦੇ ਵਿੱਚ ਮੈਨੂੰ ਸਰਦਾਰਾ ਸਿੰਘ ਜੌਲ ਜੀ ਨੇ ਦੱਸਿਆ, ਕਹਿੰਦੇ ਵੀ ਉਹ ਵੀ ਇਹਨਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੈਗੇ ਸੀ। ਸਰਦਾਰਾ ਸਿੰਘ ਜੌਲ ਵੀ ਬਹੁਤ ਜ਼ਿਆਦਾ ਰਿਸਪੈਕਟ ਕਰਦੇ ਹੈਗੇ ਨੇ ਔਰ ਜੁੜੇ ਹੋਏ ਨੇ, ਅੱਜ ਵੀ ਜੁੜੇ ਹੋਏ ਹੈਗੇ ਨੇ। ਜਦੋਂ ਪੈਂਡੈਮਿਕ ਦਾ ਇਸ਼ੂ ਆਇਆ ਹੈਗਾ ਸੀ, ਮੋਂਗਾ ਸਾਹਿਬ ਨੇ ਕਾਲ ਕਰੀ ਹੈਗੀ, ਮੈਂ ਇੱਥੋਂ ਕਾਲ ਕਰੀ ਹੈਗੀ ਸੀ ਹੋਮ ਮਿਨਿਸਟਰੀ ਦੇ ਵਿੱਚ, ਅਮਿਤ ਸ਼ਾਹ ਜੀ ਨੂੰ ਰੀਚ ਆਊਟ ਕਰਨ ਦੀ ਕੋਸ਼ਿਸ਼ ਕਰੀ ਹੈਗੀ। ਉਹਨਾਂ ਨੇ ਮੇਰਾ ਕਨੈਕਟ ਕਰਵਾਇਆ ਹੈਗਾ ਸੀ ਪੰਜਾਬ ਗਵਰਨਮੈਂਟ ਦੇ ਨਾਲ। ਉੱਥੋਂ ਉਸ ਤੋਂ ਬਾਅਦ ਸੀਐਮ ਸਾਹਿਬ ਦੀ ਨੌਲੇਜ ਦੇ ਵਿੱਚ ਆ ਕੇ ਤੇ ਫਿਰ ਡੀਜੀਪੀ ਗੁਪਤਾ ਸਾਹਿਬ ਦੀ ਸਾਨੂੰ ਕਾਲ ਆਈ ਹੈਗੀ, ਤੇ ਅਸੀਂ ਫਿਰ ਲੁਧਿਆਣਾ ਦੇ ਜਿਹੜੇ ਕਮਿਸ਼ਨਰ ਜਿਹੜੇ ਹੈਗੇ ਸੀ ਰਜੇਸ਼ ਅਗਰਵਾਲ, ਉਹਨਾਂ ਦੇ ਨਾਲ ਕਨੈਕਟ ਕਰਵਾ ਕੇ, ਕਿਉਂਕਿ ਉਹਦੇ ਸਾਡਾ ਜਿਹੜਾ ਮੇਨ ਇਸ਼ੂ ਹੈਗਾ ਸੀਗਾ, ਮਾਰਚ ਦੇ ਵਿੱਚ ਟੋਟਲ ਕਰਫਿਊ ਹੈਗਾ ਸੀਗਾ ਪੰਜਾਬ ਦੇ ਵਿੱਚ, ਕੋਈ ਕਿਤੇ ਨਹੀਂ ਜਾ ਰਿਹਾ ਹੈਗਾ ਸੀ, ਐਵਰੀਥਿੰਗ ਵਾਸ ਸ਼ਟ ਡਾਊਨ। ਇਹ ਮੋਂਗਾ ਸਾਹਿਬ ਬਹੁਤ ਕੁਝ ਕਰਨਾ ਚਾਹੁੰਦੇ ਹੈਗੇ ਸੀ। ਇਹਨਾਂ ਦੀ ਆਰਗੇਨਾਈਜੇਸ਼ਨ ਪਿਛਲੇ 5 ਤੋਂ 10,000 ਮੀਲ ਪਹਿਲਾਂ ਵੀ ਸਰਵ ਕਰਦੇ ਹੈਗੇ ਸੀ, ਪਰ ਇਹ ਕਹਿੰਦੇ ਸੀ ਅਸੀਂ 35, 40, 50,000 ਤੱਕ ਵੀ ਕਰ ਸਕਦੇ ਹੈਗੇ ਆ, ਪਰ ਕਹਿੰਦੇ ਵੀ ਸਾਡੇ ਕੋਲੇ ਸਾਨੂੰ ਰਿਸੋਰਸ ਚਾਹੀਦੇ ਹੈਗੇ ਨੇ, ਪੁਲਿਸ ਤੋਂ ਪਰਮਿਸ਼ਨ ਚਾਹੀਦੀ ਹੈਗੀ ਹੈ, ਔਰ ਵੀ ਹੈਵ ਟੂ ਬੀ ਔਨ ਦਾ ਸੇਮ ਪੇਜ। ਔਰ ਮੈਨੂੰ ਵੀ ਬੜਾ ਉਹ ਸ਼ੌਕ ਲੱਗਦਾ ਹੈਗਾ ਸੀ ਵੀ ਤੁਸੀਂ 50,000 ਦੀ ਤੁਸੀਂ ਗੱਲ ਕਰ ਰਹੇ ਹੋ। ਮੈਨੂੰ 3 ਵਾਰੀ ਪੁੱਛਿਆ ਹੈਗਾ, ਉਹ ਕਹਿੰਦੇ ਜੀ ਮੋਦੀ ਸਾਹਿਬ ਨੇ ਇਹ ਇੱਕ ਰਿਕੁਐਸਟ ਕਰੀ ਹੈਗੀ ਹੈ, ਆਈ ਵਾਂਟ ਟੂ ਡਿਲੀਵਰ, ਕਿ ਮੈਨੂੰ ਇਹ ਲੌਜਿਸਟਿਕ ਜਿਹੜੇ ਇੱਕ ਗਵਰਨਮੈਂਟ ਦੇ ਦੇਵੇ ਹੈਗੇ ਤੇ ਅਸੀਂ ਕਰ ਸਕਦੇ ਹੈਗੇ ਆ। ਔਰ ਉਸੇ ਟਾਈਮ ਦੇ ਉੱਤੇ ਫਿਰ ਅਸੀਂ ਓਵਰਨਾਈਟ ਅਸੀਂ ਉਹ ਕਰਕੇ ਸੀਐਮ ਸਾਹਿਬ ਦੇ ਨਾਲ ਵੀ ਗੱਲ ਕਰੀ ਹੈਗੀ, ਡੀਜੀਪੀ ਸਾਹਿਬ ਨਾਲ ਵੀ ਗੱਲ ਕਰੀ ਔਰ ਦਿੱਲੀ ਵੀ ਗੱਲ ਕਰੀ, ਈਵਨ ਕਿ ਉਸੇ ਦਿਨ ਹੀ ਮੈਨੂੰ CNN ਨੇ ਉੱਥੋਂ ਇੰਟਰਵਿਊ ਕਰਿਆ ਹੈਗਾ ਸੀ ਇਸੇ ਚੀਜ਼ ਦੇ ਉੱਤੇ। ਫਿਰ ਮੋਂਗਾ ਸਾਹਿਬ ਨੇ ਕਰਿਆ ਹੈਗਾ, ਆਈ ਐਮ ਸੋ ਪ੍ਰਾਊਡ ਕਿ ਮੈਂ ਪ੍ਰਮਾਤਮਾ ਦੀ, ਦੇਖੋ ਇਹਨਾਂ ਦੀ ਮਿਹਨਤ ਹੈਗੀ ਹੈ, ਇਹਨਾਂ ਦੀ ਆਰਗੇਨਾਈਜੇਸ਼ਨ ਹੁਣ ਤੋਂ ਨਹੀਂ ਬਹੁਤ ਪੁਰਾਣੀ ਇਹ ਕੰਮ ਕਰ ਰਹੀ ਹੈਗੀ ਹੈ ਉੱਥੇ, ਪਰ ਇਹਨਾਂ ਨੇ ਜਿਸ ਹਿਸਾਬ ਨਾਲ ਇੰਨੇ 100 ਬੰਦੇ ਇਕੱਠੇ ਕਰਕੇ ਜੋ ਲੰਗਰ ਬਣਾ ਰਹੇ ਹੈਗੇ ਸੀ ਉੱਥੇ, 50,000 ਬੰਦਿਆਂ ਦਾ ਲੰਗਰ ਬਣਾਉਣਾ ਔਰ ਫਿਰ ਡਿਲੀਵਰ ਕਰਨਾ ਹੈਗਾ, ਔਰ ਸ਼ਾਮ ਨੂੰ ਆ ਕੇ ਫਿਰ ਅਗਲੇ ਦਿਨ ਫਿਰ ਉਹ ਕਰਨਾ ਹੈਗਾ, ਇਹ ਮੋਂਗਾ ਸਾਹਿਬ ਦੇ ਵੱਲੋਂ ਹੋਇਆ ਹੈਗਾ ਸੀ। ਮੋਂਗਾ ਸਾਹਿਬ ਤੁਸੀਂ ਦੱਸੋ, ਜੋ ਕਿਹੜੀ ਮੈਂ ਗੱਲ ਕਹਿ ਰਿਹਾ ਹੈਗਾ ਇਹਦੇ ਵਿੱਚ ਕੋਈ ਥੋੜਾ ਮੋਟਾ ਉੱਪਰ ਨੀਚੇ ਤਾਂ ਨਹੀਂ ਹੈਗਾ ਨਾ? ਜੀ ਨਹੀਂ, ਬਿਲਕੁਲ ਨਹੀਂ ਹੈਗਾ, ਕਿਉਂਕਿ ਸਾਡੀ ਆਰਗੇਨਾਈਜੇਸ਼ਨ 25 ਸਾਲ ਪੁਰਾਣੀ ਹੈਗੀ ਹੈ। ਅਸੀਂ ਆਪਣਾ ਪਹਿਲਾ ਪ੍ਰੋਗਰਾਮ ਬ੍ਰਹਮਭੋਗ ਸ਼ੁਰੂ ਕੀਤਾ ਸੀਗਾ 25 ਸਾਲ ਪਹਿਲਾਂ, ਤੇ ਜਿਹੜੇ ਲੋਕ ਮਾਈਗ੍ਰੈਂਟ ਲੇਬਰ ਆਉਂਦੀ ਹੈਗੀ ਹੈ, ਝੁੱਗੀ ਝੌਂਪੜੀ ਦੇ ਲੋਕ ਰਹਿੰਦੇ ਆ, ਸਾਡਾ ਪੁਆਇੰਟ ਸੀਗਾ ਕਿ ਉਹਨਾਂ ਨੂੰ ਇੱਕ ਨਿਊਟ੍ਰੀਸ਼ੀਅਸ ਮੀਲ ਸਰਵ ਕੀਤਾ ਜਾਵੇ ਤਾਂ ਕਿ ਉਹ ਐਕਸਪਲੋਇਟ ਨਾ ਹੋਣ, ਤਾਂ ਨਾ ਹੀ ਉਹਨਾਂ ਨੂੰ ਕੋਈ ਬਿਮਾਰੀ ਹੋਵੇ ਜੀ। ਫਿਰ ਉਹਨਾਂ ਦੀ ਇਹ ਪ੍ਰੋਬਲਮ ਦੇਖਦੇ ਹੋਏ ਅਸੀਂ ਨੈਕਸਟ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕਰਮਾ ਹਸਪੀਟਲ। ਅਸੀਂ ਉੱਥੇ ਹਸਪੀਟਲ ਬਣਾਇਆ ਤੇ ਨਾਲ ਐਂਬੂਲੈਂਸਿਸ ਭੇਜੀਆਂ ਸਲੰਪਸ ਦੇ ਵਿੱਚ, ਜਿਹਦੇ ਚ ਰੋਜ਼ ਅਸੀਂ 1500 ਤੋਂ 2000 ਇਨਸਾਨਾਂ ਨੂੰ, ਕਿਸੇ ਨੂੰ ਡਾਇਰੀਆ, ਕਿਸੇ ਨੂੰ ਫੀਵਰ ਹੈਗਾ, ਕਿਸੇ ਨੂੰ ਜਿਹੜੀ ਵੀ ਤਕਲੀਫ ਹੈਗੀ ਹੈ, ਉਹਨਾਂ ਨੂੰ ਉੱਥੇ ਦਵਾਈ ਦੇ ਕੇ ਤੇ ਉਹਨਾਂ ਦੀ ਦਿੱਕਤ ਦੂਰ ਕਰਦੇ ਹੈਗੇ ਆ। ਤਾਂ ਤੀਸਰਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਸੀਗਾ ਲਾਈਵਲੀਹੁੱਡ, ਕਿ ਜਿਹੜੇ ਬੱਚੇ ਸਲੰਪ ਚ ਰਹਿੰਦੇ ਹੈਗੇ ਨੇ, 10 ਜਾਂ 10+2 ਹੈਗੇ ਨੇ, ਉਹਨਾਂ ਨੂੰ ਆਪਣੇ ਕੋਲ ਲਿਆ ਕੇ ਉਹਨਾਂ ਦੀ ਸਕਿੱਲਸ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਅੱਗੇ ਜੌਬ ਤੇ ਲਗਵਾਉਣਾ। ਸੋ 90 ਡੇਜ਼ ਦੇ ਵਿੱਚ ਅਸੀਂ ਉਹਨਾਂ ਨੂੰ ਇੰਨੀ ਕੁ ਟ੍ਰੇਨਿੰਗ ਦੇ ਕੇ ਅੱਗੇ ਲਗਾਉਂਦੇ ਹੈਗੇ ਆ। ਉਹਦੇ ਬਾਅਦ 6 ਮਹੀਨੇ ਉਹਨਾਂ ਨੂੰ ਵਾਸ਼ ਕਰਦੇ ਹੈਗੇ ਆ। ਇਹਦੇ ਸਾਡੇ ਕੋਲ 85% ਲੜਕੀਆਂ ਆਉਂਦੀਆਂ ਹੈਗੀਆਂ ਨੇ। ਜਦੋਂ ਇੱਕ ਲੜਕੀ ਸੈਲਫ ਡਿਪੈਂਡੈਂਟ ਹੋ ਜਾਂਦੀ ਹੈਗੀ ਹੈ, 7-8 ਹਜ਼ਾਰ ਰੁਪਇਆ ਕਮਾਉਣ ਲੱਗ ਪੈਂਦੀ ਹੈ, ਉਹਦੀ ਅੱਗੋਂ ਨੈਕਸਟ ਜਨਰੇਸ਼ਨ ਕਦੀ ਅਨਐਜੂਕੇਟਿਡ ਨਹੀਂ ਹੋਏਗੀ ਜੀ। ਇਸ ਤੋਂ ਬਾਅਦ ਅਸੀਂ 4th ਪ੍ਰੋਂਗ ਸ਼ੁਰੂ ਕੀਤਾ ਸੀਗਾ ਸੀਨੀਅਰ ਸਿਟੀਜ਼ਨ ਹੋਮ, ਕਿ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਖੂਬਸੂਰਤ ਸੀਨੀਅਰ ਸਿਟੀਜ਼ਨ ਹੋਮ ਸਾਡਾ ਇੰਡੀਆ 'ਚ ਹੈਗਾ, ਹੈਮਰਲੀ ਪੈਲੇਸ, ਜਿਹਦੇ ਸਾਡੇ ਕੋਲ ਇਸ ਵੇਲੇ 300 ਸੀਨੀਅਰਸ ਔਨ ਬੋਰਡ ਹੈਗੇ ਨੇ, ਔਰ ਸਾਰੇ ਹੀ ਆਪਣੀ ਲਾਈਫ ਫੁਲਫਿਲ ਤਰੀਕੇ ਦੇ ਨਾਲ ਰਹਿ ਰਹੇ ਹੈਗੇ ਨੇ, ਕਿਉਂਕਿ ਉੱਥੇ ਸਾਰਾ ਕੁਝ ਸਟੀਮ ਕੁੱਕ ਫੂਡ ਹੈਗਾ, ਔਰ ਆਡੀਟੋਰੀਅਮ ਹੈਗਾ, ਹਰ ਤਰ੍ਹਾਂ ਦੀ ਫੈਸਿਲਿਟੀ, ਸਿਕਿਉਰਿਟੀ, ਲੈਂਡਸਕੇਪਿੰਗ ਤੇ ਸਭ ਚੀਜ਼ਾਂ ਏਦਾਂ ਦੀਆਂ ਹੈਗੀਆਂ ਕਿ ਜਿਹੜੀਆਂ ਇਨਸਾਨ ਨੂੰ ਘਰ 'ਚ ਨਹੀਂ ਮਿਲ ਸਕਦੀਆਂ, ਪਲੱਸ ਜਿਹੜੀ ਉਹਨਾਂ ਨੂੰ ਆਪਣੇ ਪੀਅਰਸ ਦੀ ਕੰਪਨੀ ਮਿਲ ਜਾਂਦੀ ਹੈਗੀ ਹੈ। ਤੇ 5th ਪ੍ਰੋਂਗ ਅਸੀਂ ਉੱਥੇ ਸ਼ੁਰੂ ਕੀਤਾ ਸੀਗਾ ਆਰਫਨੇਜ। ਸਾਡੇ ਕੋਲ ਇਸ ਲਈ 50 ਬੱਚੇ ਹੈਗੇ ਨੇ, ਤੇ ਪੈਂਡੈਮਿਕ ਦੇ ਵਿੱਚ ਅਸੀਂ ਉਹਨੂੰ ਪੈਲੇਸ ਨੂੰ ਲਾਕਡਾਊਨ ਕਰਤਾ ਸੀਗਾ ਕਿ ਬਜ਼ੁਰਗ ਵੀ ਵਨਰੇਬਲ ਸੀਗੇ, ਬੱਚੇ ਵੀ ਵਨਰੇਬਲ ਸੀਗੇ। ਅਸੀਂ ਕਰੀਬ ਆਪਣਾ 125 ਸਟਾਫ ਦੇ ਬੰਦੇ ਵੀ ਅੰਦਰ ਹੀ ਰੱਖੇ ਸੀਗੇ, ਔਰ ਇਹ ਲਾਕਡਾਊਨ ਦੇ ਵਿੱਚ ਇਹ ਸਾਰਾ ਕੰਮ ਸਾਰੇ ਕਹਿੰਦੇ ਸੀ ਬਹੁਤ ਰਿਸਕ ਹੈਗਾ, ਤੁਸੀਂ ਮਤਲਬ ਗਲਤ ਕਰ ਰਹੇ ਹੋ, ਲੇਕਿਨ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਇਹ ਕੰਮ ਦਲੇਰੀ ਨਾਲ ਕੀਤਾ ਹੈਗਾ ਕਿ ਵੀ ਕਿਚਨ ਦਾ ਸਟਾਫ ਅਲੱਗ ਹੁੰਦਾ ਸੀ, ਨੀਚੇ ਦਾ ਅਲੱਗ ਹੁੰਦਾ ਸੀ, ਔਰ 18 ਘੰਟੇ ਕਿਚਨ ਚੱਲਦੀ ਸੀਗੀ ਰੋਜ਼, ਜਿਸ ਨਾਲ ਕਿ ਇਹ ਸੇਵਾ ਦਿੱਤੀ ਗਈ ਹੈ। ਔਰ ਅਸੀਂ ਬਹੁਤ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਸਾਨੂੰ ਏਦਾਂ ਦੀ ਅਪਰਚੁਨਿਟੀ ਦਿੱਤੀ ਹੈ ਸੇਵਾ ਕਰਨ ਦੀ। ਤੇ ਆਹ ਜਿਹੜੇ 5 ਪ੍ਰੋਂਗ ਹੈਗੇ ਨੇ, ਇਹ ਪਿਛਲੇ 25 ਸਾਲ ਤੋਂ ਫਲਾਲੈਸਲੀ ਸਰਵਿਸ ਦਿੱਤੀ ਜਾ ਰਹੀ ਹੈ, ਔਰ ਪਰਮਾਤਮਾ ਦੀ ਬੜੀ ਮਿਹਰ ਹੈ ਕਿ ਬਈ ਸਾਰਾ ਕੰਮ ਬਹੁਤ ਵਧੀਆ ਤਰੀਕੇ ਹੋ ਰਿਹਾ। ਵੈਰੀ ਗੁੱਡ। ਮੋਂਗਾ ਸਾਹਿਬ, ਇੱਕ ਦੋ ਗੱਲਾਂ ਕਲੈਰੀਫਾਈ ਕਰੇ ਹੋਗੇ ਤੁਸੀਂ। ਇੱਕ ਤਾਂ ਜਿਹੜਾ ਤੁਸੀਂ ਇੰਨਾ ਤੁਹਾਡਾ, ਮੈਂ ਉੱਥੇ ਪਰਸਨਲੀ ਆਪ ਦੇਖ ਕੇ ਆਇਆ ਹੈਗਾ ਵੀ ਆਈ ਵਾਸ ਸ਼ੌਕਡ ਮਾਈ ਸੈਲਫ ਕਿ ਇਹ ਲੁਧਿਆਣੇ ਦੇ ਵਿੱਚ ਐਡੀ ਵੱਡੀ ਜਗ੍ਹਾ 5 ਸਟਾਰ ਤੋਂ ਵੀ ਅੱਛੀ ਲੱਗਦੀ ਹੈਗੀ ਸੀ,
300 ਫੈਮਲੀਆਂ ਨੂੰ ਮੈਂ ਆਪ ਮਿਲਿਆ ਹੈਗਾ, ਜਿਹੜੇ ਉੱਥੇ ਤੁਸੀਂ ਸੀਨੀਅਰ ਸਿਟੀਜ਼ਨ ਜਿਹੜੇ ਹੈਗੇ ਸੀ। ਤੁਹਾਡੀ ਕਿਚਨ, ਮੈਂ ਦਰਬਾਰ ਸਾਹਿਬ ਦੀ ਕਿਚਨ ਤੋਂ ਦੁਨੀਆ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈਗੀ, ਪਰ ਤੁਹਾਡਾ ਕਿਚਨ ਦਾ ਜਿਹੜਾ ਲੈਵਲ ਹੈਗਾ ਸੀ, ਤੁਹਾਡੇ 50 60 70 ਹਜ਼ਾਰ ਬੰਦੇ ਦਾ ਖਾਣਾ ਇੱਕ ਦਿਨ ਬਣਾਉਣਾ ਹੈਗਾ, ਇਟ ਵਾਜ਼ ਏ ਗ੍ਰੈਂਡ ਸਕੇਲ ਤੇ ਮੈਂ ਦੇਖ ਕੇ ਆਈ ਵਾਜ਼ ਸ਼ੌਕ ਕਿ ਪੰਜਾਬ ਦੇ ਵਿੱਚ ਇਦਾਂ ਦੀ ਕੋਈ ਚੀਜ਼ ਹੈਗੀ ਹੈ। ਮੇਰਾ ਕੁਐਸਚਨ ਜਿਹੜਾ ਹੈਗਾ ਸੀ ਤੁਹਾਨੂੰ, ਇਹ ਤੇ ਇੰਨਾ ਖਰਚਾ ਹੋ ਰਿਹਾ ਹੈਗਾ ਵੀ ਤੁਸੀਂ ਇਹਦੇ ਲਈ ਕੋਈ ਲੋਕਾਂ ਤੋਂ ਫੰਡਿੰਗ ਕਰਦੇ ਹੋ ਜਾਂ ਸਾਰਾ ਕੁਝ ਆਪ ਹੀ ਕਰਦੇ ਹੈਗੇ? ਦੈਟਸ ਨੰਬਰ 1 ਕੁਐਸਚਨ। ਤੇ ਦੂਸਰਾ ਕੁਐਸਚਨ ਇਹ ਹੈਗਾ ਸੀਗਾ, ਤੁਹਾਡੀ ਦੁਆਰਾ ਕੀਤੀ ਗਈ ਇੰਨੀ ਜਿਹੜੀ ਮਿਹਨਤ ਹੈਗੀ ਹੈ, ਸੇਵਾ ਹੈਗੀ ਹੈ, ਤੇ ਤੁਸੀਂ ਆਪਣੇ ਪੱਲਿਓਂ ਕਰਦੇ ਹੈਗੇ ਹੋ, ਤੁਹਾਨੂੰ ਫਿਰ ਆਪਸ ਦੇ ਵਿੱਚ ਕਿੰਨੇ ਕੁ ਵਾਰੀ ਜਾਣਾ ਆਉਣਾ ਪੈਂਦਾ ਹੈਗਾ? ਇੰਨਾ ਆਪਰੇਸ਼ਨ ਜਿਹੜਾ ਹੈਗਾ ਮੈਨੇਜ ਕਰਨਾ, ਇਟਸ ਨਾਟ ਦੈਟ ਈਜ਼ੀ, ਕਿ ਤੁਸੀਂ ਕਿਸ ਤਰ੍ਹਾਂ ਕਰਦੇ ਹੈਗੇ? ਦੇਖੋ, ਜਿਹੜਾ ਪਹਿਲਾ ਕੁਐਸਚਨ ਤੁਹਾਡਾ ਫੰਡਿੰਗ ਦਾ ਹੈਗਾ ਕਿ ਮੈਂ ਜਦੋਂ ਸ਼ੁਰੂ ਕੀਤਾ ਸੀਗਾ, ਮੈਂ ਉਸ ਵੇਲੇ 36 ਸਾਲ ਦਾ ਸੀਗਾ, 37 ਸਾਲ ਦਾ, ਤੇ ਆਈ ਵਾਜ਼ ਵੈਲ ਕੰਟੈਂਟਡ ਐਂਡ ਆਈ ਹੈਡ ਇਨਫ money and resources from my family, so I picked up a cause bigger than myself ਕਿ ਭਈ ਮੈਂ ਜਿੱਦਾਂ ਔਰ ਪਰਮਾਤਮਾ ਨੂੰ ਪਹਿਲੇ ਦਿਨ ਰਿਕੁਐਸਟ ਕੀਤੀ ਕਿ ਜਿੰਨਾ ਤੂੰ ਸਾਨੂੰ ਤਾਕਤ ਦੇਗਾ ਉਦਾਂ ਕੰਮ ਕਰਾਂਗੇ। ਔਰ ਅੱਜ ਤੱਕ ਤਾਂ ਪਰਮਾਤਮਾ ਦੀ ਮਿਹਰ ਹੈ ਕਿ ਹਾਲੇ ਤੱਕ ਕਦੀ ਕਿਸੇ ਕੋਲੋਂ ਕੁਝ ਮੰਗਣ ਜਾਣਾ ਨਹੀਂ ਪਿਆ, ਔਰ ਹਾਲੇ ਅਗਲੇ 10-15 ਸਾਲ ਦਾ ਰੈਵਨਿਊ ਆਪਣੇ ਕੋਲ ਬੈਕਅਪ ਤੇ ਰੱਖਿਆ ਹੋਇਆ ਕਿ ਭਈ ਅਸੀਂ ਇਹਨੂੰ ਕੰਟੀਨਿਊ ਕਰ ਸਕਾਂਗੇ। ਲੇਕਿਨ ਮੇਰੀ ਇੱਛਾ ਇਹ ਹੈਗੀ ਹੈ ਕਿ ਭਈ ਇੱਦਾਂ ਦੇ ਪਾਇਲਟ ਮਾਡਲ ਇੱਕ ਬਣ ਗਿਆ, ਇੱਦਾਂ ਦੇ ਮਾਡਲ ਹਰ ਸਟੇਟ ਦੇ ਵਿੱਚ ਹੋਣੇ ਚਾਹੀਦੇ ਆ ਕਿ so that is weird. Secondly, ਮੇਰੇ ਕੋਲ ਉੱਥੇ ਇਸ ਲਈ 300 people ਦਾ ਸਟਾਫ ਹੈਗਾ, ਉਹਦੇ 'ਚ ਸਾਰੇ ਡੈਜ਼ਿਗਨੇਸ਼ਨ ਹੈਗੇ ਆ, AGM, DGM ਔਰ ਅਸਿਸਟੈਂਟ ਜਨਰਲ ਮੈਨੇਜਰ ਐਂਡ ਜਨਰਲ ਮੈਨੇਜਰ, ਤੁਸੀਂ ਸਭ ਕੁਝ ਬੰਦਿਆਂ ਨੂੰ ਮਿਲੇ ਵੀ ਹੈਗੇ ਹੋ। ਹਰ ਬੰਦਾ ਆਪਣੀ ਆਪਣੀ ਡਿਵੀਜ਼ਨ ਰਨ ਕਰਦਾ ਹੈਗਾ, ਸਾਰਿਆਂ ਦੀ ਆਪਸ ਮੀਟਿੰਗ ਹੁੰਦੀ ਹੈਗੀ ਹੈ, ਪਲੱਸ ਸਾਡੇ ਕੋਲ ਬੋਰਡ ਮੈਂਬਰ ਹੈਗੇ ਆ, ਐਡਵਾਈਜ਼ਰਸ ਹੈਗੇ ਨੇ, ਜਿੱਦਾਂ ਮਿਸਿਸ ਬੰਟੇਕ ਆਲੂਵਾਲੀਆ ਜਾਂ ਸਰਦਾਰਾ ਸਿੰਘ ਜੋਲ, ਜਿਨ੍ਹਾਂ ਨੇ ਕੰਟਰੀਜ਼ ਰਨ ਕੀਤੀਆਂ ਹੋਈਆਂ, ਉਹ ਸਾਡੇ ਐਡਵਾਈਜ਼ਰ ਹੈਗੇ ਨੇ। ਔਰ ਇਹ ਇੰਡੀਆ ਦੇ ਵਿੱਚ, ਨਾਰਥਰਨ ਇੰਡੀਆ ਦੇ ਵਿੱਚ ਇਹ ਪਹਿਲੀ ਸੰਸਥਾ ਹੈਗੀ ਹੈ ਜਿਹੜੀ ਇੰਡੀਪੈਂਡੈਂਸ ਤੋਂ ਬਾਅਦ ਅੱਜ 25 ਸਾਲ ਤੋਂ ਫਲਾਲੈਸਲੀ ਚੱਲ ਰਹੀ ਹੈਗੀ ਹੈ, ਕਿਉਂਕਿ ਉੱਥੇ ਗਵਰਨਮੈਂਟਾਂ ਬਦਲਦੀਆਂ ਰਹਿੰਦੀਆਂ, ਸਭ ਤਰ੍ਹਾਂ ਦੇ ਮਹਿਕਮੇ ਆਪਣੇ ਉੱਥੇ ਵਿਜ਼ਿਟ ਕਰਦੇ ਰਹਿੰਦੇ ਹੈਗੇ ਨੇ। ਲੇਕਿਨ ਅਸੀਂ ਪਰਸਨਲ ਕੰਮ ਵਾਸਤੇ ਕਦੀ ਕਿਸੇ ਨੂੰ ਫੇਵਰ ਨਹੀਂ ਕਹੀ, ਲੇਕਿਨ ਆਪਣੀ ਆਰਗੇਨਾਈਜੇਸ਼ਨ ਵਾਸਤੇ ਆਪਾਂ ਨੂੰ ਜਿਹੜੀ ਵੀ ਗਵਰਨਮੈਂਟ ਨੂੰ ਕਿਸੇ ਨੂੰ ਵੀ ਕੁਝ ਕਹਿਣਾ ਪੈਂਦਾ, ਆਪਾਂ ਉੱਥੇ ਕਾਲ ਕਰਕੇ ਕੰਮ ਕਰਵਾ ਲੈਂਦੇ ਹੈਗੇ ਆ। ਲੇਕਿਨ ਉਹ ਕੰਪਲੈਕਸ ਸੁਸਾਇਟੀ ਦੇ ਵਿੱਚ ਇਹ ਇੱਕ ਹੁਣ ਸਾਰਿਆਂ ਨੂੰ ਆਇਡੈਂਟੀਫਾਈ ਹੋ ਚੁੱਕਾ ਹੈਗਾ ਕਿ ਇਹ ਸੰਸਥਾ ਜਿਹੜੀ ਹੈ ਸਾਰੇ ਕੰਮ ਸੈਲਫਲੈਸਲੀ ਕਰਦੀ ਹੈ, ਇਹਨਾਂ ਦਾ ਕੋਈ ਏਜੰਡਾ ਵੋਟ ਲੈਣ ਦਾ ਨਹੀਂ ਹੈਗਾ, ਕੁਝ ਕਰਨ ਦਾ ਨਹੀਂ ਹੈਗਾ। ਔਰ ਮੈਂ 100 ਤੋਂ ਜ਼ਿਆਦਾ ਚੱਕਰ ਤਾਂ ਆਪ ਪਰਸਨਲੀ ਲਗਾ ਚੁੱਕਾ, ਪਲੱਸ ਮੈਂ ਜ਼ੂਮ ਕਾਲ ਤੇ ਰੋਜ਼ ਹਫ਼ਤੇ 'ਚ 3 ਵਾਰੀ ਸਵੇਰੇ 1.5 ਘੰਟਾ ਉਹਨਾਂ ਲਗਾਉਂਦਾ ਹੈਗਾ, ਤੇ ਬਜ਼ੁਰਗ ਸਾਰਿਆਂ ਦੀ ਕਿਸੇ ਦੀ ਕੋਈ ਤਕਲੀਫ ਹੋਵੇ ਸੁਣਦਾ ਹੈਗਾ, ਬੱਚਿਆਂ ਦੀ ਕੋਈ ਤਕਲੀਫ ਹੋਵੇ ਦੇਖਦਾ ਹੈਗਾ। ਪਲੱਸ ਇਹ ਜਿਹੜਾ ਮੀਲ ਹੈਗਾ, ਇਹ ਸਾਰਾ ਉੱਦਾਂ ਦਾ ਮੀਲ ਬਣਾਇਆ ਜਾਂਦਾ ਜਿੱਦਾਂ ਦਾ ਅਸੀਂ ਆਪ ਖਾਂਦੇ ਹੈਗੇ ਆ, ਕਿ ਵੀ ਇਹ ਸਟੀਮਡ ਕੁਕਡ ਮੀਲ ਹੈਗਾ, ਆਰਗੈਨਿਕ ਵੈਜੀਟੇਬਲਸ ਹੈਗੀਆਂ, ਸਾਰਾ ਦੇਸੀ ਘਿਓ ਨਾਲ ਤਿਆਰ ਹੁੰਦਾ ਹੈਗਾ, ਔਰ ਸਾਰਾ ਹਾਈਜੀਨਿਕ ਤਰੀਕੇ ਤਿਆਰ ਹੁੰਦਾ ਹੈਗਾ। ਤੁਸੀਂ ਦੇਖਿਆ ਹੋਣਾ ਕਿ 10,000 ਸਕੁਅਰ ਫੀਟ ਦੀ ਕਿਚਨ ਦੇ ਵਿੱਚ ਤੁਹਾਨੂੰ ਇੱਕ ਵੀ ਮੱਖੀ, ਮੱਛਰ, ਛਿਪਕਲੀ ਕੋਈ ਚੀਜ਼ ਨਜ਼ਰ ਨਹੀਂ ਆ ਸਕੇਗੀ, ਕਿਉਂਕਿ ਮੈਂ ਪਹਿਲੇ ਦਿਨ ਤੋਂ ਸਟੈਂਡਰਡ ਉਹੀ ਰੱਖੇ ਸੀਗੇ ਜਿੱਦਾਂ ਦੇ ਆਪਣੇ ਇੱਥੇ ਅਮਰੀਕਾ 'ਚ ਆਪਣੇ ਕਰਦੇ ਹੈਗੇ ਜੀ ਜੀ। ਔਰ ਪਰਮਾਤਮਾ ਨੇ ਬਹੁਤ ਸਾਥ ਦਿੱਤਾ ਹੈਗਾ ਕਿ ਅੱਜ ਤੱਕ ਮਿਲੀਅਨਸ ਆਫ ਮੀਲਸ ਸਰਵ ਕਰਨ ਤੋਂ ਬਾਅਦ ਕਦੀ ਕਿਸੇ ਕੋਲੋਂ ਕੋਈ ਸ਼ਿਕਾਇਤ ਨਹੀਂ ਆਈ। ਮੋਂਗਾ ਸਾਹਿਬ, ਜਿਹੜਾ ਤੁਸੀਂ ਪੈਂਡੈਮਿਕ ਦੇ ਦੌਰਾਨ ਕਿੰਨਾ ਕੁ ਮੀਲ ਤੁਹਾਡਾ ਐਸਟੀਮੇਟ ਕਿੰਨਾ ਹੈਗਾ ਵੀ ਪੈਂਡੈਮਿਕ ਦੇ ਮਾਰਚ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਮੀਲ ਜਿਹੜੇ ਸਰਵ ਹੋ ਚੁੱਕੇ ਹੈਗੇ ਨੇ? ਹਾਂਜੀ, ਪੈਂਡੈਮਿਕ ਦੇ ਵਿੱਚ ਜੋ ਅਸੀਂ ਦੇਖਦੇ ਸੀ ਜਦੋਂ ਤੱਕ ਲਾਕਡਾਊਨ ਖੁੱਲਿਆ ਸੀ ਉਸ ਵੇਲੇ ਤੱਕ 4.2 ਮਿਲੀਅਨ ਸੀਗੇ, ਲੇਕਿਨ ਹੁਣ ਲੇਬਰ ਕੁਝ ਵਾਪਸ ਚਲੀ ਗਈ ਹੈ, ਕੁਝ ਕੰਮ ਤੇ ਲੱਗ ਗਈ ਹੈ, ਹੁਣ ਸਾਡੀ ਐਵਰੇਜ ਫੇਰ 10 ਤੋਂ 12,000 ਮੀਲ ਰੋਜ਼ ਦੀ ਰਹਿ ਗਈ ਹੈ, ਤੇ ਇੰਨੇ ਕੀ ਮੀਲ ਅਸੀਂ ਰੋਜ਼ ਸਰਵ ਕਰਦੇ ਹੈਗੇ ਆ। ਤੇ ਅੱਗੋਂ ਪਰ ਕਪੈਸਿਟੀ ਇੰਨੀ ਬਣਾ ਲਿੱਤੀ ਸੀਗੀ ਕਿ ਵੀ ਇਵੈਂਚੁਅਲੀ ਸਾਡੀ ਪਲਾਨ ਸੀਗੀ ਕਿ ਸਲੋਲੀ ਗਰੋ ਕਰਾਂਗੇ ਤੇ ਰੋਜ਼ ਦੇ 50,000 ਮੀਲ ਸਰਵ ਕਰਾਂਗੇ। ਲੇਕਿਨ ਹੁਣ ਇਹ ਪੈਂਡੈਮਿਕ ਦੇਖ ਕੇ ਅਸੀਂ ਆਪਣੀ ਕਿਚਨ ਦੀ ਕਪੈਸਿਟੀ ਵਧਾ ਲਿੱਤੀ ਹੈ, ਹੋਰ ਕੁੱਕਰ ਲਗਾ ਲਿੱਤੇ ਨੇ, ਹੁਣ ਸਾਡੀ ਕਪੈਸਿਟੀ ਇਸ ਵੇਲੇ 1,00,000 ਮੀਲ ਰੋਜ਼ ਦੀ ਹੈਗੀ ਹੈ। ਵੈਰੀ ਗੁੱਡ, ਥੈਂਕ ਯੂ ਵੈਰੀ ਮਚ ਮੋਂਗਾ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਈ ਨੋ ਕਿ ਤੁਸੀਂ ਜਾਣਾ ਵੀ ਹੈਗਾ ਸੀ, ਪਰ ਮੈਂ ਤੁਹਾਨੂੰ ਇੱਕ ਇਹ ਵੀ ਸੁਨੇਹਾ ਦੇਣਾ ਚਾਹੁੰਦਾ ਹੈਗਾ ਸੀਗਾ। ਪਿਛਲੇ ਹਫ਼ਤੇ ਕੈਪਟਨ ਸਾਹਿਬ ਦੇ ਨਾਲ ਮੇਰੀ ਗੱਲਬਾਤ ਹੋਈ, CM ਪੰਜਾਬ ਦੇ ਨਾਲ, ਉਹਨਾਂ ਨੇ ਇਹੀ ਕਿਹਾ ਹੈਗਾ ਸੀ ਵੀ ਨੈਕਸਟ ਟਾਈਮ ਤੁਸੀਂ ਵੀ ਆਓਗੇ ਮੋਂਗਾ ਸਾਹਿਬ ਨੂੰ ਲੈ ਕੇ ਆਓ, ਯੂ ਵਿਲ ਬੀ ਮਾਈ ਗੈਸਟ, ਕਿਉਂਕਿ ਜੋ ਤੁਸੀਂ ਕਰਿਆ ਹੈਗਾ, ਜੋ ਤੁਹਾਡੀ ਕੰਟਰੀਬਿਊਸ਼ਨ ਹੈਗੀ ਹੈ, ਉਹ ਈਵਨ ਕਿ ਉੱਥੋਂ ਲੁਧਿਆਣੇ ਦੇ ਜਿਹੜੇ ਪੁਲਿਸ ਕਮਿਸ਼ਨਰ ਹੈਗੇ ਸੀਗੇ, ਉਹਨਾਂ ਨੇ ਸਾਰੀ ਰਿਪੋਰਟ ਬਣਾ ਕੇ ਭੇਜੀ ਸੀ, ਹਰ ਰੋਜ਼ ਦੀ ਰਿਪੋਰਟ ਵੀ ਕਿੰਨੇ ਤੁਸੀਂ 50,000 ਹੁੰਦਾ ਹੈਗਾ ਸੀ, 40,000 ਡਿਲੀਵਰ ਕਰਿਆ ਹੈਗਾ, ਉਹ ਸਾਰੀ ਰਿਪੋਰਟ ਦੇ ਹਿਸਾਬ ਨਾਲ ਉਹ ਦੱਸ ਰਹੇ ਹੈਗੇ ਸੀ, ਕਹਿੰਦੇ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆਈ ਹੈ।
ਹਾਂਜੀ, ਉਹ ਕਮਿਸ਼ਨਰ ਸਾਹਿਬ ਵੀ ਰੋਜ਼ ਸਾਨੂੰ ਮੈਸੇਜ ਭੇਜਦੇ ਸੀਗੇ ਕਿ ਅੱਜ ਇਸ ਬਸਤੀ 'ਚ 18 ਬੰਦੇ ਮਰ ਗਏ, ਇੱਥੇ ਫੂਡ ਭੇਜੋ, ਅੱਜ ਉੱਥੇ ਭੇਜੋ। ਅਸੀਂ ਆਪਣੀ ਮਰਜ਼ੀ ਨਾਲ ਕਿਤੇ ਨਹੀਂ ਸੀ ਭੇਜਦੇ ਕਿਉਂਕਿ ਉੱਥੇ ਕਰਫਿਊ ਸੀਗਾ ਤੇ ਪੁਲਿਸ ਦੀ ਕਾਰਾਂ ਅੱਗੇ ਜਾ ਕੇ ਡਿਲੀਵਰ ਕਰਦੀਆਂ ਸੀਗੀਆਂ। ਗਿੱਲ ਸਾਹਿਬ, ਬਿਫੋਰ ਮੋਂਗਾ ਸਾਹਿਬ ਮੇਰੇ ਖਿਆਲ ਬਿਜ਼ੀ ਨੇ ਜਾਣ, ਤਾਂ ਮੈਂ ਇੱਕ ਗੱਲ ਆਪਣੇ ਹਾਵ ਭਾਵ, ਇਹਨਾਂ ਦੀਆਂ ਆਖੀਆਂ ਵੇਖੀਆਂ ਗੱਲਾਂ ਤੇ ਜੋ ਮੇਰੇ ਪ੍ਰੋਗਰਾਮ 'ਚ ਆ ਕੇ ਵੀ ਇਹਨਾਂ ਨੇ ਬਹੁਤ ਤਫਸੀਲ ਦੇ ਨਾਲ ਸਾਰੀ ਗੱਲ ਦੱਸੀ ਸੀ, ਮੈਂ ਸਾਂਝੀ ਕਰਨਾ ਚਾਹਣਾ ਕਿ ਬਾ ਕਮਾਲ ਕੰਮ ਕੀਤਾ ਜੀ ਇਹਨਾਂ ਨੇ। ਔਰ ਜਵਾਨੀ ਪਹਿਰੇ 34-35 ਸਾਲ ਦੀ ਉਮਰ 'ਚ ਇਹਨਾਂ ਨੇ ਜਿਹੜਾ ਫੈਸਲਾ ਲਿਆ ਹੈ, ਇਹ ਬੜਾ ਹੈਰਾਨੀਕੁਨ ਹੈ ਔਰ ਅਚੰਭੇ ਭਰਪੂਰ ਹੈ ਕਿ ਉਦੋਂ ਤਾਂ ਬੰਦਾ, ਜਿਵੇਂ ਕਹਿੰਦੇ ਕਿ ਰੱਬ ਯਾਦ ਨਹੀਂ ਹੁੰਦਾ ਬੰਦੇ ਨੂੰ, ਤੇ ਇਹਨਾਂ ਨੇ ਉਦੋਂ ਦਾ ਕੰਮ ਸ਼ੁਰੂ ਕੀਤਾ ਹੋਇਆ। ਵੀ ਸਲੂਟ ਯੂ ਸਰ। ਜਿੰਨੀ ਤੁਹਾਡੀ ਸਮਰੱਥਾ, ਜਿੰਨੀ ਤੁਹਾਡੀ ਕੈਪੇਬਿਲਿਟੀ ਹੈ, ਸੋਝੀ ਪ੍ਰਮਾਤਮਾ ਨੇ ਦਿੱਤੀ ਹੈ ਬੀਇੰਗ ਅ ਸਕਸੈਸਫੁਲ ਬਿਜ਼ਨਸਮੈਨ, ਮੈਨੂੰ ਲੱਗਦਾ ਕਿ ਤੁਸੀਂ ਉਸ ਮੁਕਾਮ ਤੇ ਪਹੁੰਚ ਚੁੱਕੇ ਹੋ ਮੋਂਗਾ ਸਾਹਿਬ ਕਿ ਤੁਸੀਂ ਆਪ ਤਾਂ ਬਾਕਮਾਲ ਕੰਮ ਕਰ ਹੀ ਰਹੇ ਹੋ। 42 ਲੱਖ ਭੋਜਨ ਲਾਕਡਾਊਨ ਦੇ ਦੌਰਾਨ ਤੁਸੀਂ ਜਿਹੜਾ ਸਰਵ ਕੀਤਾ ਹੈਗਾ, ਮੇਰਾ ਖਿਆਲ ਇਹ ਫਿਗਰ ਸ਼ਾਇਦ ਸਮੁੱਚੇ ਭਾਰਤ ਵਿੱਚ ਜਾਂ ਸ਼ਾਇਦ ਕਿਤੇ ਤੁਹਾਨੂੰ ਦਿਖਾਈ ਨਾ ਦੇਵੇ, ਪਰ ਮੈਨੂੰ ਲੱਗਦਾ ਕਿ ਤੁਸੀਂ ਵਿਦ ਯੋਰ ਕੈਪੇਬਿਲਿਟੀਜ਼ ਐਂਡ ਯੋਰ ਸਕਿੱਲ ਐਂਡ ਯੋਰ ਸਕਸੈਸ, ਇਹਨਾਂ ਮੁਲਕਾਂ ਦੇ ਵਿੱਚ ਤੁਹਾਡੇ ਕੋਲੇ ਉਹ ਹੁਨਰ ਆ ਗਿਆ ਔਰ ਸਮਰੱਥਾ ਆ ਗਈ, ਥੋੜੀ ਦ੍ਰਿਸ਼ਟੀ ਦੇ ਜਿਹੜੇ ਕਵਾੜ ਖੁੱਲ ਗਏ ਨੇ, ਤਾਂ ਤੁਸੀਂ ਯੂ ਕੈਨ ਇੰਸਪਾਇਰ ਲੋਟ ਮੈਨੀ ਅਦਰ ਪੀਪਲਸ ਐਂਡ ਇੰਸਟੀਟਿਊਸ਼ਨਸ ਇਨ ਇੰਡੀਆ ਐਜ਼ ਵੈਲ, ਜਿੱਥੇ ਕਿ ਲੋਕਾਂ ਦਾ ਸੁਭਾਅ ਨਹੀਂ ਹੈ, ਵੋਲੰਟਰੀ ਕੰਮ ਕਰਨ ਦਾ ਸੁਭਾਅ ਨਹੀਂ ਹੈ, ਦੂਜਿਆਂ ਦੀ ਸੇਵਾ ਕਰਨ ਦਾ ਸੁਭਾਅ ਨਹੀਂ ਹੈ। ਅਸੀਂ ਧਾਰਮਿਕ ਸੰਸਥਾਵਾਂ ਦੇ ਵਿੱਚ ਮਾੜੀ ਗੱਲ ਕੋਈ ਨਹੀਂ ਹੈ, ਲੇਕਿਨ ਅਸੀਂ ਬਹੁਤਾ ਉਧਰ ਨੂੰ ਸੋਚਦੇ ਹਾਂ। ਲੋੜਵੰਦਾਂ ਤੱਕ ਪਹੁੰਚ ਕਰਨ ਦੀ ਇੱਜ਼ਤ ਮਾਣ ਨਾਲ ਲੋਕਾਂ ਦਾ ਆਨਰ ਵੀ ਬਹਾਲ ਰੱਖਣਾ, ਜਿਵੇਂ ਇੱਕ ਮੁਲਕਾਂ 'ਚ ਹੁੰਦਾ ਕਿ ਤੁਸੀਂ ਆਸਾਨ ਨਹੀਂ ਕਿਸ ਤੇ ਜਤਾਉਂਦੇ, ਤੁਸੀਂ ਬਾਕਮਾਲ ਕੰਮ ਕਰਨ ਦੇ ਯੋਗਾ ਹੋਰਾਂ ਨੂੰ ਵੀ ਬਣਾ ਸਕਦੇ ਆ। ਦੈਟਸ ਵਾਟ ਆਈ ਵਾਂਟ ਸੇ ਕਿ ਯੂ ਨੀਡ ਟੂ ਗੋ ਈਵਨ ਫਰਦਰ, ਇੰਸਪਾਇਰਿੰਗ ਪੀਪਲ, ਇਨਫੋਰਮਿੰਗ ਪੀਪਲ। ਜਿਹੜੇ ਹੋਰ ਸਮਰੱਥ ਲੋਕ ਨੇ ਭਾਰਤ ਵਿੱਚ, ਪੰਜਾਬ 'ਚ ਬੜੇ ਪੈਸੇ ਦੀ ਘਾਟ ਨਹੀਂ ਹੈ, ਪਰ ਇੰਟੈਂਸ਼ਨ ਦੀ ਘਾਟ ਹੈ, ਨੀਤ ਦੀ ਘਾਟ ਹੈ। ਉਹਨਾਂ ਨੂੰ ਇਸ ਰਾਹ ਤੇ ਪਾਉਣ ਵਿੱਚ ਵੀ ਤੁਹਾਡੀ ਸੰਸਥਾ ਮੈਨੂੰ ਲੱਗਦਾ ਹੈ ਕਿ ਕੰਮ ਕਰ ਸਕਦੀ ਹੈ। ਹਾਂਜੀ ਬਿਲਕੁਲ ਜੀ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੰਸਪਾਇਰ ਕਰਨਾ ਚਾਹੀਦਾ ਹੈਗਾ। ਐਕਚੁਅਲੀ ਜਿੱਦਾਂ ਮਹਾਤਮਾ ਗਾਂਧੀ ਜੀ ਨੇ ਮੂਵਮੈਂਟ ਚਲਾਈ ਸੀਗੀ ਇੰਡੀਆ ਨੂੰ ਇੰਡੀਪੈਂਡੈਂਟ ਕਰਨ ਦੀ, ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਮੂਵਮੈਂਟ ਚਲਾਉਣੀ ਚਾਹੀਦੀ ਹੈ ਕਿ ਰਾਤੀ ਕੋਈ ਬੰਦਾ ਭੁੱਖਾ ਨਾ ਸੋਵੇ। ਔਰ ਇਸ ਲਈ ਤੁਸੀਂ ਦੇਖੋ ਇੰਡੀਆ ਦੇ ਵਿੱਚ 7000 ਬੰਦਾ ਰੋਜ਼ ਭੁੱਖ ਦੇ ਕਾਰਨ ਮਰ ਰਿਹਾ ਹੈਗਾ ਔਰ 20 ਕਰੋੜ ਬੰਦਾ ਰੋਜ਼ ਭੁੱਖਾ ਸੌਂਦਾ ਪਿਆ ਹੈਗਾ। ਇਹ ਰੀਸੈਂਟ ਡਾਟਾ ਤੁਸੀਂ ਨੈਟ ਤੇ ਦੇਖ ਸਕਦੇ ਹੈਗੇ ਹੋ। ਲੇਕਿਨ ਜਿੰਨੀ ਆਪਣੀ ਪਾਪੂਲੇਸ਼ਨ ਹੈਗੀ ਹੈ 1.4 ਬਿਲੀਅਨ, ਜੇ ਸਾਰੇ ਬੰਦੇ ਇਹ ਪਲੈਜ ਕਰ ਲੈਣ ਕਿ ਅਸੀਂ ਇੱਕ ਟਾਈਮ ਤੇ ਜਦੋਂ ਖਾਵਾਂਗੇ ਇੱਕ ਮੀਲ ਡੋਨੇਟ ਕਰ ਦਾਂਗੇ, ਤੇ ਜੇ 6 ਦੇ ਵਿੱਚੋਂ ਇੱਕ ਬੰਦਾ ਵੀ ਇਹ ਕਰਨਾ ਸ਼ੁਰੂ ਕਰ ਦੇਵੇ ਤੇ ਆਪਣੀ ਇਹ ਇੰਡੀਆ ਦੀ ਪ੍ਰੋਬਲਮ ਖਤਮ ਹੋ ਸਕਦੀ ਹੈ। ਔਰ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ, ਇਹ ਤੁਹਾਡੇ ਭਰਾਵਾਂ ਦੀ ਸਭ ਦੀ ਸਾਥ ਚਾਹੀਦਾ ਹੈਗਾ। ਔਰ ਮੈਂ ਅੱਜ ਤੱਕ ਕਦੀ ਕਿਸੇ ਮੀਡੀਆ ਦੇ ਚੈਨਲ ਤੇ ਨਹੀਂ ਆਇਆ, ਨਾ ਹੀ ਕਦੀ ਕਿਸੇ ਇੰਟਰਵਿਊ ਤੇ ਆਇਆ ਹੈਗਾ, ਲੇਕਿਨ ਹੁਣ ਮੈਂ ਦੇਖਦਾ ਹੈਗਾ ਕਿ ਸਾਨੂੰ ਸਾਡੀ ਜਿਹੜੀ ਜ਼ਿੰਦਗੀ ਹੈ ਥੋੜੇ ਸਾਲ ਬਾਕੀ ਰਹਿ ਗਈ ਹੈਗੀ ਹੈ, ਲੇਕਿਨ ਅਸੀਂ ਲੋਕਾਂ ਨੂੰ ਇੰਸਪਾਇਰ ਕਰੀਏ। ਈਵਨ ਮੈਂ ਇੰਡੀਆ ਟੀਵੀ ਦੇ ਉੱਤੇ ਤਾਂ ਇੱਥੇ ਤੱਕ ਲੋਕਾਂ ਨੂੰ ਕਹਿ ਦਿੱਤਾ ਸੀਗਾ ਕਿ ਵੀ ਪੰਜਾਬੀ ਜਿਹੜੇ ਨੇ ਬੜੇ ਅਗਰੈਸਿਵ ਹੁੰਦੇ ਨੇ, ਕਿ ਇੱਕ ਬੰਦਾ ਛੋਟੀ ਕਾਰ ਲੈਂਦਾ, ਦੂਜਾ ਵੱਡੀ ਲੈਂਦਾ, ਇੱਕ ਛੋਟਾ ਕਾਰ ਲੈਂਦਾ, ਦੂਜਾ ਉਹ ਤੋਂ ਵੱਡਾ ਲੈਂਦਾ ਹੈਗਾ। ਤੇ ਮੈਂ ਟੀਵੀ ਤੇ ਉਹਨਾਂ ਨੂੰ ਕਿਹਾ ਸੀਗਾ ਕਿ ਇੱਥੇ ਐਡੇ ਐਡੇ ਵੱਡੇ ਇੰਡਸਟਰੀਜ਼ ਹੈਗੇ ਨੇ, ਤੇ ਮੈਂ ਸਾਰਿਆਂ ਨੂੰ ਚੈਲੰਜ ਕਰਦਾ, ਆਓ ਤੇ ਕੰਪੀਟ ਮੀ, ਕਿ ਬਈ ਲਾਈਫ ਇਜ਼ ਆਲ ਅਬਾਊਟ ਕੰਪੀਟੀਸ਼ਨ। ਤੇ ਸਗੋਂ ਟੀਵੀ ਚੈਨਲ ਵਾਲਾ ਕਹਿ ਰਿਹਾ ਸੀ ਤੁਸੀਂ ਕੀ ਕਰਦੇ ਹੋ, ਮੈਂ ਕਿਹਾ ਬਈ ਦੇਖ ਮੈਂ ਤਾਂ ਵਾਪਸ ਚਲੇ ਜਾਣਾ ਹੈਗਾ, ਜੇ ਕੋਈ ਕੰਟਰੋਵਰਸੀ ਹੋਊਗੀ ਵੀ ਤੇ ਸੰਭਾਲ ਲਾਂਗੇ। this is my way to inspire people, because ਸਾਰੇ ਇੰਡਸਟਰੀਜ਼ ਮੇਰੇ ਦੋਸਤ ਹੈਗੇ ਨੇ, ਤੇ ਆਪਾਂ ਸਾਰੇ ਮਤਲਬ ਕਿੰਨੀਆਂ ਮਰਜ਼ੀ ਚੀਜ਼ਾਂ ਦਾ ਸੋਚ ਲਈਏ, ਲੇਕਿਨ ਇੱਕ ਦਿਨ ਤੁਸੀਂ ਭੁੱਖੇ ਰਹਿ ਕੇ ਦੇਖੋ ਤੇ ਤੁਸੀਂ ਕਹੋਗੇ ਮੇਰੀ ਘੜੀ ਵੀ ਲੈ ਲੈ, ਮੇਰਾ ਘਰ ਵੀ ਲੈ ਲੈ। ਹੁੰਦੇ ਕਿ ਨੋਬਲਨੈਸ ਇਨਕਿੰਡਲਸ ਨੋਬਲਨੈਸ, ਨੇਕੀ ਦਾ ਵਿਨਾਸ਼ ਨਹੀਂ ਹੋਣਾ ਚਾਹੀਦਾ। ਅਸੀਂ ਵਾਅਦਾ ਕਰਦੇ ਹਾਂ ਸੁੱਖੀ ਚਾਲ ਹੋਣਾ ਦਾ ਪਲੇਟਫਾਰਮ ਇੰਸ਼ਾਅੱਲਾ ਤਰੱਕੀਆਂ ਕਰੇ, ਲੇਕਿਨ ਰੇਡੀਓ ਵੱਲੋਂ ਮੈਂ ਵਾਅਦਾ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਇਸ ਜਿਹੜੇ ਸੁਨੇਹੇ ਨੂੰ ਦੁਨੀਆ ਤੱਕ ਪੁੱਜਦਾ ਕਰਨ ਲਈ ਹਰ ਸੰਭਵ ਯਤਨ ਕਰਾਂਗੇ। ਠੀਕ ਹੈ, ਥੈਂਕ ਯੂ ਮੋਂਗਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਈ ਨੋ ਕਿ ਤੁਸੀਂ ਅੱਗੇ ਜਾਣਾ ਹੈਗਾ ਸੀਗਾ, ਜੇ ਤੁਸੀਂ ਥੋੜੀ ਦੇਰ ਰੁਕ ਜਾਓਗੇ ਹੈਗੇ ਨੋ ਪ੍ਰੋਬਲਮ, ਅਦਰਵਾਈਜ਼ ਪ੍ਰਮਾਤਮਾ ਕਰੇ ਤੁਹਾਨੂੰ ਲੰਬੀ ਉਮਰ ਬਖਸ਼ੇ ਹੈਗੇ। ਤੁਹਾਡੀ ਜੋ ਤੁਸੀਂ ਸੇਵਾ ਕਰ ਰਹੇ ਹੈਗੇ ਹੋ ਬੜੀ ਇਨਸਪਾਇਰੇਸ਼ਨ ਮਿਲਦੀ ਹੈਗੀ ਹੈ। ਇਸੇ ਕਰਕੇ ਲਾਸਟ ਟਾਈਮ ਵੀ ਮੈਨੂੰ ਪਤਾ ਵੀ ਇੱਥੇ ਆਪਣਾ ਡਿਸਐਗਰੀਮੈਂਟ ਹੈਗਾ ਸੀ, ਤੁਸੀਂ ਚਾਹੁੰਦੇ ਹੈਗੇ ਸੀ ਵੀ ਨਹੀਂ ਮੈਂ ਇੰਟਰਵਿਊ ਨਹੀਂ ਕਰਨੀ, ਔਰ ਮੈਂ ਤੁਹਾਨੂੰ ਕੰਪੈਲ ਕਰ ਰਿਹਾ ਵੀ ਤੁਹਾਨੂੰ ਇੰਟਰਵਿਊ ਕਰਨੀ ਪਏਗੀ ਔਰ ਕਰਨੀ ਚਾਹੀਦੀ ਵੀ ਹੈਗੀ ਹੈ, ਕਿਉਂਕਿ ਜਿੰਨੀ ਦੇਰ ਤੁਸੀਂ ਇੰਟਰਵਿਊ ਨਹੀਂ ਕਰੋਗੇ ਤੁਸੀਂ ਇੰਨੀ ਸੋਹਣਾ ਕੰਮ ਕਰ ਰਹੇ ਹੈਗੇ ਹੋ। ਇੰਸਪਾਇਰ ਕਰਨਾ, ਲੋਕਾਂ ਨੂੰ ਮੈਸੇਜ ਦੇਣਾ ਹੈਗਾ, ਬੜਾ ਪੋਜ਼ਿਟਿਵ ਮੈਸੇਜ ਦੇਣਾ ਬਹੁਤ ਜ਼ਰੂਰੀ ਹੈਗਾ। ਇਸ ਕਰਕੇ ਵੀ ਅਸੀਂ ਤੁਹਾਨੂੰ ਇਸ ਜਗ੍ਹਾ ਤੇ ਆ ਕੇ ਕਈ ਵਾਰੀ ਜੇ ਸਾਨੂੰ ਧੱਕਾ ਕਰਨਾ ਪਿਆ, ਅਸੀਂ ਧੱਕਾ ਗੁਰਦਾਸ ਦੀ ਗੱਲ ਨਹੀਂ ਜੀ ਕਿ ਜਾਂ ਘੁੰਡ ਕੱਢਦੀ ਨਖਰੇ ਵਾਲੀ ਜਾਂ ਘੁੰਡ ਕੱਢਦੀ ਕਾਣੀ, ਮਤਲਬ ਨਹੀਂ ਚੰਗਾ ਕੰਮ ਕਰਨਾ, ਆਪਾਂ ਨੂੰ ਕੋਈ ਸੰਗ ਨਹੀਂ, ਕੋਈ ਸ਼ਰਮ ਨਹੀਂ, ਦੁਨੀਆ ਨੂੰ ਦੱਸਣਾ ਚੰਗਾ ਕਰਦਾ ਭਾਈ ਤੁਸੀਂ ਵੀ ਕਰੋ। ਬਿਲਕੁਲ
ਜਦੋਂ ਵੀ ਕੋਈ ਐਦਾਂ ਦਾ ਡੋਨੇਸ਼ਨ ਵਾਲਾ ਕੰਮ ਹੋਵੇ ਨਾ ਤੇ ਲੈਫਟ ਹੈਂਡ ਦਾ ਰਾਈਟ ਹੈਂਡ ਨੂੰ ਪਤਾ ਨਹੀਂ ਹੋਣਾ ਚਾਹੀਦਾ। So service to mankind is the true service to God. That's what I believe in, and that's what I started this journey, and I call it a spiritual journey. And I feel great कि भाई परमात्मा ने पूरी समर्था दी है और मतलब सारी एनर्जीज एक गोल ਦੇ ਪਿੱਛੇ ਚੈਨਲ ਹੋ ਰਹੀਆਂ ਹੈਗੀਆਂ ਇਕੱਠੀਆਂ। ਹਾਂਜੀ ਹਾਂਜੀ, ਚਲੋ ਮੌਂਗਾ ਸਾਹਿਬ ਤੁਹਾਡਾ ਟਾਈਮ ਕੱਢਣ ਦਾ ਬਿਜੀ ਸਕੇਜੂਲ ਦੇ ਵਿੱਚੋਂ ਬਹੁਤ ਧੰਨਵਾਦ। ਵੀ ਵਿਲ ਸਟੇ ਇਨ ਟੱਚ। ਥੈਂਕ ਯੂ ਜੀ, ਥੈਂਕ ਯੂ एवरीवन, I appreciate your time। ਹਾਂਜੀ ਹਾਂਜੀ ਹਾਂਜੀ, ਆਪਣੇ ਦੋਸਤੋ ਆਪਣੇ ਨੈਕਸਟ ਜਿਹੜੇ ਪੈਨਲਿਸਟ ਦੇ ਆਪਣੇ ਮਹਿਮਾਨ ਹੈਗੇ ਨੇ, ਉਹਨਾਂ ਦਾ ਨਾਮ ਹੈਗੇ ਰਾਜੀਵ ਸਿੰਘ, ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਬਿਲੋਂਗ ਕਰਦੇ ਹੈਗੇ ਨੇ। ਔਰ ਮੇਰਾ ਇਹਨਾਂ ਦੇ ਰਾਜੀਵ ਸਿੰਘ ਹੋਰਾਂ ਦੇ ਨਾਲ ਬਹੁਤ ਪਿਆਰਾ ਨਾਤਾ ਹੈਗਾ। ਕਾਫੀ ਦੇਰ ਦੇ ਅਸੀਂ ਇੱਕ ਦੂਜੇ ਨੂੰ ਜਾਣਦੇ ਹੈਗੇ ਆ ਔਰ ਇਹਨਾਂ ਦੀ ਆਰਗੇਨਾਈਜੇਸ਼ਨ ਦੇ ਨਾਲ ਵੀ ਕਾਫੀ ਦੇਰ ਤੋਂ ਕੰਮ ਕਰ ਰਹੇ ਆ, ਮਿਲ ਜੁਲ ਕੇ ਕਰ ਰਹੇ ਹੈਗੇ ਆ। ਤੇ ਰਾਜੀਵ ਜੀ ਕਿਉਂਕਿ ਪੰਜਾਬੀ ਸਮਝ ਲੈਂਦੇ ਹੈਗੇ ਨੇ ਪਰ ਪੰਜਾਬੀ ਬੋਲਣ ਦੀ ਥੋੜੀ ਇਹਨਾਂ ਨੂੰ ਮੁਸ਼ਕਿਲ ਹੈਗੀ, ਇਸ ਕਰਕੇ ਹਿੰਦੀ ਦੇ ਵਿੱਚ बोलेंगे हैगे। राजीव जी, मैं आपसे पूछना चाहता हूँ थोड़ी सी एक तरह अमेरिकन हिंदू फाउंडेशन के बारे में बताओ, क्योंकि मैं थोड़ा लोगों ਨੂੰ ਆਪਣੇ ਸਾਰੇ ਸਰੋਤਿਆਂ ਨੂੰ ਦੱਸ ਦੇਵਾਂ ਹੈਗਾ ਜੀ। ਅਮਰੀਕਨ ਹਿੰਦੂ ਫਾਊਂਡੇਸ਼ਨ ਦੀ ਜੋ ਮੈਨੂੰ ਪਤਾ ਹੈਗਾ, ਕਿਉਂਕਿ ਬਹੁਤ ਲੋਕਾਂ ਨੂੰ ਪਤਾ ਹੈਗਾ ਵੀ ਅਸੀਂ ਸਰਕਾਰ ਦੇ ਨਾਲ ਵੀ ਸਮੇਂ-ਸਮੇਂ ਤੇ ਉਹਨਾਂ ਨੂੰ ਅਪਰੋਚ ਕਰਦੇ ਹੈਗੇ ਆ। ਇਹ ਇੱਕ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦੀ ਬਹੁਤ ਜ਼ਿਆਦਾ ਡੀਪ ਜੋ ਕਨੈਕਟੀਵਿਟੀ ਹੈਗੀ ਹੈ ਪ੍ਰਾਈਮ ਮਿਨਿਸਟਰ ਆਫਿਸ ਤੱਕ। ਇਹਨਾਂ ਦੀ ਜੋ ਪਹੁੰਚ ਹੈਗੀ ਆ ਉਹ ਮੈਨੂੰ ਪਤਾ ਹੈਗਾ, ਕਈ ਚੀਜ਼ਾਂ ਹੁੰਦੀਆਂ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਹੈਗੇ, ਪਰ ਇਹਨਾਂ ਨੇ ਜੋ ਇਹਨਾਂ ਦੇ ਨਾਲ ਕੰਮ ਕਰਕੇ ਜੋ ਇਹਨਾਂ ਨੇ ਕੰਮ ਕਰਕੇ ਦਿਖਾਇਆ ਹੈਗਾ, ਪਰ ਉਸ ਚੀਜ਼ ਦਾ ਇਵਨ ਕਿ ਕ੍ਰੈਡਿਟ ਲੈਣ ਦੀ ਕੋਸ਼ਿਸ਼ भी नहीं करी हैगी। मैं एडमायर करता हैगा, मैं इन लोगों को सलूट करता हैगा। तो राजीव जी, आपके बारे में हिंदू अमेरिकन फाउंडेशन के बारे में बताओ और आपकी जो लेटेस्ट एक्टिविटी रही है जो अफगान सिखों के बारे में या कोविड के दौरान आपने क्या क्या काम किया उसके बारे में थोड़ा सा बताइए हमें जी। जी, फर्स्ट ऑफ ऑल सुखी जी, धन्यवाद आपका बहुत बहुत। सत श्री अकाल टू एवरीबडी एज वेल फॉर बीइंग हियर इन दिस esteemed panel and discussion. And Sukhi ji, thank you for setting this up for us. I'd like to introduce HAF as primarily an advocacy organization, but also an educational organization that is busy with promoting the policies and practices that promote the well-being of all people, but specifically that champions the issues of Hindus and Hindu Americans to policymakers and stakeholders. And amongst those policies and issues that are in the interest of all Americans, that are in the interest of all well-being, we have issues of civil and human rights that we are busy encountering of late quite a bit. So that said, HAF is a non-for-profit organization. It has existed for about 15 years, based out of Washington, D.C. It is doing a wonderful work, not just here at home, but also globally. I happen to be a volunteer for the organization. I'm on the National Leadership Council as well, and I've seen HAF grow and do wonderful work for many, many years now. In my capacity as serving HAF, I've been deeply involved for the last 8 years or so. Very good. तो सुखी जी, जैसे मैंने आपको बताया कि HAF is an advocacy organization, हमारा जो सेवा है वो खाली एडवोकेसी नहीं है, वो ह्यूमैनिटेरियन काम भी है। और कोविड के दौरान मैं पहले उस कोविड से शुरू करता हूं क्योंकि वहां पे ये हमारा इट्स अ मैटर एट हैंड। हमने बहुत काम किया डिजिटली, टू यूज द वर्ड ऑफ सिख फाउंडेशन एज इट वाज इंट्रोड्यूस्ड। हमने भी बहुत डिजिटल काम किया कोविड एरा में, टू एड्रेस इश्यूज ऑफ फिजिकल हेल्थ, टू एड्रेस इश्यूज ऑफ मेंटल हेल्थ, व्हिच इज द बिगेस्ट चैलेंज. But even the bigger challenge, which is the root solution to the problem, is addressing issues of spiritual health. So हम जब COVID फैला तो people were running left, right, helter skelter about what this is. So we tried to contain the panic. So the first webinar where we brought together doctors and mental health experts, we also happened to bring the ex-US Surgeon General to the panel to help us explain what is the difference between COVID, why it is not should not be taken lightly, and why it is different from a normal flu that we have seen. So the point I guess I'm trying to make is that humanitarian efforts is equally as much of seva
in this context, especially with the pandemic crisis, as what we do on the front of advocacy. Now, advocacy के front पे मैं थोड़ा बाद में बात करूंगा, लेकिन थोड़ा एक चीज जो मैं दर्शाना चाहता हूँ अपने listeners के लिए, वो ये है कि आपको याद होगा कि जब कोविड शुरू हुआ तो बड़ा कोहराम फैला, लेकिन पाकिस्तान में जो एक चीज हुई वो ये हुई कि पाकिस्तान के सिख और हिंदू भाई बहनों के लिए वहां के सामाजिक स्तर पर और सरकारी स्तर पर कोई सेवाएं उपलब्ध नहीं थी. Not only that, they were actually being actively discriminated against. They were being denied food. So the first thing that HAF was able to do was to mobilize food aid on the ground in Pakistan. We worked with local agencies over there, which are run by Hindus, just like all of us are mobilizing ourselves here, and actually sent food, which is a big deal because it really helped a minority community which is being cleansed in that country. And we'll talk about it later. But HAF was also able to send funds to help Hindus in Pakistan. I'll stop at that. So, आपकी काफी कंट्रीब्यूशन रही है, जैसे पंजाब फाउंडेशन के साथ जो अफगानिस्तान में जो सिखों के साथ जो इंसिडेंट हुआ था, उसके दौरान आपकी प्राइम मिनिस्टर ऑफिस के साथ कम्युनिकेशन और कांग्रेसमैन को, लोकल सेनेटर को, कांग्रेसमैन को वो रीच आउट करना और दूसरी सिख ऑर्गेनाइजेशन से उनके साथ मिलकर काम करना, वो एक्सपीरियंस भी थोड़ा बताओगे? जी, सुखी जी, so you have done a wonderful job for Sikhs in Afghanistan and Hindus in Afghanistan in this context, because what you did was amplified our collective voice. We are all companion faiths here, especially Sikhs and Hindus. And we know that Sikhs and Hindus are being discriminated against. There's an active genocide going on in Pakistan and Afghanistan. There's ethnic cleansing going on. But specifically in Afghanistan, because there's only about 200, maybe 180 families of Sikhs and Hindus left over there. Now, to put in perspective as to how serious that issue is, in 1970, there were 250,000 Hindus and Sikhs in Afghanistan, which are today less than 200 families, about 180 families if I'm not too off. So, so the problem is that we do not know a whole lot about this active ethnic cleansing going on in Afghanistan within our own communities, because we focus more on what's happening in Pakistan because of the atrocities over there, but tend to forget people in smaller numbers who are stranded in Afghanistan. So first of all, I have to thank you very much for amplifying, for shining light on the issue and amplifying, because what you did was brought this issue to the forefront, especially with the Just Punjabi network. And I remember being on air with them, talking about it with other fellow dharmic contributors as well. So thank you for that. Now, on the front of advocacy, so the two things that we were able to do was, one, to create, again, a digital way, because this was happening in COVID times, for our supporters to write to their local congresspersons and to their senators, highlighting the issue and seeking an evacuation or a repatriation of not repatriation, but evacuation of Sikhs and Hindus from Afghanistan to either India or to the United States. So हमने लिखा, हमने Prime Minister Office को भी लिखा, and fortunately, I think if everybody is not caught up, the good thing is that because of that combined effort, that effort we did, and the amplified voice, today we have, I don't have the exact numbers, but maybe close to about 150 families. India stepped up and they have brought them on a long-term visa to India. So is that a perfect solution to the problem? We don't know. But have we saved lives? Absolutely. Have we built confidence for a lot of people that had nobody to help them, including, unfortunately, even our own government of United States that is in Afghanistan? Absolutely, yes. We were able to take them to safety. And I think a lot more work is yet, it remains to be done. Now, one other thing that I wanted to highlight, because it is related, is that for the many years, there were many Hindu families that were fleeing the persecution and discrimination, especially from Sindh,
in Pakistan, and they were coming to India and crossing the borders. And many of them were living in very shabby conditions, still continue to live in very shabby conditions and poor health conditions in tents in Jodhpur, in Rajasthan in India. So Hindu American Foundation for the last about 7 to 8 years, maybe even longer, has been doing a lot of humanitarian work, sending doctors and supplies and aid to help these people, to help with their surgeries, to help with their health conditions, but also advocating for getting them jobs locally in the government, advocating for their rights, advocating for their status in the country, which is much more than, well, now the CAA has solved that problem, but when this was not being done, we were the one who were advocating for getting them some basic equal rights of employment and long-term stay in India. I'll stop right there. Very good, very good. ਅਵਜੀਤ ਜੀ ਤੁਸੀਂ ਬਹੁਤ ਅੱਛਾ ਐਕਸਪਲੇਨ ਕਰਿਆ ਹੈਗਾ। ਇਹ ਵੀ ਇੱਥੇ ਇੱਕ ਮਿਸਾਲ ਵੀ ਪੈਦਾ ਹੁੰਦੀ ਹੈ ਕਿ ਵੀ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ। ਰਮਾਣਾ ਸਾਹਿਬ, ਮੇਰੇ ਖਿਆਲ ਤੁਹਾਡੇ ਕੋਲੇ ਕੋਈ ਕੁਐਸਚਨ ਹੈਗਾ ਸੀ, ਤੁਹਾਡੇ ਕੋਲੇ ਤੁਸੀਂ ਅਜੀਤ ਜੀ ਨੂੰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੈਗੇ? ਨਹੀਂ, ਸਵਾਲ ਨਹੀਂ। ਮੈਂ ਕਿਉਂਕਿ ਰਾਜੀਵ ਹੋਣਾ ਨੂੰ ਪਹਿਲੀ ਵਾਰੀ ਮੈਂ ਇਹਨਾਂ ਦੇ ਖਿਆਲ ਸੁਣੇ ਨੇ। ਬਹੁਤ ਵਧੀਆ ਕੰਮ ਹੈ ਜੀ, ਬਹੁਤ ਉਮਦਾ ਔਰ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਨੈਸ਼ਨਲ ਕੌਂਸਲ ਦੇ ਵਿੱਚ ਇਹਨਾਂ ਦੀ ਯੋਗਦਾਨ ਔਰ ਤੁਹਾਡਾ ਦੋਹਾਂ ਦਾ ਸਹਿਯੋਗ ਜਿਹੜਾ ਬੜੇ ਪ੍ਰਭਾਵਿਤ ਹੋਏ ਹਾਂ ਅਸੀਂ, ਮੁਤਾਸਰ ਹੋਏ ਇਹਨਾਂ ਦੀ ਗੱਲਬਾਤ ਸੁਣ ਕੇ। ਦੇਖੋ, ਮੈਂ ਵਾਰ-ਵਾਰ ਇਹੋ ਗੱਲ ਦੁਹਰਾ ਰਿਹਾ ਕਿ ਜਦੋਂ ਅਸੀਂ ਇਹਨਾਂ ਮੁਲਕਾਂ 'ਚ, ਬਾਹਰਲੇ ਮੁਲਕਾਂ 'ਚ ਆ ਗਏ, ਆਪਾਂ ਕੋਈ ਡਾਇਸਪੋਰਾ ਦੀ ਗੱਲ ਕਰ ਰਹੇ ਹਾਂ ਆਪਾਂ ਅੱਜ, ਤਾਂ ਅਸੀਂ ਉਹ ਸਾਰਾ ਕੁਝ ਤਾਂ ਲੈ ਕੇ ਆ ਨਹੀਂ ਸਕੇ, ਨਾ ਅਸੀਂ ਲੈ ਕੇ ਆਉਣਾ ਸੀਗਾ, ਲੇਕਿਨ ਸਾਡਾ ਆਪਣੀ ਧਰਤੀ ਨਾਲ, ਸਾਡੀ ਆਪਣੀ ਜੰਮਣ ਭੋਏ ਦੇ ਨਾਲ ਜਿਹੜਾ ਕਨੈਕਸ਼ਨ ਸੀਗਾ ਜਾਂ ਹੇਰਵਾ ਸੀਗਾ, ਉਹ ਮਨ ਦੇ ਵਿੱਚ ਜਿਹੜੀ ਇੱਕ ਖਿਆਲ ਸੀ ਉਹ ਹਮੇਸ਼ਾ ਜਿਉਂਦਾ ਰਿਹਾ। ਪਹਿਲੀ ਪੀੜ੍ਹੀ ਦੇ ਖਾਸ ਕਰਕੇ, ਦੂਜੀ ਪੀੜ੍ਹੀ ਨੂੰ ਭੁੱਲ ਜਾਏਗਾ ਉਹ ਵੱਖਰੀ ਗੱਲ ਹੈ, ਲੇਕਿਨ ਪਹਿਲੀ ਪੀੜ੍ਹੀ ਨੂੰ ਹਮੇਸ਼ਾ ਯਾਦ ਰਿਹਾ। That's why Mr. Monga, that's why Mr. Rajiv, that's why all of us and everybody else who's doing good work, ਅਸੀਂ ਉਹਨਾਂ ਜੜ੍ਹਾਂ ਦੇ ਪ੍ਰਤੀ ਸੁਚੇਤ ਹੋਣਾ ਚਾਹੁੰਦੇ ਹਾਂ, ਸੁਹਿਰਦ ਹੋਣਾ ਚਾਹੁੰਦੇ ਹਾਂ, ਅਸੀਂ ਉਹਨਾਂ ਜੜ੍ਹਾਂ ਨੂੰ ਸਿੰਜਣਾ ਚਾਹੁੰਦੇ ਹਾਂ। ਲੇਕਿਨ ਪਾਤਰ ਸਾਹਿਬ ਦਾ ਇੱਕ ਸ਼ੇਰ ਹੈ ਕਿ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀ ਭੀੜ ਚੋਂ, ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀ ਭੀੜ ਚੋਂ ਰੱਬ ਢੂੰਡਦਾ ਫਿਰਦਾ ਹੈ, ਮੇਰਾ ਬੰਦਾ ਕਿੱਧਰ ਗਿਆ। ਤੇ ਹੁੰਦਾ ਸੀ ਇੱਕ ਸ਼ਖਸ, ਸੱਚਾ ਕਿੱਧਰ ਗਿਆ। ਜਦੋਂ ਅਸੀਂ, ਬੇਸ਼ੱਕ ਅਸੀਂ ਆਪਣੇ ਧਰਮ, ਆਪਣੇ ਅਕੀਦੇ, ਆਪਣੇ ਸੱਭਿਆਚਾਰ ਦੀ ਸੇਵਾ ਕਰਨੀ ਹੈ, ਅਸੀਂ ਨਾ ਚਾਹੁੰਦੇ ਹਾਂ ਵੀ ਉਸ ਧਰਮ ਦੇ, ਉਸ ਸੱਭਿਆਚਾਰ ਦੇ ਝੰਡਾ ਬਰਦਾਰ ਬਣ ਜਾਂਦੇ ਆ, ਅਸੀਂ ਉਸ ਨੂੰ ਡਿਨਾਈ ਨਹੀਂ ਕਰ ਸਕਦੇ। ਤੇ ਦਿਸ ਇਜ਼ ਨਾਟ ਬੈਡ, ਵੀ ਹੈਵ ਟੂ ਰਿਪਰੈਜ਼ੈਂਟ ਆਵਰ ਕਾਈਂਡ ਆਫ ਪੀਪਲ। ਪਰ ਅਸੀਂ ਇਹਨਾਂ ਹੱਦਾਂ ਬੰਨਿਆਂ ਤੋਂ, ਇਹਨਾਂ ਦੀਵਾਰਾਂ ਤੋਂ ਪਰਲੇ ਪਾਸੇ ਵੀ ਜਦੋਂ ਲੰਘਣਾ ਹੈਗਾ, ਤਾਂ ਫਿਰ ਅਸੀਂ ਰੰਗ, ਨਸਲ, ਭੇਦ ਦਾ ਫਰਕ ਨਹੀਂ ਦੇਖਣਾ। ਫਿਰ ਅਸੀਂ ਆਪਣੇ ਫਲਸਫੇ ਦੀ ਖੂਬਸੂਰਤੀ ਨੂੰ, ਆਪਣੇ ਫਲਸਫੇ ਦੀ ਉਚਾਈ ਨੂੰ, ਬੁਲੰਦੀ ਨੂੰ ਦੁਨੀਆ ਨੂੰ ਦੱਸਣ ਦੇ ਲਈ ਅਸੀਂ ਉਹ ਸਾਰਾ ਕੰਮ, ਚੰਗੇ ਕੰਮ ਕਰਨੇ ਨੇ। ਸਾਡੇ, ਮੈਂ ਉਦਾਹਰਨ ਦੇਣੀ ਚਾਹਣਾ, ਸਾਡੇ ਇੱਕ ਨਿੱਕਾ ਜਿਹਾ ਸ਼ਹਿਰ ਹੈ ਇੱਥੇ ਓਕਨਾਗਨ ਵਾਲੇ ਪਾਸੇ, ਥੋੜਾ ਜਿਹਾ ਗਾਂਹ ਜਾ ਕੇ, ਕਲੀਅਰ ਵਾਟਰ ਦਾ ਨਾਮ, ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ, ਕਲੀਅਰ ਵਾਟਰ ਨਿੱਕਾ ਜਿਹਾ ਚਹਿਲ ਸਾਹਿਬ ਸ਼ਹਿਰ, ਪਿੰਡ। ਉਹਨਾਂ ਨੇ ਬਹੁਤ ਪਹਿਲਾਂ ਗੁਰਦੁਆਰਾ ਸਥਾਪਿਤ ਕੀਤਾ ਸੀ ਉੱਥੇ। ਗੁਰਦੁਆਰਾ ਸਾਹਿਬ ਉੱਥੇ ਬਹੁਤ ਲੰਬਾ ਸਮਾਂ ਸੰਗਤ ਸੀਗੀ, ਕਿਉਂਕਿ ਬਹੁਤ ਸਾਰੇ ਸ਼ਹਿਰ ਐਸੇ ਹੁੰਦੇ ਆ ਜਿੱਥੇ ਕੰਮ ਹੈਗਾ ਤਾਂ ਲੋਕੀ ਹੈਗੇ ਆ, ਜੇ ਕੰਮ ਹਟ ਗਿਆ ਤਾਂ ਲੋਕੀ ਡਿਸਪਰਸ ਹੋ ਜਾਂਦੇ ਆ, ਦੂਰ ਵੱਡੇ ਸ਼ਹਿਰਾਂ ਨੂੰ ਤੁਰ ਜਾਂਦੇ ਨੇ। ਉਸ ਸ਼ਹਿਰ 'ਚ ਕੀ ਹੋਇਆ ਕਿ ਸੰਗਤ ਹੌਲੀ ਹੌਲੀ ਕਰਕੇ ਉੱਥੇ ਜਿਹੜੇ ਕਾਮੇ ਸੀਗੇ ਚਲੇ ਗਏ, ਸਿਰਫ 2 ਪਰਿਵਾਰ ਰਹਿ ਗਏ, ਗੁਰਦੁਆਰਾ ਸਾਹਿਬ ਤੇ 2 ਪਰਿਵਾਰ। ਹੁਣ 2 ਪਰਿਵਾਰ ਉਹ ਬਜ਼ੁਰਗ ਹੋ ਗਏ, ਉਹਨਾਂ ਵਾਸਤੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਬਹੁਤ ਔਖੀ ਹੋ ਗਈ। ਤੇ ਮੈਂ ਸਲੂਟ ਕਰਦਾ ਉਹਨਾਂ ਲੋਕਾਂ ਦੀ ਜਿਹੜੀ ਸੋਚ ਨੂੰ। ਉਹਨਾਂ ਨੇ ਕੀ ਕੀਤਾ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਨੂੰ ਵੇਚਤਾ। ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਸੁਸ਼ੋਭਿਤ ਕਿਸੇ ਨਾਲ ਲੱਗਦੇ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਕਰਤੇ, ਲੇਕਿਨ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੋਂ ਜਿਹੜੀ ਪੈਸਾ ਸੀਗਾ, ਉਹ ਉਹਨਾਂ ਨੇ ਉਸ ਨਿੱਕੇ ਜਿਹੇ ਪਿੰਡ ਦੀ ਜਿਹੜੀਆਂ ਵੱਖੋ ਵੱਖਰੀਆਂ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਨੂੰ ਜਾ ਕੇ ਕਿਸੇ ਨੂੰ ਥੋੜਾ, ਕਿਸੇ ਨੂੰ ਵੱਧ ਦੇਤਾ, ਬਜ਼ੁਰਗਾਂ ਨੂੰ ਦੇਤਾ, ਔਰਫਨੇਜ ਦੇਤਾ, ਥੋੜਾ ਜਿਹਾ ਪੈਸਾ ਉਹਦੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਨੂੰ ਵੀ ਦੇਤਾ। ਮੈਂ ਸਮਝਦਾ ਕਿ ਉਸ ਪੈਸੇ ਨੂੰ ਤੁਸੀਂ ਜੇਬ 'ਚ ਵੀ ਪਾ ਸਕਦੇ ਸੀਗੇ, ਉਸ ਪੈਸੇ ਨੂੰ ਤੁਸੀਂ ਮਰਮਰ ਵੀ ਲਾ ਸਕਦੇ, ਸੰਗਮਰਮਰ ਲਾ ਦਿੰਦੇ ਜੀ, ਲੇਕਿਨ ਉਸ ਪੈਸੇ ਦੀ ਤੁਸੀਂ ਦੇਖਿਓ ਕਿਤੇ ਕਲੀਅਰ ਵਾਟਰ ਗੁਰਦੁਆਰਾ ਸਾਹਿਬ ਪਾ ਕੇ ਉਹਨੂੰ ਸਰਚ ਕਰਿਓ, ਕੁੱਲ ਦੁਨੀਆ 'ਚ ਗੱਲ ਹੋਈ, ਉਹਦੀ ਜ਼ਿਕਰ ਹੋਇਆ ਜੀ। ਤੇ ਮੈਂ ਸਮਝਦਾ ਕਿ ਸਾਨੂੰ ਆਪਣੇ ਧਰਮ ਨੂੰ ਪ੍ਰਚਾਰਨਾ ਬਹੁਤ ਮਹੱਤਵਪੂਰਨ ਹੈ, ਲੇਕਿਨ ਉਦੋਂ ਵੀ ਅਗਾਂਹ ਜਾ ਕੇ ਜਿਹੜੀ ਗੁਰੂ ਸਾਹਿਬ ਦੇ ਸਾਡੇ ਨਿਰਦੇਸ਼ ਸੀਗੇ, ਜਾਂ ਸਾਡੀ ਜਿਹੜੀ ਅੰਦਰ ਮਹਾਰਾਜ ਅੰਦਰ ਰੱਬ ਵਸਦਾ ਹੈਗਾ, ਉਹਦੇ ਜਿਹੜੀ ਤਾਂ ਰਾਹ ਇਹੋ ਹੀ ਹੈ ਕਿ ਭਾਈ ਜਦੋਂ ਤੁਸੀਂ ਵੰਡਣ ਤੁਰ ਪਏ, ਜਦੋਂ ਤੁਸੀਂ ਸੇਵਾ ਕਰਨ ਨਿਕਲ ਪਏ,
ਫਿਰ ਤੁਸੀਂ ਇਹ ਨਾ ਦੇਖੋ ਕਿ ਆਪਣਾ ਕਿਹੜਾ ਤੇ ਬਗਾਨਾ ਕਿਹੜਾ ਹੈ। ਮੈਨੂੰ ਲੱਗਦਾ ਕਿ ਇਹ ਜਿਹੜਾ ਸੰਦੇਸ਼ ਪ੍ਰਮਾਤਮਾ ਨੇ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਹਰੇਕ ਦੇ ਅੰਦਰ ਅੰਕਿਤ ਕੀਤਾ ਹੋਇਆ ਹੈ, ਐਂਡ ਵੀ ਕੈਨ ਫੀਲ ਇਟ। ਬਿਲਕੁਲ ਨਹੀਂ, ਬਿਲਕੁਲ ਤੁਸੀਂ ਬਹੁਤ ਅੱਛਾ ਐਕਸਪਲੇਨ ਕਰਿਆ ਹੈ ਰਮਾਣਾ ਸਾਹਿਬ। Sukhi ji, Jasbir ji, Sonia ji had a comment, and before we go to her, I just wanted to add one thing because you remind me of that. Ji. Actually, two things. One is that I again want to sort of remind that our work is not over yet because Afghanistan issue has not been permanently solved when it comes to our brothers and sisters and kids over there and children. But also, let's not lose sight of what is actively going on in Pakistan today. That is a problem at much larger scale. That is a problem at a much more horrific and deplorable scale, where girls are being abducted and raped and forcibly converted, not being allowed to meet their family, right, and whatnot. So, I just wanted to highlight that. But Sukhi ji, before we move to Sonia ji, I wanted to also thank you for helping bring together the community along with HAF and being in close partnership. Especially on the domestic front, there's a lot, let's not forget, going on even in our neighborhoods today. Racial discrimination and honestly bigotry. And you have raised your voice, and you are a co-signatory to that effort, and I applaud you. So with that, Sonia ji, you had something. Yes, so thank you. Rajiv ji, thank you for all the wonderful humanitarian work being done by you, your organization, and your friends. And you mentioned about the refugees who are living in Jodhpur, and you mentioned they were in those refugee camps or intended kind of accommodations. So I just wanted to put an idea there. Maybe you are aware of it, but the Afghans, the Sikh and the Hindu community that has been repatriated very recently. So I've been associated with that in a very small way. Sikh Foundation, many of the trustees have also been, and we have been under the leadership of Mr. Sethi from LA. And the model that we followed was my family, my responsibility. And in that model, there were, say, a group of about 200 sponsors from all over the world who have individually taken on the expenses to look after the living expenses and to help these families settle in their new environments for a period of, say, 1 to 3 years. So in that sense, there is a very personal connection that I have built with one of the families, and to really see, to take care of their rentals, their education of the children, the food, the groceries bill. So it's not a very large amount for us here, but it transforms into very significant help to someone who has left everything behind and come to a new country. Because after all, it is a new culture for them. Though they are Sikhs and Hindus, but their culture, their language, they don't even speak Hindi or Punjabi. Most of them speak Pashto. So that's one model which is so far working very well. And perhaps you could also consider that for the refugees which are in Jodhpur. And so I just wanted to add in there to see if this was a thought there. Thank you, Sonia ji. That's that builds our confidence. Thank you for adding to our bucket of ideas. This is probably one of the top ideas you have just given us. Sukhi ji, I just wanted to congratulate you once again that your effort is starting to pay dividends right here, right now. So thank you again. Thank you very much. This is the collective effort. देखो, this is not the intention to make everybody happy. जो दिल्ली में हो रहा है, जो गवर्नमेंट ऑफ इंडिया ने इस इशू में, स्पेशली अफगानिस्तान सिखों के इशू में जो भी डिसीजन लिया है, मैं सलूट करता हूँ, गवर्नमेंट को सलूट करता हूँ, आप जैसे लोगों को भी करता हूँ, सोनिया जी को करता हूँ, और सारी ऑर्गेनाइजेशन को करता हूँ जिन लोगों ने ये एफर्ट किया है। क्योंकि जो लोग अंडर थ्रेट थे, जिनकी लाइफ खतरे में थी, एटलीस्ट उनको टेम्परेरी एक जगह मिल गई रहने के लिए। नाउ द अदर ऑर्गेनाइजेशन
from Canada and the US, they can do the effort actually, so they can bring them over here. At least now the temporary, some of them, they are in the safe hand. वो कैसे हुआ, वो गवर्नमेंट ऑफ इंडिया को भी क्रेडिट जाता है और आप जैसे लोगों को भी और सारी ऑर्गेनाइजेशन को जाता है. दिस इज द कलेक्टिव एफर्ट. ये हमारा ऐसा नहीं है. आज सिखों पे ये इशू आया है तो कल हिंदुओं को भी आएगा, तो कल हिंदुओं के साथ भी सिख हम खड़े होंगे. सो दैट्स व्हाई दीज आर द कलेक्टिव एफर्ट. थैंक यू वेरी मच फॉर दैट. क्योंकि हम टाइम हमारा काफी नजदीक आ रहा है. नेक्स्ट जो हमारे गेस्ट हैं, मेरी बहुत ही मेरे रिस्पेक्टेबल मिस्टर रेमी रंजन फ्रॉम लंदन, जो पहले भी मैं बता चुका हूँ. मिस्टर रेमी रंजन इज अ वेरी सक्सेसफुल बिजनेसमैन. ही वॉज बॉर्न इन पाकिस्तान. उसके बाद छोटी उम्र में जो पटियाला आए, पटियाला में आकर उन्होंने पढ़ाई की, फिर लंदन आए. एंड ही इज अ वेरी सक्सेसफुल बिजनेसमैन इवन के politically, and he is giving the millions of pounds as a donation to the political party actually to establish and for the advocacy, not only for the Sikh community actually, even for the whole all Indian community. तो मैं instead of me wasting the time, मैं रेमी रंजन जी को बोलता हूँ. रंजन साहब, सत श्री अकाल, नमस्कार. Sasigal Sukhi ji, and thank you very much for inviting me to a very interesting webinar where I am meeting some remarkable people. Anil ji see, he has really blown me forever. I have never seen a character so dedicated at a young age with such a seva pav. So उन्होंने तो मेरा मैसेज ये वीडियो भेज देना कि he should, I'm a marketing guy. Okay, the hidden talent is no talent, because if he's not going to share his talent with other people, then other people will not take a leaf out of his book. If I was young, I'm 73 years old man. I've already burnt myself working 50 years in Great Britain. Very hard work we did. As you know, I'm a posthumous child. My father was assassinated in Pakistan for opposing the breakup of India. And I'm coming to Sonia ji's point. So my mother was widowed at the age of 35 with 8 children. My own uncle told her to give children to orphanage, you won't be able to cope. But okay, I will not give up, I will not give in. मैं गुरुआं दी बच्ची हाँ ते उन्होंने अपने रिफ्यूजी ट्रेन ते आए. थैंकफुली मेरे फादर दी रेपुटेशन बहुत अच्छी सी, क्योंकि he was a very big leader. He would have been Attorney General of India. His class fellow was Hukam Singh, Swarn Singh, Ujjwal Singh, Speaker and the Foreign Minister of India. He was of that caliber. उन्होंने statue लगे अमृतसर, a golden temple photo भी लगी है, क्योंकि he was assassinated while saving 600 students of DAV school Multan. आर्य समाज स्कूल के बच्चों को बचाते बच्चे तो बच गए, पर वो आप शहीद हो गए, because my father was already a marked man. So I want to tell you the story of a remarkable mother. So she arrived on a station, railway station. I am born in Gujranwala. From Gujranwala to Firozpur train refugee chali, ਉਹਦੇ ਤੇ ਸਾਨੂੰ ਜਗ੍ਹਾ ਨਹੀਂ ਸੀ ਮਿਲਦੀ. But because of my father's reputation, the engine driver allowed us to sit on the coal tender. ਹੁਣ ਤੁਸੀਂ ਦੇਖੋ 8 ਬੱਚੇ, ਮੈਂ ਸਿਰਫ 2 ਮਹੀਨੇ ਦਾ ਸੀਗਾ. I am born 20 days after the assassination of my father, and I came in her lap, and 7 other siblings, the oldest one being 14. ਅਸੀਂ ਸਾਰੇ ਕੋਲਿਆਂ ਤੇ ਬੈਠ ਕੇ ਕਾਲੇ ਮੂੰਹ, ਸਾਰੇ ਕਾਲੇ ਪੁਲੇ ਹੋ ਗਏ. ਅਸੀਂ ਕਿਸ ਤਰੀਕੇ ਨਾਲ ਪਹੁੰਚੇ, ਫਿਰ ਅਸੀਂ ਮਹਾਰਾਜਾ ਪਟਿਆਲਾ ਨੇ ਪਟਿਆਲਾ ਦੁਖਰਵਾਨ ਗੁਰਦੁਆਰੇ ਦੇ ਕੋਲ ਰਿਫਿਊਜੀ ਕੈਂਪ ਖੋਲ੍ਹੇ ਸਨ, ਅਸੀਂ ਉੱਥੇ ਆਏ. ਤਾਂ ਮੇਰੀ ਮਾਂ ਗਿਆਨੀ ਪੜ੍ਹੀ ਸੀ. ਜਦੋਂ ਲੋਕ ਆਪਣੇ ਕੱਪੜੇ ਕੁਪੜੇ ਕਲੈਕਟ ਕਰ ਰਹੇ ਸੀ, she was collecting press cutting, newspaper cutting and certificate of my father ਜੋ ਉਹਨੇ ਕੰਮ ਕੀਤਾ. Because my father was a police inspector, but he refused to open fire on unarmed protesters in Sargodha. ਉਸ ਤੋਂ ਬਾਅਦ ਉਹਨੂੰ ਪੁਲਿਸ ਕੱਢ ਕੇ ਫਿਰ ਮੇਰਾ ਫਾਦਰ ਵਕੀਲ ਬਣਿਆ. ਐਂਡ ਇਟਸ ਅ ਲੌਂਗ ਸਟੋਰੀ. ਕੋਈ ਜਿਹਨਾਂ ਨੂੰ ਇੰਟਰਸਟਡ ਹੈਗੇ shaheednanak.com ਤੇ ਪਾ ਕੇ ਦੇਖ ਸਕਦੇ. ਤੇ ਉਹ ਫਿਰ ਅਸੀਂ ਜਦੋਂ ਆਏ ਪਟਿਆਲੇ, ਮੇਰੀ ਮਾਂ ਨੇ ਦੱਸਿਆ ਕਿ ਇਹ ਪੇਪਰ ਦਿਖਾਏ ਕਿ ਇਹ ਵੀ ਸੀ, ਇਹ ਮੈਂ ਬਣ ਗਈ ਹੈ, ਮੇਰੀ ਹੈਲਪ ਕਰੋ. ਤਾਂ ਬੰਦੇ ਹਿਲ ਗਏ. ਉਸ ਵੇਲੇ ਪੈਪਸੂ ਸੀ. ਉਹਨਾਂ ਨੇ ਕਿਹਾ ਤੁਸੀਂ ਜਾ ਕੇ ਮਾਤਾ ਜੀ ਭੈਣ ਜੀ ਘਰ ਦੇਖ ਲਓ, ਕੋਈ ਖਾਲੀ ਘਰ ਹੈ ਅਸੀਂ ਉਹ ਤੁਹਾਨੂੰ ਅਲਾਟ ਕਰ ਦਿਆਂਗੇ. ਲੱਕੀਲੀ ਘਰ ਵਧੀਆ ਮਿਲ ਗਿਆ, ਅਲਾਟ ਹੋ ਗਿਆ.
पढ़े लिखे हो जी, हाँ मैं ज्ञानी हाँ, तुहानूं और प्राइमरी स्कूल च ABC पढ़ाउण च टीचर भी लग गए। असी बड़ी मुश्किल नाल, कि मेरी माँ सी पंजाब दी जट्टी, उन्होंने मझ रखी घर अपने के, तो बच्चों को खुराक खुरूक तो मिलती रहेगी, तो गुरु नानक गुरु की साडी जिहड़ी ग्रंथ साहिब है ना, ਉਹਦਾ सहारा लैके 8 बच्चे पाले, 5 ब्रदर कमीशन ऑफिसर होए इंडियन आर्मी। उसे औरत को प्राउडेस्ट इंडियन मदर का टाइटल मिले। मैं यूके आया, मैं पढ़ने वास्ते आया, किसी तरीके मैं ब्लफ करके आ गया कि मैं इत्थे आके बड़ी बारट लॉ करांगा। जो इत्थे आए शौक लग्या मैनू, पर एनीवे आई स्टार्टेड फ्रॉम नथिंग, कार क्लीनर तो छोटी छोटी बिजनेस करके टुडे आई हैव अ बिजनेस इन 130 कंट्री। तो मैनू 8 बारी क्वीन ने ऑनर दिता बाई कंपीटिंग विद द बेस्ट इन ब्रिटेन। तो मैनू किन्ने अवार्ड मिले, मैं हैरान ही हो गया कि किसी टाइम मेरे को जुत्ते भी नहीं सी होंदे, किसी टाइम मेरे को मेरी माँ जाके अमीरां दे कपड़े लैके सानू पांदी सी छोटे करके। तो यह स्टोरी है पंजाबी गुरसिख दी और दी क्यों हुई, क्योंकि जिहड़ी रिलीजन है ये हैगी फिलोसफी। जिस तरह का रिलीजन नू तुसी फॉलो करोगे ना, इफ यू आर इंटाइटल ए एनलाइटन रिलीजन, जिहड़ा प्रोग्रेसिव रिलीजन तो तुसी फॉलो करोगे तो तुसी आप भी इनलाइटन हो जाओगे। जे कोई तुसी आउटडेटेड रिलीजन प्रैक्टिस करोगे तो फिर तुहाडा काम खराब हो जाएगा। तो सानू गुरुआं ने, साडे गुरु जिहड़े सी बहुत ही विजनरी सीगे, बहुत ही विजनरी सी। देखो इन्हां दी साडे सिखां नू अकल नहीं आई अजे तक ना, उन्होंने कईयां तो आ गई, कईयां नू नहीं पता लग्या कि साडे गुरुआं दा विजन की सीगा। उन्हां दा विजन ये सी यूनीवर्सल ब्रदरहुड। उन्होंने सानू एक धर्म दिता बेस्ड ऑन इंटरफेथ टू एलिमिनेट कॉन्फ्लिक्ट। उन्होंने एक धर्म दिता जिहदे जात पात नीच की कोई परवाह नहीं करके, गुरबाणी देखो रविदास भगत की भी बाणी पाई, किसी जुलाई की पाई, किसी की पाई, सारे दियां बाणियां उन्होंने पा के इक्वालिटी दी। सो ही वॉज द फर्स्ट अगेंस्ट जेंडर इक्वालिटी। थैंक यू बंदा आखिए जिन जन्मे राजान। गुरु जे साडी मां नू इक्वालिटी ना मिली होंदी, मेरे प्यो ने उन्होंने पढ़ाया ना होंदा, बुरका पा के बिठा देंदे ते मैं शायद दिल्ली रेलवे स्टेशन ते बूट साफ करता होंदा। ते एक औरत की मैं ताकत दसदा, कली सिंगल हैंडेड, ना पति ना कोई, साढ़े रिश्तेदार सारे रिफ्यूजी, किसी को पैसा भी नहीं है, सारे इको वोट ही सी। तो कर द मैं दसदा कि दिस द स्ट्रेंथ ऑफ अवर रिलीजन विच गेव वीमेन इक्वालिटी। एज ए रिजल्ट हुण मैं मुस्लिम कम्यूनिटी की दसदा, उन्होंने 800 साल राज किया हिंदुओं ते, फिर भी वो सैकेंड क्लास रहे, क्योंकि उन्होंने वुमेन एम्पावरमेंट ही की। उन्होंने डांस डूंस म्यूजियम करा के टाइम शाइम पास करके 2-4 बिल्डिंग बनाती हैं, पर जी असली का औरत की एम्पावरमेंट नहीं की, औरत को पढ़ाया नहीं लिखाया नहीं, आप भी नहीं पढ़े, तो वो अज वो कौम कितने रह गई है। हुण हाथों पैरी कर रहे हैं, मार कुटाई कर रहे हैं। जे कंट्री बनाई, क्यों बनाई कंट्री? जे वो साडे तो अगे होंदे, सानू तो उन्होंने रखना सी काम कराने वास्ते, उन्होंने कंट्री थोड़ी बनानी सी। कंट्री तां बनाई नॉट बिकॉज दे वेरी स्पिरिचुअल वेरी रिलीजियस पीपल। जिन्नियां जेलां भरियां पईयां मुसलमानां नाल, तुसीं जाके गूगल ते चैक कर लो। इट इज़ ओनली टू प्रोटैक्ट दैमसैल्फ फ्रॉम ए मच मोर प्रोग्रेसिव कम्यूनिटी, जिहड़े जनानियां नूं इक्वालिटी दिंदे ने। क्यों साडियां 2 इनकम 2 बच्चे या 3 बच्चे, उन्होंने 1 इनकम 6 बच्चे 4 बच्चे, दे डू फ्रॉम द स्टार्ट। तो इस करके साडा जिहड़ा असी जिहड़े सिख ने ना, साडा सब तो ज़्यादा कनैक्शन जी गूढ़ा कनैक्शन है हिंदूइज़म नाल हैगा, क्योंकि सारे असी हिंदूइज़म ही गुरु सारे सी, जिन्होंने हिंदूइज़म विच डेफिशिएंसी देखी, रिचुअल देखा, जात पात देखी, सती कर। साडे गुरु सोशल रिफॉर्मर सीगे, उन्होंने रिजेक्ट कीतियां जो हिंदू रिलीजन दियां टलियां मारी जाओ, जंगलों चले जाओ, इन सर्च ऑफ रिचुअल, हर नहाना, वो बकवास सारा उन्होंने क्या बकवासबाजी है। तो इस सीधे रस्ते आओ, 3 चीज़ां भी करो, मेहनत करो, वंड छको ते रब नूं याद करो। बाकी कोई तुहानूं किसी पंडित दे पिछे जाण दी लोड़ नहीं, किसी दे क्योंकि उन्हें अपना एजेंडा होंदा, उन्हें अपने तुहानूं भड़काना। सो देर करके जिहड़ा सिख हैगे ना, वो एक्चुअली मॉडर्न हिंदुस्तानी हैगे, बिकॉज रिलीजन उत्थों है। फिर हुण गुरु नानक जी वाज द फर्स्ट अगेंस्ट कन्वर्शन। ही डिड नॉट वांट टू कन्वर्ट पीपल, क्योंकि उन्होंने बिलीव किया कि रिलीजियस लेबल आर नॉट इंपॉर्टेंट टू गुरु, तुहाडे एक्शन एंड डीड्स आर।
ਇੱਕ ਪਾਸੇ ਬਾਲਾ ਇੱਕ ਪਾਸੇ ਮਰਦਾਨਾ 30 35 40 ਸਾਲ ਇਕੱਠੇ ਰਹੇ ਨੇ ਕਦੀ ਬਾਲੇ ਨੂੰ ਨਹੀਂ ਕਿਹਾ ਤੂੰ ਸਿੱਖ ਬਣ ਜਾ ਜਾਂ ਮਰਦਾਨੇ ਨੂੰ ਨਹੀਂ ਕਿਹਾ ਸਿੱਖ ਬਣ ਜਾ ਜੇ ਤੁਸੀਂ ਮੁਸਲਮਾਨ ਹੋ ਤਾਂ ਚੰਗਾ ਮੁਸਲਮਾਨ ਬਣੋ ਜੇ ਸਿੱਖ ਹੋ ਤਾਂ ਚੰਗਾ ਸਿੱਖ ਬਣੋ ਸੋ ਇਹ ਸਾਡੇ ਗੁਰੂਆਂ ਦੀ ਕਿੰਨੀ ਦੂਰੋਂ ਦੀ ਸ਼ਕਤੀ ਹੈ ਇੱਥੇ ਤੇ 24/7 ਮੁਸਲਮਾਨ ਲੱਗੇ ਭਾਈ ਕਨਵਰਟ ਕਰ ਦਿਆ ਤੈਨੂੰ ਉੱਥੇ ਹੂਰਾ ਮਿਲ ਗਿਆ ਤੈਨੂੰ ਇਹ ਮਿਲੇਗਾ ਉਹ ਮਿਲੇਗਾ ਤੁਸੀਂ ਉਸ ਦੁਨੀਆ ਦੀ ਗੱਲ ਕਰਦੇ ਹੋ ਪਹਿਲੇ ਇੱਥੇ ਤਾਂ ਕੁਝ ਕਰ ਲਓ ਪੰਜਾਬੀ ਸਾਡੇ ਹੁਣ ਮੈਂ ਪਾਕਿਸਤਾਨੀ ਹੈ ਬੌਰਨ ਜਿਹੜੇ ਲਾਹੌਰ ਵੀ ਬੁਰੇ ਉਹ ਪਿਸ਼ੌਰ ਵੀ ਬੁਰੇ ਉਹਨਾਂ ਨੂੰ ਉੱਥੇ ਵੀ ਕੁਝ ਨਹੀਂ ਮਿਲਣਾ ਬਲੀਵ ਯੂ ਮੀ ਅਨਲੈਸ ਉਹ ਆਪਣੇ ਆਪ ਨੂੰ ਇੱਥੇ ਸਵਾਰ ਕੇ ਜਾਣ ਚੰਗੇ ਕੰਮ ਕਰਕੇ ਜਾਣ ਅੱਛਾ ਦੂਜੀ ਹੀ ਵਾਸ ਫਸਟ ਅਗੇਂਸਟ ਰਿਚੁਅਲ ਜਿਹੜੀ ਮੈਂ ਤੁਹਾਨੂੰ ਦੱਸਦੀ ਹੈ ਗੁਰੂ ਜੀ ਫਸਟ ਦੇਖੋ ਫਸਟ ਜੈਂਡਰ ਇਕੁਆਲਿਟੀ ਫਸਟ ਕਨਵਰਸ਼ਨ ਫਸਟ ਅਗੇਂਸਟ ਰਿਚੁਅਲ ਫਸਟ ਅਗੇਨ ਡਿਸਕ੍ਰਿਮੀਨੇਸ਼ਨ ਗੁਰੂ ਸਾਡੇ ਬੜੇ ਅਹਿਡ ਸੀਗੇ ਜੇ ਮੇਰੇ ਭਰਾ ਸਿੱਖਾਂ ਨੂੰ ਸਾਰਿਆਂ ਨੂੰ ਸਮਝ ਆ ਜਾਏ ਨਾ ਕਿ ਸਾਡਾ ਮਕਸਦ ਕੀ ਸੀਗਾ ਜਿਹੜਾ ਧਰਮ ਵੀ ਦਿੱਤਾ ਟੂ ਐਲੀਮੀਨੇਟ ਕਨਫਲਿਕਟ ਸਾਰੇ ਧਰਮਾਂ ਦੇ ਵਿੱਚੋਂ ਚੰਗੀਆਂ ਚੀਜ਼ਾਂ ਚੁਣ ਕੇ ਦਿੱਤੀਆਂ ਕਿ ਤੁਸੀਂ ਕਨਫਲਿਕਟ ਦੀ ਸਭ ਦੀ ਰਿਸਪੈਕਟ ਕੀਤੀ ਫਸਟ ਅਗੇਂਸਟ ਰਿਲੀਜੀਅਸ ਹੇਟਰੇਡ ਅੱਜ ਰਿਲੀਜੀਅਸ ਹੇਟਰੇਡ ਕਰਕੇ ਪਾਕਿਸਤਾਨ ਬਣਿਆ ਉੱਥੋਂ ਇੰਨੀ ਵੱਡੀ ਅੱਛਾ ਸਾਡੇ ਗੁਰੂ ਗੋਬਿੰਦ ਸਿੰਘ ਕਹਿੰਦੇ ਸੀ ਡਾਈਵਰਸਿਟੀ ਮਸਟ ਬੀ ਐਕਸੈਪਟਡ ਰਿਸਪੈਕਟਡ ਐਂਡ ਇਫ ਨੀਡ ਬੀ ਡਿਫੈਂਡਡ ਉਹਨਾਂ ਨੇ ਕਿੰਨੀ ਜ਼ੋਰ ਨਾਲ ਡਿਫੈਂਡ ਕੀਤੀ ਅੱਜ ਜੇ ਹਿੰਦੁਸਤਾਨ ਦੀ ਡਾਈਵਰਸਿਟੀ ਅਲਾਈਵ ਹੈ ਇਹਦਾ ਕ੍ਰੈਡਿਟ ਗੁਰੂ ਤੇਗ ਬਹਾਦਰ ਤੇ ਜਾਂਦਾ ਹੈ ਇਹਦਾ ਕ੍ਰੈਡਿਟ ਸਾਡੇ ਸਾਹਿਬਜ਼ਾਦਿਆਂ ਦੇ ਜਾਂਦੇ ਜਿਹੜੇ ਚਿਣੇ ਗਏ ਇਹਨਾਂ ਦਾ ਕ੍ਰੈਡਿਟ ਗੁਰੂ ਗੋਬਿੰਦ ਸਿੰਘ ਤੇ ਜਾਂਦਾ ਹੈ ਸਰਬ ਵੰਸ਼ ਜਿਹਨੇ ਆਪਣੇ ਸਾਰੀ ਖਾਨਦਾਨ ਨੂੰ ਕੁਰਬਾਨ ਕਰਤਾ ਬਟ ਟੂ ਅਪਹੋਲਡ ਰਿਲੀਜੀਅਸ ਫਰੀडम ਐਂਡ ਡਾਈਵਰਸਿਟੀ ਇਨ ਇੰਡੀਆ ਅੱਜ ਜਿਹੜੇ ਅਸੀਂ ਕਹਿੰਦੇ ਨਾ ਇੰਡੀਆ ਇਜ਼ ਦ ਕ੍ਰੈਡਲ ਆਫ ਸਿਵਲਾਈਜੇਸ਼ਨ ਇਹ ਕ੍ਰੈਡਲ ਆਫ ਸਿਵਲਾਈਜੇਸ਼ਨ ਖਤਮ ਹੋ ਗਿਆ ਸੀਗਾ ਜੇ ਗੁਰੂ ਨਾ ਖੜਦੇ ਗੁਰੂਆਂ ਦੇ ਜਿਹੜੇ ਫਾਲੋਅਰ ਸੀਗੇ ਉਹਨਾਂ ਦੇ ਹਿੰਦੂਆਂ ਦੇ ਇੱਕ ਇੱਕ ਬੱਚਾ ਸਿੱਖ ਬਣਦਾ ਸੀਗਾ ਅੱਜ ਜਿੰਨੀਆਂ ਹਿੰਦੂਆਂ ਦੀਆਂ ਜਾਤਾਂ ਨੇ ਅਹੂਜਾ ਮਲਹੋਤਰਾ ਸੇਠੀ ਸਾਨੀ ਕੋਹਲੀ ਜਿੰਨੀਆਂ ਤੁਸੀਂ ਲੈ ਲੋਗੇ ਉਹ ਸਿੱਖ ਵੀ ਹੋਏਗਾ ਹਿੰਦੂ ਵੀ ਹੋਏਗਾ ਟੂ ਡੈਮੋਸਟ੍ਰੇਟ that internal link with the Hindu community. And I must tell Rajiv Nu that I am the one who did first Hindu ball in line with the teaching of Sade Guru. For us, every religion is equal. Hindu ball mein kita 2007 when they used to carry Lord Rama, Lord Krishna on T-shirt, Durga Mata whiskey and botla khad ke promote kar rahi hai. Main keh this is not good. So Hindu mere ਭਰਾ ਨੇ ਅਸੀਂ ਹਿੰਦੂਆਂ ਦੇ ਨਾਲ ਸਾਡਾ ਸੰਬੰਧ ਡੇ 1 ਤੋਂ ਹੈਗਾ ਇਹ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਪਹਿਲੇ ਦੇਖੋ ਕਿਹੜਾ ਧਰਮ ਹੈ ਜਿਹੜਾ ਡਾਈਵਰਸਿਟੀ ਦੇ ਅਗੇਂਸਟ ਹੈਗਾ ਹਿੰਦੂ ਧਰਮ ਡਾਈਵਰਸਿਟੀ ਦੇ ਅਗੇਂਸਟ ਨਹੀਂ ਹੈਗਾ ਹਿੰਦੂ ਧਰਮ ਔਰਤ ਦੀ ਇੱਜ਼ਤ ਕਰਦਾ ਹੈ ਹਿੰਦੂ ਧਰਮ ਦੀਆਂ ਗੋਡਿਸ ਹਿੰਦੂ ਧਰਮ ਦੇ ਵਿੱਚ ਗੋਡਿਸ ਵੀ ਹਿੰਦੂ ਹੈ ਵਿਮਨ ਹੈਗੀਆਂ ਤੋ ਸਾਰੀ ਸਟੱਡੀ ਕਰੋ ਦੂਜਾ ਧਰਮ ਆਈ ਐਮ ਸੌਰੀ ਟੂ ਸੇ ਪਰ ਇਸਲਾਮਿਕ ਕੰਟਰੀ ਦੇ ਵਿੱਚ ਤੁਹਾਨੂੰ ਕਦੀ ਇਕੁਆਲਿਟੀ ਨਹੀਂ ਮਿਲੇਗੀ ਇਨ ਫੈਕਟ ਦੇ ਵਿਲ ਡਿਸਕ੍ਰਿਮੀਨੇਟ ਯੂ ਜੇ ਬੰਦੇ ਪਾਕਿਸਤਾਨ ਜਿਹੜੇ ਸੀਗੇ ਹਿੰਦੂ ਸਿੱਖ ਭਰਾ ਮੈਂ ਤੁਹਾਨੂੰ ਕਹਾਂ ਕਿ ਦੇ ਲੈਕ ਆਫ ਵਿਜ਼ਨ ਲੈਕ ਆਫ ਕਾਮਨ ਸੈਂਸ ਤੁਸੀਂ ਇੰਨੇ ਘਰਲੂ ਕਾਰੇ ਤੋਂ ਬਾਅਦ ਇੰਨੀ ਖੂਨ ਖਰਾਬ ਦੇ ਹੇਟ ਯੂ ਪ੍ਰੋਗਰੈਸ ਦੇ ਵਿਲ ਨਾਟ ਟੋਲਰੇਟ ਯੂ ਬਿਕੋਜ਼ ਯੂ ਆਰ ਏ ਪ੍ਰੋਗਰੈਸਿਵ ਉਹਨਾਂ ਨੇ ਤੁਹਾਨੂੰ ਕਹਿਣਾ ਇਹਨੂੰ ਘਟਾਓ ਇਹਨਾਂ ਨੂੰ ਆਪਣੇ ਨਾਲ ਬਣਾਓ ਅੱਛਾ ਐਨੀਵੇ ਕਮ ਟੂ ਦਿਸ ਨੈਕਸਟ ਵਨ ਹੁਣ ਸਾਡੀ ਸੇਵਾ ਪਾ ਗੁਰੂ ਨੇ ਸਾਨੂੰ 500 ਸਾਲ ਪਹਿਲੇ ਦੇ ਦਿੱਤੀ ਕਿ ਲੰਗਰ ਛਕਾਓ ਲੋਕਾਂ ਨੂੰ ਸੇਵਾ ਕਰੋ ਰਿਗਾਰਡਲੈਸ ਤੁਹਾਨੂੰ ਭਾਈ ਕਨਈਆ ਦੀ ਸਟੋਰੀ ਯਾਦ ਹੋਏਗੀ ਜਿਹੜਾ ਦੁਸ਼ਮਣਾਂ ਨੂੰ ਵੀ ਮਤਲਬ ਪੱਟੀ ਕਰ ਰਿਹਾ ਕਿਉਂਕਿ ਕੋਈ ਬੰਦਾ ਜੰਮਦਾ ਟੈਰਰਿਸਟ ਨਹੀਂ ਹੁੰਦਾ ਜੰਮਦਾ ਇੰਟੋਲਰੈਂਟ ਨਹੀਂ ਹੁੰਦਾ ਜੰਮਦਾ ਉਹ ਬੰਦਾ ਜੰਮਦਾ ਪਿਓਰ ਹੈਗਾ ਉਹਨੂੰ ਫਿਰ ਜਿਸ ਤਰ੍ਹਾਂ ਦੀ ਐਜੂਕੇਸ਼ਨ ਮਿਲਦੀ ਹੈ ਉਹ ਬੰਦਾ ਫਿਰ ਉਸ ਤਰ੍ਹਾਂ ਹੋ ਜਾਂਦਾ ਮੇਰੀ ਮਾਂ ਨੇ ਜਾਂ ਮੇਰੇ ਪਿਓ ਨੇ ਜਿਸ ਤਰ੍ਹਾਂ ਮੈਨੂੰ ਕਿਹਾ ਕਿ ਬੰਦੇ ਕਾਫਰ ਤੇ ਇਨਫਿਡਲ ਤੇ ਨੌਨ ਬਲੀਵਰ ਇਹਨਾਂ ਨੂੰ ਕੁਰਾਨ ਉੱਤੇ ਕੁੱਟ ਪਏਗੀ ਤੇ ਇਹ ਪਏਗਾ ਤੇ ਅਸੀਂ ਕਹਿੰਦੇ ਇਫ ਯੂ ਲਾਈ ਰਿਪੀਟਡਲੀ ਹੁਣ ਕੀ ਹੋ ਰਿਹਾ ਦਿਨ ਬ ਦਿਨ ਇਸਲਾਮੋਫੋਬੀਆ ਵੱਧਦਾ ਹੈ ਕਿਉਂ ਵੱਧ ਰਿਹਾ ਕਿਉਂਕਿ ਸੋਸ਼ਲ ਮੀਡੀਆ ਇੰਟਰਨੈਟ ਟਵਿੱਟਰ ਵਟਸਐਪ ਦਿਨ ਬ ਦਿਨ ਉਹ ਚੀਜ਼ਾਂ ਖੋਲੀ ਜਾਂਦੇ ਜਿਹੜਾ ਮੈਨੂੰ ਪਤਾ ਵੀ ਨਹੀਂ ਸੀਗਾ ਕਈ ਚੀਜ਼ਾਂ ਵਾਸਤੇ ਕਿ ਤੁਸੀਂ ਇੱਕ ਇਸਲਾਮ 'ਚ ਹੈਗਾ ਕਿ ਤੁਸੀਂ ਵਿਆਹ ਕਰ ਲਓ ਡਿਵੋਰਸ ਕਰ ਲਓ ਵਿਆਹ ਕਰ ਲਓ ਔਰਤ ਨੂੰ ਰੱਖੋ ਨੋ ਕਰੋ तो यह चीज़ा ਜਿਹੜੀਆਂ मैं सुन रहा है मैं कभी नहीं सुनिया तो वो लोगों को पता लग रहा है तो इस करके मैं आई एम कमिंग बैक टू माई ओरिजिनल कि साडी जिहड़ी सेवा पा है ना दैट इज़ द बिगेस्ट टेनेंट
of Sikh faith is to serve humanity. ਜਦੋਂ ਇਹ ਕੋਵਿਡ ਹੋਇਆ, ਇਹ ਕੋਵਿਡ ਦੇ ਟਾਈਮ ਤੇ ਇੱਕੋ ਕਮਿਊਨਿਟੀ ਉੱਭਰ ਕੇ ਆਈ ਹੈ, ਉਹ ਹੈ ਸਿੱਖ ਕਮਿਊਨਿਟੀ। ਟਾਈਨੀ ਕਮਿਊਨਿਟੀ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, UK, ਜਿੱਥੇ ਵੀ ਇੰਡੀਆ, ਜਗ੍ਹਾ ਜਗ੍ਹਾ, ਬੰਬੇ, ਮਦਰਾਸ, ਜਿੱਥੇ ਉਹਨਾਂ ਨੇ ਸੇਵਾ ਕੀਤੀ ਹੈ। ਇਹ ਨਹੀਂ ਦੇਖਿਆ ਕਿ ਅੱਗੇ ਕਿਹੜਾ ਧਰਮ ਦਾ ਬੰਦਾ ਹੈ, ਕਿਹੜੀ ਰੇਸ ਦਾ ਬੰਦਾ ਹੈ, ਉਹਨਾਂ ਨੇ ਸਰਵ ਕੀਤੀ ਹੈ। ਅੱਜ ਗੌਰਮੈਂਟ, ਸਾਰੀਆਂ ਗੌਰਮੈਂਟ ਨੇ ਸਿੱਖਾਂ ਨੂੰ ਕਹਿੰਦੇ ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਂਦਾ। ਯੂ ਕੈਨੋਟ ਕਵਰ ਪੀਪਲ। ਜਿੰਨਾ ਮਰਜ਼ੀ ਤੁਸੀਂ ਕਹੀ ਜਾਓ ਕਿ ਮੇਰਾ ਰਿਲੀਜਨ ਆਫ ਪੀਸ ਹੈ, ਮੇਰਾ ਰਿਲੀਜਨ ਇਕੁਆਲਿਟੀ ਫॉर ਵੂਮਨ ਦਿੰਦਾ ਹੈ, ਪ੍ਰੂਫ ਜੇ ਸੂਰਜ ਚੜੇਗਾ ਦੁਨੀਆ ਦੇਖੇਗੀ। ਤੁਸੀਂ ਕਹਿਣ ਦੀ ਤੁਹਾਨੂੰ ਲੋੜ ਹੀ ਨਹੀਂ। ਮੈਨੂੰ ਲੋਕ ਦੀ ਲੋੜ ਹੈ, ਮੈਂ ਬੜਾ ਅਮੀਰ ਹਾਂ, ਲੋਕਾਂ ਨੂੰ ਪਤਾ ਲੱਗ ਜਾਏਗਾ ਮੈਂ ਅਮੀਰ ਹੈਗਾ। ਜੇ ਇਕੁਆਲਿਟੀ ਆਫ ਵੂਮਨ ਦੇ ਰਹੇ ਹੋ, ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ। ਦੁਨੀਆ ਦੇਖ ਲੇਗੀ ਕਿ ਤੁਹਾਡੀਆਂ ਵੂਮਨ ਕਿਸ ਤਰ੍ਹਾਂ ਬੰਦੇ ਦੇ ਨਾਲ ਬੰਦਾ ਜਾ ਰਿਹਾ, ਜਾ ਰਹੀ ਹੈ। ਜਾਂ ਤੁਸੀਂ ਕਹੋਗੇ ਵੀ ਆਰ ਰਿਲੀਜਨ ਆਫ ਪੀਸ, ਤੁਹਾਨੂੰ ਮਾਰ ਕੁਟਾਈ ਕਰਨ ਦੀ ਕੋਈ ਦੁਨੀਆ ਦੇਖ। ਦ ਵੈਰੀ ਫੈਕਟ ਆਈ ਸੇ ਆਈ ਐਮ ਰਿਚ, ਦੈਟ ਮੀਨ ਆਈ ਐਮ ਨੋਟ ਰਿਚ। ਹਾਂਜੀ, ਮੈਂ ਤੁਹਾਨੂੰ ਦੱਸ ਕਰਨ ਦੀ ਲੋੜ ਹੀ ਨਹੀਂ। ਸੋ ਇਹ ਮੈਂ ਤੁਹਾਨੂੰ ਭਰਾਵੋ, ਸਾਡੀ, ਮੈਂ ਸਾਊਥ ਦੇ ਗੁਰਦੁਆਰਾ, ਵੱਡਾ ਗੁਰਦੁਆਰਾ ਹੈ, ਉੱਥੇ ਮੈਂ ਆਰਮੀ ਦੀ ਬਟਾਲੀਅਨ ਲੈ ਕੇ ਗਿਆ, ਜਿਨ੍ਹਾਂ ਨੇ ਗੁਰਦੁਆਰੇ ਦੇ ਵਿੱਚ ਲੰਗਰ ਬਣਾਇਆ ਮਿਲਟਰੀ ਦੀ। ਮੈਂ ਤੁਹਾਨੂੰ ਫੋਟੋ ਭੇਜਾਂ ਗਰੁੱਪ ਦੇ। ਉਹ ਫਿਰ ਲੰਗਰ ਅਸੀਂ ਘਰਾਂ ਘਰਾਂ ਜਾ ਕੇ ਦੇ ਆਏ ਲੋਕਾਂ ਨੂੰ। ਇਟ ਹੈਜ਼ ਬੀਨ ਨਾਓ ਰੈਕਗਨਾਈਜ਼ਡ ਬਾਈ ਐਵਰੀ ਗਵਰਨਮੈਂਟ, ਇਨਕਲੂਡਿੰਗ ਇੰਡੀਅਨ ਗਵਰਨਮੈਂਟ, ਕਿ ਜੀ ਸਿੱਖ ਆਰ ਐਨ ਐਸੈਟ। ਜਿੱਥੇ ਵੀ ਜਾਂਦੇ ਨੇ ਉਹ ਆਪਣੀ ਇੱਕ ਜਗ੍ਹਾ ਬਣਾਉਂਦੇ ਨੇ ਆਪਣੇ ਆਪ ਨੂੰ, ਉਹ ਪੋਜ਼ਿਟਿਵ ਕਮਿਊਨਿਟੀ ਨੇ, ਹੈਪੀ ਗੋ ਲੱਕੀ ਕਮਿਊਨਿਟੀ। ਉਹਨਾਂ ਦੇ ਨਾਲ ਸਭ ਹੱਸ ਕੇ ਮਿਲਦੇ ਨੇ। ਸਾਨੂੰ ਨਾ ਡੇ 1 ਤੋਂ ਦਿੱਤੀ ਨਹੀਂ ਗਈ ਕਿ ਵੀ ਹੈਵ ਟੂ ਕਿਸੇ ਨਾਲ ਵਿਤਕਰਾ ਕਰਨਾ ਹੈ। ਸਾਡੇ ਤਾਂ ਦੇਖੋ ਸ਼ੇਖ ਫਰੀਦ ਦ ਮੁਸਲਮਾਨ, ਉਹਦੀ ਬਾਣੀ ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ 'ਚ ਹੈਗੀ ਹੈ ਜੀ। ਸ਼ੇਖ ਫਰੀਦ ਜਿਹੜੇ ਮੁਸਲਮਾਨ ਸੀ, ਜਿਹਦੇ ਬੁੱਲੇ ਸ਼ਾਹ ਨੇ, ਜਿਹੜਾ ਸ਼ੇਖ ਬਿਖਾਨ ਹੈਗਾ, ਉਹਨਾਂ ਦੀਆਂ ਗੁਰਬਾਣੀ ਦੇ ਵਿੱਚ ਹੈਗੀਆਂ ਉਹਨਾਂ ਦੀਆਂ ਟੀਚਿੰਗ। ਸਾਨੂੰ, ਸਾਡੇ ਤੇ ਸੂਫੀ ਇਸਲਾਮ ਦਾ ਬੜਾ ਇਨਫਲੂਐਂਸ ਹੈਗਾ, ਤੇ ਹਿੰਦੂਇਜ਼ਮ ਦਾ ਤਾਂ ਹੈ ਹੀ ਹੈਗਾ। ਤੇ ਗੁਰੂਆਂ ਨੇ ਆਪਣੀ ਕੋਲੋਂ ਵੀ ਉਹ ਸਾਰੀ ਨਿਚੋੜ ਕੱਢ ਕੇ ਇੱਕ ਐਸਾ ਹਾਈਵੇ ਕੋਡ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ, ਜਿਹਨੂੰ ਉਹਦੇ ਜਿਹੜਾ ਉਹਨੂੰ ਫੋਲੋ ਕਰੇਗਾ, not only financially but he will also be spiritually ahead of the game। तो ਇਹ ਅੱਜ ਆ ਕੇ ਮੈਂ, ਨਾ ਮੇਰਾ ਪਿਓ ਸੀ, ਕੁਛ ਨਹੀਂ, ਜਾ ਕੇ ਮੈਂ ਅੰਗਰੇਜ਼ਾਂ ਦੇ ਛੱਕੇ ਚੜਾ ਕੇ ਰਿਕਾਰਡ ਕੈਂਪ ਕਰਤਾ ਹੈ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਮੈਨੂੰ ਆਪ ਆ ਕੇ ਅਵਾਰਡ ਦੇ ਰਿਹਾ, ਕਦੀ ਮੇਰਾ ਗੂਗਲ ਤੇ ਨਾਮ ਪਾ ਲੈਣਾ ਤੇ ਤੁਸੀਂ ਦੇਖੋਗੇ ਕਿ ਇਹ ਮੈਂ ਬਿਕੋਜ਼ ਆਫ ਮੇਰੀ ਬੈਕਗਰਾਊਂਡ, ਮੇਰੀ ਟੀਚਿੰਗ ਮੇਰੇ ਗੁਰੂਆਂ ਦੀ ਹੈਗੀ। ਅੱਜ ਜਿਹੜੇ ਸਿੱਖ ਮੇਰੇ ਭਰਾ ਸਿੱਖ ਗੁਰੂਆਂ ਦੀ ਲੈਗੇਸੀ ਨੂੰ ਓਵਰਸ਼ੈਡੋ ਕਰਦੇ ਨੇ ਵਿਦ देयर ਓਨ ਲੈਗੇਸੀ। ਅਸੀਂ ਸੈਪਰੇਟਿਸਟ ਨਹੀਂ ਹੈਗੇ, ਅਸੀਂ ਕਿਸੇ ਮੈਨਕਾਈਂਡ ਨੂੰ ਜੋੜਨ ਵਾਲੇ ਹੈ, ਤੋੜਨ ਵਾਲੇ ਨਹੀਂ। ਸਾਰੀ ਉਮਰ ਗੁਰੂ ਜੋੜਦੇ ਗਏ, ਜੋੜਦੇ ਗਏ, ਜੋੜਦੇ ਗਏ, ਉਹ ਜੋੜਨ ਦੇ ਉੱਤੇ ਲੱਗੇ ਰਹੇ। ਤੇ ਇੱਕ ਮਿਸਗਾਈਡਡ ਸਿੱਖ ਆ ਗਏ ਨੇ। ਚਲੋ ਕੋਈ ਗੱਲ ਨਹੀਂ, ਆਪਾਂ ਰੈਮੀ ਜੀ ਆਪਣਾ ਕਿਉਂਕਿ ਟਾਈਮ ਦਾ ਥੋੜਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਹੈਗਾ। ਤੇ ਮੈਂ ਤੁਹਾਨੂੰ ਕਿ ਅਸੀਂ ਸੇਵਾ ਕਰਾਂਗੇ, ਸਾਡੇ ਗੁਰੂ ਸਾਡੇ ਤੇ ਖੁਸ਼ ਹੋਣਗੇ। ਸਾਡੇ ਹੁਣ ਦੇਖੋ ਦਿੱਲੀ ਦੇ ਗੁਰਦੁਆਰਿਆਂ 'ਚ ਡਿਸਪੈਂਸਰੀਆਂ ਵੀ ਚੱਲ ਪਈਆਂ ਨੇ, ਸਸਤੇ ਭਾਅ ਤੇ ਦੇਣਾ। ਤੋ ਇਹ ਸਾਡੀ ਅਸਲੀ ਹੈ। ਇੱਕ ਲਾਸਟ ਮੈਂ ਲਫ਼ਜ਼ ਕਹਿਣਾ ਚਾਹੁੰਦਾ, ਸਾਡੇ ਕਿਸੇ ਗੁਰੂ ਦਾ ਸ਼ਬਦ ਹੈ, ਐ ਸਰੀਰਾ ਮੇਰਿਆ ਇਸ ਜਗ ਮੇਂ ਆਇਆ, ਕਿਆ ਤੈਂ ਕਰਮ ਕਮਾਇਆ। ਜੇ ਅਸੀਂ ਕਰਮ ਕਮਾ ਕੇ ਚਲੇ ਜਾਵਾਂਗੇ ਨਾ ਦੁਨੀਆ ਤੋਂ, ਤੇ ਸਾਡੇ ਬੱਚੇ ਵੀ ਸਾਨੂੰ ਯਾਦ ਕਰਨਗੇ, ਸਾਡੇ ਯਾਰ ਦੋਸਤ ਵੀ ਸਾਨੂੰ ਯਾਦ ਕਰਨਗੇ, ਤੇ ਸਾਨੂੰ ਵਾਹਿਗੁਰੂ ਵੀ ਸਾਨੂੰ ਪਿਆਰ ਮੁਹੱਬਤ ਕਰੇਗਾ ਕਿ ਇਹਨਾਂ ਨੇ ਸਾਡੇ ਪੂਰਨਿਆਂ ਤੇ ਚਲੇ। ਤੇ ਮੈਂ ਜ਼ਿਆਦਾ ਟਾਈਮ ਨਹੀਂ ਲੈਂਦਾ। ਮੈਂ ਬਹੁਤ ਸੋਹਣੇ ਤੁਸੀਂ ਵਿਚਾਰ ਦਿੱਤੇ ਜੀ, ਬਹੁਤ ਸੋਹਣੇ ਵਿਚਾਰ ਦਿੱਤੇ ਹੈਗੇ। ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਰਮਾਣਾ ਸਾਹਿਬ, ਤੁਹਾਡਾ ਰੈਮੀ ਰਾਂਝਨ ਸਾਹਿਬ ਨੂੰ ਕੋਈ ਕੁਐਸਚਨ ਹੈਗਾ ਤੁਹਾਡੇ ਵੱਲੋਂ ਜੀ? ਮੈਂ ਸੰਖੇਪ ਸਮੇਂ ਦੇ ਲਿਹਾਜ਼ ਕਰਦਿਆਂ ਤੁਹਾਨੂੰ ਪਹਿਲਾਂ ਮੈਂ ਧੰਨਵਾਦੀ ਕਰਨਾ ਚਾਹੁੰਦਾ। ਮੈਂ ਸੱਚੀ ਦੱਸਾਂ ਤੁਹਾਨੂੰ ਕਿ ਮੈਂ ਇਸ ਵੈਬਿਨਾਰ ਦੇ ਵਿੱਚ ਪਹਿਲੀ ਵਾਰ ਭਾਗ ਲੈ ਰਿਹਾ ਕਿਸੇ ਵੀ ਵੈਬਿਨਾਰ ਦੇ ਵਿੱਚ, ਤੇ ਮੈਂ ਥੋੜਾ ਜਿਹਾ ਇਫੀ ਸੀਗਾ, ਥੋੜਾ ਜਿਹਾ ਮੈਂ ਝਿਜਕਦਾ ਸੀਗਾ। ਲੇਕਿਨ ਜਿਵੇਂ ਜਿਵੇਂ ਮੈਂ ਤੁਹਾਡੇ ਜਿਹੜੇ ਪੈਨਲਿਸਟ ਦੀ ਇਕੱਲੇ ਦੀ ਗੱਲ ਸੁਣ ਰਿਹਾ, ਮੈਂ ਬਹੁਤ ਪ੍ਰਸੰਨਚਿਤ ਹੋ ਰਿਹਾ। ਲਾਰਡ ਰੈਮੀ ਰੇਂਜਰ ਉਹਨਾਂ ਦੀ ਗੱਲਬਾਤ ਜਿਹੜੀ ਹੈ ਇਕੱਲੀ ਕਮਾਲ ਦੀ, ਉਹਨਾਂ ਨੇ ਕਮਾਲ ਤਰੀਕੇ ਨਾਲ ਸਾਰਾ ਕੁਝ ਦੱਸਿਆ। ਸੰਘਰਸ਼ ਉਹਨਾਂ ਦੀ ਜ਼ਿੰਦਗੀ 'ਚ ਤਰੱਕੀਆਂ ਨੇ, ਲੇਕਿਨ ਖੂਬਸੂਰਤ ਗੱਲ ਇਹ ਹੈ ਕਿ ਉਹਨਾਂ ਨੂੰ ਜ਼ਿੰਦਗੀ ਦਾ ਅਸਲ ਮਕਸਦ ਜਿਹੜਾ ਸਾਡੇ ਪੁਰਖਿਆਂ ਨੇ, ਸਾਡੇ ਗੁਰੂ ਸਾਹਿਬਾਨ ਨੇ ਦੱਸਿਆ ਹੈ, ਇਹ ਸਾਰੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਚੁਣੌਤੀਆਂ ਆਈਆਂ ਨੇ, ਮਾੜੇ ਤਜਰਬੇ ਹੋਏ ਨੇ, ਔਖਾ ਸਮਾਂ ਕੱਟਿਆ, ਉਹ ਸਾਰੇ ਕਾਸੇ ਨੂੰ ਭੁਲਾ ਕੇ ਉਦੋਂ ਵੀ ਅਗਾਂਹ ਜਾ ਕੇ ਉਹਨਾਂ ਨੂੰ ਉਹ ਫਲਸਫਾ ਨਹੀਂ ਭੁੱਲਿਆ, ਉਹਨਾਂ ਨੂੰ ਉਹ ਸੰਦੇਸ਼ ਨਹੀਂ ਭੁੱਲਿਆ ਜਿਹੜਾ ਕਿ ਉਹ ਸਾਨੂੰ ਕਹਿ ਰਹੇ ਨੇ ਕਿ ਭਾਈ
ਆ ਜਿਹੜੀ ਅਸਲ ਗੱਲ ਹੈਗੀ ਹੈ ਕਿ ਬਾਕੀ ਸਾਰੀਆਂ ਗੱਲਾਂ ਪਛਾਣ ਨੇ, ਮਨੁੱਖਤਾ ਦੀ ਸੇਵਾ, ਆਪਣੇ ਫਲਸਫੇ ਨੂੰ ਉੱਤਮ ਜਾਣੋ ਜੀ। ਗੁਰੂ ਸਾਹਿਬਾਨ ਦੇ ਅਸੀਂ ਦੇਣਦਾਰ ਹਾਂ ਔਰ ਇਹ ਰੌਸ਼ਨੀ ਹੈ, ਇਸ ਰੌਸ਼ਨੀ ਦੇ ਮਿਸਾਲ ਨੂੰ ਹੱਥ 'ਚ ਫੜ ਕੇ ਅਸੀਂ ਗਾਂਹ ਤੁਰਨਾ ਹੈ। ਮੈਂ ਸਲਾਮ ਕਰਨਾ ਚਾਹੁੰਦਾ ਲਾਰਡ ਰੈਮੀ ਰੰਜਨ ਸਾਹਿਬ। ਜਸਵੀਰ ਜੀ, ਦੋ ਤੁਹਾਨੂੰ ਖੁਸ਼ਖਬਰੀਆਂ ਮੈਂ ਦੇ ਦੇਣਾ ਕਿ ਮੈਂ ਬੀਜੇਪੀ ਦੇ ਗਵਰਨਮੈਂਟ ਦੇ ਨਾਲ ਗੱਲ ਕਰ ਲਈ ਹੈ। ਜਿਹੜਾ ਪੰਜਾਬ ਦਾ ਕੋਟਾ ਸੀ ਆਰਮੀ ਦਾ, ਉਹ ਰਿਮੂਵ ਹੋ ਜਾਏਗਾ। ਜਿਹੜੀ ਪੰਜਾਬੀ JNK ਤੋਂ ਉਹਨਾਂ ਨੇ ਕੱਢੀ ਸੀ, ਉਹ ਵਾਪਸ ਰਿਸਟੋਰ ਹੋ ਜਾਏਗੀ। ਸਿੱਖ ਰੈਜੀਮੈਂਟ ਯੂਨਾਈਟਿਡ ਕਿੰਗਡਮ ਵੀ ਬਣ ਜਾਏਗੀ। ਤੇ ਮੈਂ ਨੈਕਸਟ ਮੰਥ ਜਾਂ 2 ਮਹੀਨੇ 'ਚ ਅਸੀਂ ਇੱਕ ਬਹੁਤ ਵੱਡਾ ਸਾਊਥ ਹਾਲ ਦੇ ਵਿੱਚ ਸਿੱਖ ਸੋਲਜਰ ਫਰੋਮ ਫਸਟ ਵਰਲਡ ਸੈਕੰਡ ਵਰਲਡ ਵਾਰ ਦਾ ਅਸੀਂ ਸਟੈਚੂ ਲਾ ਰਹੇ ਹਾਂ। ਤੇ ਇਹ ਤੁਸੀਂ ਅਰਦਾਸ ਕਰੋ ਕਿ ਤੁਹਾਡਾ ਭਰਾ, ਜਿਹਨੂੰ ਗੁਰੂਆਂ ਦੀ ਬੜੀ ਇੱਕ ਇੰਸਪੀਰੇਸ਼ਨ ਹੈ, ਆਸ਼ੀਰਵਾਦ ਹੈ, ਮਿਲੇ, ਉਹ ਚੰਗਾ ਕੰਮ ਕਰਦਾ। ਦੇਖੋ, ਪਿਆਰ ਦੇ ਨਾਲ ਗਵਰਨਮੈਂਟ ਨਾਲ ਗੱਲ ਕੀਤੀ, ਪਿਆਰ ਦੇ ਨਾਲ ਲੌਜੀਕਲੀ ਉਹਨਾਂ ਨੇ ਦੱਸਿਆ ਕਿ ਦੇਖੋ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਬਚਾਇਆ ਹੈ ਜੀ, ਅਫਗਾਨਿਸਤਾਨ ਤੋਂ ਲੈ ਕੇ ਹੈ ਜੀ। ਉਸ ਤੋਂ ਬਾਅਦ ਤੁਹਾਡੀ 1948 ਦੀ ਲੜਾਈ ਸਿੱਖਾਂ ਨੇ 2% ਸੀ, 40% ਸੋਲਜਰ ਭੇਜੇ ਉੱਥੇ। ਉਸ ਤੋਂ ਬਾਅਦ ਤੁਹਾਡੇ ਸਿੱਖਾਂ ਨੇ 65, 71, 99 ਕਾਰਗਿਲ ਆਪਰੇਸ਼ਨ ਦੇ ਵਿੱਚ ਟਾਈਗਰ ਹਿੱਲ ਕੈਪਚਰ ਕਰਕੇ ਦਿੱਤੀ। ਉਹਨਾਂ ਨੂੰ ਜੇ ਤੁਸੀਂ ਫਾਰਗ ਕਰੋਗੇ JNK, ਤੁਹਾਨੂੰ ਚਾਹੀਦਾ ਸਿੱਖਾਂ ਨੂੰ ਸਟੇਕ ਦਿਓ JNK 'ਚ, ਤਾਂ ਕਿ ਹੋਰ ਮਜ਼ਬੂਤ, ਉਹਨਾਂ ਨੂੰ ਗੱਲ ਪਸੰਦ ਆ ਗਈ। ਫਿਰ ਉਹਨਾਂ ਨੂੰ ਦੂਜੀ ਮੈਂ ਲਾਰਡ ਸਾਹਿਬ, ਲਾਰਡ ਰੈਮੀ ਰੰਜਨ ਜੀ, ਸਮੇਂ-ਸਮੇਂ ਤੇ ਹਥਿਆਰ ਬਦਲਦੇ ਰਹਿੰਦੇ ਨੇ, ਸਟ੍ਰੈਟਜੀ ਬਦਲਦੀ ਹੈ, ਪੈਂਤਰੇ ਬਦਲਦੇ ਨੇ, ਲੇਕਿਨ ਕੁਝ ਭੁੱਲੜ ਵੀਰ ਨੇ ਜਿਹੜੇ ਉਹ ਜਿਹੜਾ 400 ਸਾਲ ਪਹਿਲਾਂ ਸਟ੍ਰੈਟਜੀ ਜਾਂ ਹਥਿਆਰ ਵਰਤੇ ਜਾਂਦੇ ਸੀ, ਉਹਨਾਂ ਦਾ ਹੀ ਪ੍ਰਯੋਗ ਕਰਨਾ ਚਾਹੁੰਦੇ ਆ। ਮੇਰਾ ਖਿਆਲ ਸੌਫਟ ਜਿਹੜੀ ਪਾਵਰ ਕਹਿੰਦੇ ਆ ਜਿਹਨੂੰ, ਸ਼ਕਤੀ ਹੈ ਵੀ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਹਨਾਂ ਦੇ ਢੰਗ ਤਰੀਕੇ, ਇਹਨਾਂ ਦੀ ਇਕਵਿਪਮੈਂਟ, ਇਹਨਾਂ ਦੇ ਟੂਲ ਵਰਤ ਕੇ ਤੁਸੀਂ ਆਪਣੇ ਫਲਸਫੇ ਨੂੰ ਪ੍ਰਚਾਰ ਸਕਦੇ ਹੋ। ਤੇ ਮੈਨੂੰ ਲੱਗਦਾ ਕਿ ਜਿਵੇਂ ਕਹਿੰਦੇ ਹੁੰਦੇ ਨਾ ਕਿ ਲੜਾਈ ਜਿਹੜੀ ਹਮੇਸ਼ਾ ਇੱਕ ਮੋਰਚੇ 'ਚ ਬਹਿ ਕੇ ਨਹੀਂ ਲੜੀ ਜਾਂਦੀ, ਮੋਰਚਾ, ਸਟ੍ਰੈਟਜੀ, ਵਿਉਂਤਬੰਦੀ ਬਦਲੀ ਜਾਂਦੀ। ਵੈਰੀ ਗੁੱਡ ਜੀ, ਵੈਰੀ ਗੁੱਡ। ਦੇਖੋ, ਸਾਡੇ ਕੋਲ ਤੇ ਲੌਜਿਕ ਹੈਗਾ, ਸਾਡੇ ਕੋਲ ਹੈਰੀਟੇਜ ਹੈ, ਹਿਸਟਰੀ ਹੈ, ਸਾਡੀ ਜਸਟੀਫਿਕੇਸ਼ਨ ਹੈ। ਉਹ ਪਿਆਰ ਨਾਲ ਸਮਝਾਓਗੇ, ਬੰਦੇ ਦੇ ਰੌਂਗਟੇ ਖੜੋ। ਉਹ ਕੱਲ ਮੈਂ ਵੈਬਿਨਾਰ ਤੇ ਸੀ ਮੇਜਰ ਗੌਰਵ ਨਾਲ, ਮੇਜਰ ਗੌਰਵ ਇੱਕ ਬਹੁਤ ਸੈਲੀਬ੍ਰਿਟੀ ਹੈ, ਉਹਦੇ अपने सुखी जी भी सी, कहता आज मैं सनातन धर्म को मना रहा हूँ, मंदिरों में जा रहा हूँ, ये अगर सिखों गुरु ने अपने शीश न कटाए होते तो मैं या आज सनातन धर्म का जैसे मैं इंजॉय करता नहीं कर। साढ़े तक बड़ी गुरुओं ने एग्जाम्पलरी लाइफ लीड की थी ताकि तय दुनिया तक उन्होंने दुनिया सलूट करती रहेगी। मैंने ना ज्यादा करो, मैं तुहानू बाय कहना, बाय बाय। हाँ जी रमी रंजन जी, तुहाडा बहुत बहुत शुक्रिया। ਤੇ ਰਮਾਣਾ ਸਾਹਿਬ, ਹੁਣ ਚਲੋ ਤੁਹਾਡੇ ਤੇ ਆਈਏ ਹੈਗੇ ਤੇ ਤੁਸੀਂ ਐਂਡ ਦੇ ਉੱਤੇ ਆਪਣੇ ਵੱਲੋਂ ਵੀ ਤੁਸੀਂ ਤਾਂ ਬਹੁਤ ਸੋਹਣੇ ਤੁਹਾਡੇ ਵਿਚਾਰ ਹੈਗੇ ਨੇ, ਮੀਡੀਆ ਦੇ ਵਿੱਚ ਵੀ ਰਹੇ ਹੈਗੇ ਹੋ, ਕੀ ਤੁਸੀਂ ਚੈਲੰਜ ਦੇਖਦੇ ਹੈਗੇ ਹੋ ਔਰ ਕੀ ਹੋਣਾ ਚਾਹੀਦਾ ਹੈਗਾ? ਔਰ ਇਹਦੇ ਨਾਲ ਹੀ ਜਿਹੜਾ ਇਹ ਸਾਡੇ ਵੱਲੋਂ ਵੀ ਪਹਿਲਾ ਪੈਨਲ ਹੈਗਾ ਸੀਗਾ, ਇਹ ਜਿਹੜਾ ਇਹ ਕਰਿਆ ਹੈਗਾ, ਜੋ ਵੈਬੀਨਾਰ ਕਰਿਆ ਹੈਗਾ, ਕੀ ਇਦਾਂ ਦੇ ਵੈਬੀਨਾਰ ਹੋਰ ਹੋਣੇ ਚਾਹੀਦੇ ਹੈਗੇ ਨੇ? ਕੀ ਉਹਦੀ ਬਿਲਕੁਲ ਹੋਣੇ ਚਾਹੀਦੇ। ਔਰ ਇਹ ਨਵੇਂ ਜ਼ਮਾਨੇ ਦਾ ਬੇਹੱਦ ਮੈਂ ਸਮਝਦਾ ਕਿ ਕਮਾਲ ਦਾ ਇੱਕ ਟੂਲ ਹੈਗਾ। ਤੁਹਾਡੀ ਤਾਂ ਪੜ੍ਹਾਈ ਲਿਖਾਈ ਖੈਰ ਇਸੇ ਖੇਤਰ ਦੀ ਹੈਗੀ ਹੈ, ਤੁਸੀਂ ਇਹਨੂੰ ਭਲੀ ਭਾਂਤ, ਬੇਸ਼ੱਕ ਅਜੇ ਨਵੀਂ ਸ਼ੁਰੂਆਤ ਹੈ, ਲੇਕਿਨ ਆਮ ਪ੍ਰੀਟੀ ਸ਼ੋਰ, ਮੈਂ ਆਸਵੰਦ ਇਸ ਗੱਲ ਕਿ ਯੂ ਵਿਲ ਬੀ ਏਬਲ ਟੂ ਹੈਂਡਲ ਇਟ ਵੇ ਬੈਟਰ ਇਨ ਦ ਡੇਜ਼ ਟੂ ਕਮ। ਤੁਸੀਂ ਇਹ ਸਾਰੀ ਟੈਕਨੀਕ ਨੂੰ ਵੀ ਇੰਪਰੂਵ ਕਰੋਗੇ। ਔਰ ਐਜ਼ ਫਾਰ ਐਜ਼ ਬ੍ਰਿੰਗਿੰਗ ਥੀਸ ਗ੍ਰੇਟ ਪਰਸਨੈਲਿਟੀਜ਼ ਟੁਗੇਦਰ, ਮੈਂ ਆਲਰੇਡੀ ਮੈਂ ਸਮਝਦਾ ਕਿ ਤੁਹਾਡੇ 'ਚੋਂ ਸਾਰੀਆਂ ਕੈਪੇਬਿਲਿਟੀਜ਼ ਹੈਗੀਆਂ। ਮੈਂ ਆਪਣੇ ਬਾਰੇ ਥੋੜ੍ਹਾ ਦੱਸ ਦਿਆਂ। ਮੇਰੇ ਪਰਿਵਾਰ ਦਾ ਪਿਛੋਕੜ ਪੰਜਾਬ ਦੀ ਸਿਆਸਤ ਨਾਲ ਹੈ ਤੇ ਮੈਂ ਬੁਨਿਆਦੀ ਰੂਪ ਦੇ ਵਿੱਚ ਵੈਟਰਨਰੀਅਨ ਹਾਂ, ਵੈਟਰਨਰੀ ਡਾਕਟਰ ਹਾਂ। ਲੇਕਿਨ ਕਿਉਂਕਿ ਪਰਿਵਾਰ ਦੇ ਵਿੱਚ ਸਿਆਸਤ ਸੀਗੀ, ਨਿੱਕੇ ਹੁੰਦੇ ਉਹ ਸੰਘਰਸ਼ ਦਾ ਸਮਾਂ ਸੀ ਪੰਜਾਬ ਦੇ ਵਿੱਚ, ਤੇ ਮੈਂ ਉਸ ਮਾਹੌਲ ਦੇ ਵਿੱਚ ਪਲਿਆ ਕਰਕੇ ਮੇਰਾ ਪੱਤਰਕਾਰੀ ਵੱਲ ਸ਼ੁਰੂ ਤੋਂ ਹੀ ਧਿਆਨ ਰਿਹਾ। ਸੰਘਰਸ਼ ਦੀਆਂ ਬਾਰੀਕ ਗੱਲਾਂ, ਉਹਦੇ ਬਾਰੇ ਕਮੈਂਟਰੀ, ਉਹਦੇ ਬਾਰੇ ਲੇਖ ਲਿਖਣਾ ਮੇਰਾ ਕਾਲਜ ਲਾਈਫ ਤੋਂ ਹੀ ਰੁਝਾਨ ਬਣ ਗਿਆ ਸੀਗਾ। ਇੱਥੇ ਆ ਕੇ, ਬਾਹਰਲੇ ਮੁਲਕਾਂ 'ਚ ਆ ਕੇ ਮੈਂ ਰਮਾਣਾ ਸਾਹਿਬ, ਇੱਥੇ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਫਾਦਰ ਸਾਹਿਬ ਬਾਰੇ ਵੀ, ਮਹਿੰਦਰ ਸਿੰਘ ਰਮਾਣਾ ਦੀ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈਗੀ ਹੈ, ਉਹਨਾਂ ਬਾਰੇ ਵੀ ਦੱਸੋ ਥੋੜਾ ਜਿਹਾ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਤਕਰੀਬਨ ਸਾਰੀ ਉਮਰ ਉਹਨਾਂ ਨੇ ਲਾਈ ਹੈ, 50-60 ਸਾਲ। ਰਾਈਟ ਫਰੋਮ ਗਿਆਨੀ ਕਰਤਾਰ ਸਿੰਘ ਜੀ, ਪ੍ਰਕਾਸ਼ ਸਿੰਘ ਬਾਦਲ ਜੀ, ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਹਿਬ, ਯਾਨੀ ਯੂ ਨੇਮ ਇਟ, ਪੰਜਾਬ ਦੇ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹਨਾਂ ਦੇ ਨਾਲ ਬਹੁਤ ਨੇੜਤਾ ਰਹੀ ਹੈ ਉਹਨਾਂ ਦੀ। ਅੱਜ ਥੋੜੇ ਜਿਹੇ ਬਜ਼ੁਰਗ ਨੇ, ਥੋੜੇ ਜਿਹੇ ਉਹ, ਲੇਕਿਨ ਸਾਰੀ ਉਮਰ ਉਹ ਪਟਨਾ ਸਾਹਿਬ, ਤਖਤ ਪਟਨਾ ਸਾਹਿਬ ਦੇ ਪ੍ਰਧਾਨ ਵੀ ਰਹੇ, SGPC ਦੀ ਐਗਜ਼ੈਕਟਿਵ ਦੇ ਮੈਂਬਰ ਰਹੇ, ਪੰਜਾਬ ਟੂਰਿਜ਼ਮ ਦੇ ਚੇਅਰਮੈਨ ਰਹੇ। ਯਾਨੀ ਕਹਿਣ ਦਾ ਭਾਵ ਹੈ ਕਿ ਉਸ ਮਾਹੌਲ 'ਚ ਜਦੋਂ ਕਿ ਸਾਡੇ ਘਰ ਦੇ ਵਿੱਚ, ਮੈਂ ਹੁਣ ਥੋੜਾ ਜਿਹਾ ਡਿਸਟਰੈਕਟ ਹੋ ਜਾਣਾ, ਆਪਣੀ ਅਸਲ ਮੈਂ ਵਿਸ਼ੇ ਤੋਂ ਪਾਸੇ ਨਹੀਂ ਹੋਣਾ ਚਾਹੁੰਦਾ, ਲੇਕਿਨ ਉਸ ਸਮੇਂ ਦੀਆਂ ਜਿਹੜੀਆਂ ਪ੍ਰਤਿਸ਼ਠ ਪੰਥਕ ਹਸਤੀਆਂ ਸਨ, ਭਾਵੇਂ ਉਹ ਟੌੜਾ ਸਾਹਿਬ ਹੋਣ ਜਾਂ ਸੰਤ ਲੌਂਗੋਵਾਲ ਸਾਹਿਬ ਨੂੰ, ਦਿਨ ਰਾਤ ਉਹਨਾਂ ਦਾ ਆਉਣ ਜਾਣ ਸੀਗਾ। ਸੋ ਮੇਰੇ ਦਿਮਾਗ 'ਚ ਪੱਤਰਕਾਰੀ, ਮੇਰੇ ਦਿਮਾਗ 'ਚ ਕੌਮੀ ਮਸਲੇ ਜਿਹੜੇ ਹਮੇਸ਼ਾ ਭਾਰੂ ਰਹਿੰਦੇ ਸੀ,
ਜੀ ਸੋ ਬਾਹਰਲੀ ਦੁਨੀਆ 'ਚ ਆ ਕੇ ਮੈਂ ਰੇਡੀਓ ਦੇ ਨਾਲ ਜੁੜਿਆ। ਜੀ 14 ਸਾਲ ਤੋਂ ਮੈਂ ਪ੍ਰਾਈਮ ਟਾਈਮ ਟਾਕ ਸ਼ੋ ਕਰ ਰਿਹਾ, ਜੀ ਔਰ ਜਿੱਥੇ ਇਹ ਖਬਰਾਂ ਤੇ ਆਧਾਰਿਤ ਗੱਲਬਾਤ ਹੈ, ਜਿੱਥੇ ਸਿਆਸਤਾਂ ਦੀ ਗੱਲ, ਸਮਾਜ 'ਚ ਵਾਪਰਦੀਆਂ ਮਹੱਤਵਪੂਰਨ ਘਟਨਾਵਾਂ ਨੂੰ ਮੈਂ ਕੋਸ਼ਿਸ਼ ਕਰਦਾ ਕਿ 3 ਘੰਟਿਆਂ ਦੀ ਉਸ ਟਾਕ ਸ਼ੋ 'ਚ ਮੈਂ ਲੈ ਕੇ ਆਵਾਂ। ਨਾਲ ਫਿਰ ਜਿਹੜੀਆਂ ਐਸੀਆਂ ਪਰਸਨੈਲਿਟੀਜ਼ ਨੇ ਜਿਨ੍ਹਾਂ ਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਦੀ ਸਫਲਤਾ ਦੀ ਕਹਾਣੀ, ਉਹਨਾਂ ਦੀਆਂ ਸੰਘਰਸ਼, ਉਹਨਾਂ ਦੀਆਂ ਚੁਣੌਤੀਆਂ ਭਰੀਆਂ ਦਾਸਤਾਨ ਜਿਹੜੀ ਮੈਂ ਪ੍ਰੋਗਰਾਮ ਸ਼ਾਮਿਲ ਕਰਾਂ। ਮੈਨੂੰ ਬੜਾ ਸਕੂਨ ਮਿਲਦਾ ਹੈ ਉਹਨਾਂ ਲੋਕਾਂ ਬਾਰੇ ਜਾਣ ਕੇ ਜਿਨ੍ਹਾਂ ਨੇ ਆਪਣੇ ਆਪ ਜਿਵੇਂ ਕਹਿੰਦੇ ਕਿ ਖੂਹ ਪੱਟ ਕੇ ਪਾਣੀ ਪੀਣ ਦਾ ਜਿਹੜਾ ਉਹ ਕਰਮ ਕੀਤਾ ਸਾਰੀ ਉਮਰ ਦੇ ਵਿੱਚ। ਜੀ ਸੋ ਹੁਣ ਅਸੀਂ ਆਪਣੇ ਪ੍ਰੋਗਰਾਮ 'ਚ ਮੈਂ ਕੋਵਿਡ-19 ਤੇ ਆਪਾਂ ਆਉਣੇ ਆ। ਅੱਜ ਦਾ ਵਿਸ਼ਾ ਵੀ ਕੋਵਿਡ-19 ਦੇ ਇਰਦ ਗਿਰਦ ਹੈ। ਜੀ ਮੈਂ ਮਾਰਚ ਵਿੱਚ ਭਾਰਤ ਗਿਆ ਹੋਇਆ ਸਾਂ। ਲਾਕਡਾਊਨ ਮੇਰੇ ਆਉਣ ਤੋਂ ਹਫ਼ਤਾ ਕੁ ਬਾਅਦ ਹੋ ਗਿਆ। ਆਉਂਦੇ ਸਾਰ ਫਿਰ ਮੈਂ ਇੱਕ ਮੀਡੀਆ ਦਾ, ਇੱਕ ਬ੍ਰੌਡਕਾਸਟਰ ਦਾ ਅਖਲਾਕ ਆਪਣੇ ਆਪ ਨੂੰ ਆਇਦ ਕੀਤਾ, ਸਮਝਦੇ ਹੋਇਆ ਪ੍ਰੋਗਰਾਮ ਦੇ ਵਿੱਚ ਮੈਂ ਰੈਗੂਲਰ ਫੀਚਰ ਬਣਾ ਲਏ ਚਹਿਲ ਸਾਹਿਬ ਕੇ। ਇੱਕ ਤਾਂ ਮੈਂ ਡਾਕਟਰ ਗੁਲਜ਼ਾਰ ਸਿੰਘ ਚੀਮਾ ਹੋਣੀ ਮੇਰੇ ਪ੍ਰੋਗਰਾਮ 'ਚ ਰੈਗੂਲਰਲੀ ਉਹਨਾਂ ਨੇ ਕੋਵਿਡ-19 ਦੇ ਮੁਤਲਕ ਜਿਹੜੀਆਂ ਬੇਹੱਦ ਮਹੱਤਵਪੂਰਨ ਗੱਲਾਂ ਬਾਤਾਂ ਨੇ, ਵੱਖੋ ਵੱਖਰੀਆਂ ਹੈਲਥ ਅਥਾਰਟੀਜ਼ ਤੋਂ ਆਉਂਦੀਆਂ ਗੱਲਾਂ ਬਾਤਾਂ ਦਾ ਨਿਚੋੜ ਕੱਢ ਕੇ ਅਸੀਂ ਸਾਡੀ ਲਿਸਨਰਸ਼ਿਪ ਨੂੰ ਅਵੇਅਰਨੈਸ ਲਹਿਰ ਇੱਕ ਖੜੀ ਕੀਤੀ ਤਾਂ ਕਿ ਉਹਨਾਂ ਨੂੰ ਬਾਕੀ ਗੱਲਾਂ ਬਾਤਾਂ ਵੀ ਹੜਬੜਾਹਟ 'ਚ ਆਉਣ ਦੀ ਬਜਾਏ ਪਤਾ ਲੱਗਦੀਆਂ ਰਹਿਣ ਕਿ ਉਹਨਾਂ ਨੇ ਕਿਵੇਂ ਐਕਟ ਕਰਨਾ ਹੈ, ਕਿਵੇਂ ਇਸ ਦਾ ਸਾਹਮਣਾ ਕਰਨਾ ਹੈ। ਸੈਕੰਡਲੀ, ਸਾਡੀ ਪ੍ਰੋਵਿੰਸ਼ਲੀ ਸਰਦਾਰ ਜਗਰੂਪ ਸਿੰਘ ਬਰਾੜ MLA ਸਾਹਿਬ ਤੇ ਫੈਡਰਲੀ ਮੈਂਬਰ ਪਾਰਲੀਮੈਂਟ ਸਤਿਕਾਰਯੋਗ ਸੁਖ ਧਾਲੀਵਾਲ ਸਾਹਿਬ, ਉਹਨਾਂ ਨੂੰ ਮੈਂ ਲਗਾਤਾਰ 5-5 10-10 ਮਿੰਟ ਦੀ ਆਪਣੇ ਪ੍ਰੋਗਰਾਮ 'ਚ ਵਿੰਡੋ ਦੇ ਰਾਹੀਂ ਲੈ ਕੇ ਆਉਂਦਾ ਰਿਹਾ ਤਾਂ ਕਿ ਲੋੜ ਸੀ ਕਿ ਜਿੱਥੇ ਦਵਾਈਆਂ ਦੀ ਲੋੜ ਸੀ, ਕਿ ਜਿੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਨਾਲ ਦੀ ਨਾਲ ਜਿਹੜੀ ਸਾਇੰਟੀਫਿਕ ਬੈਕਗ੍ਰਾਉਂਡ ਦੀ ਮਹੱਤਵਪੂਰਨ ਜਾਣਕਾਰੀ ਜਿੱਥੇ ਕਿ ਲੋਕੀ ਅਮਲ ਕਰ ਸਕਣ, ਜਿਹਦੇ ਵਿੱਚ ਦੂਰੀਆਂ, ਜਿਹਦੇ ਵਿੱਚ ਮੂੰਹ ਢੱਕਣਾ, ਜਿਹਦੇ 'ਚ ਹੱਥ ਧੋਣਾ, ਜਿਹਦੇ 'ਚ ਇਸ ਮਾਰੂ ਬਿਮਾਰੀ ਬਾਰੇ ਜਾਣਕਾਰੀ, ਮੈਂ ਦੁਨੀਆ ਭਰ ਤੋਂ ਜਿਹੜੇ ਸਾਇੰਟੀਫਿਕ ਬੈਕਗ੍ਰਾਉਂਡ ਵਾਲੇ ਬੰਦੇ ਆਪਣੇ ਪ੍ਰੋਗਰਾਮ ਸ਼ਾਮਿਲ ਕੀਤੇ। ਮੇਰਾ ਕਹਿਣ ਦਾ ਭਾਵ ਹੈ ਕਿ ਸੋਝੀ ਸੰਚਾਰ ਤੇ ਪ੍ਰਸਾਰ ਦਾ ਇਖਲਾਕਨ ਜਿਹੜਾ ਮੇਰਾ ਹਿੱਸਾ ਬਣਦਾ ਸੀ ਮੈਂ ਕੀਤਾ। ਔਰ ਜਿੱਥੇ ਜਾ ਕੇ ਕੁਝ ਐਸੀਆਂ ਸ਼ਖਸੀਅਤਾਂ ਜਿਹੜੀਆਂ ਕਿ ਇਸ ਖੇਤਰ 'ਚ ਕੋਈ ਜ਼ਿਕਰਯੋਗ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਬਕਾਇਦਾ ਆਵਾਜ਼ਾਂ ਮਾਰ-ਮਾਰ ਕੇ ਆਪਣੇ ਪ੍ਰੋਗਰਾਮ 'ਚ ਲੈ ਕੇ ਆਂਦਾ ਤਾਂ ਕਿ ਮੈਂ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਰੰਗੜ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਉਸ ਤੋਂ ਪਹਿਲਾਂ, ਕਿ ਜਦੋਂ ਕੋਈ ਚੰਗਾ ਕੰਮ ਹੁੰਦਾ ਉਹਦੀ ਪ੍ਰਸ਼ੰਸਾ ਬਹੁਤ ਲਾਜ਼ਮੀ ਹੈ, ਭਾਵੇਂ ਕੋਈ ਨਿੱਜੀ ਤੌਰ ਤੇ ਚਾਹੇ ਜਾਂ ਨਾ ਚਾਹੇ। ਕਿਉਂਕਿ ਮੈਂ ਦੇਖਦਾ ਕਿ ਜਿਹੜੇ ਚੋਰ ਚੱਕੇ ਆਪਣੇ ਆਪ ਨੂੰ ਪ੍ਰੋਫੈਸ ਕਰ ਰਹੇ ਨੇ, ਆਪਣੀਆਂ ਆਵਾਜ਼ਾਂ ਮਾਰ ਕੇ ਸਮਾਨ ਵੇਚ ਰਹੇ ਨੇ, ਤਾਂ ਜਿਹੜਾ ਚੰਗਾ ਬੰਦਾ ਹੈ ਉਹਨੂੰ ਕੀ ਹਰਜ਼ ਹੈ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਚੰਗਿਆਂ ਨੂੰ ਕਿ ਤੁਸੀਂ ਤਾਂ ਭਾਈ ਕੁੱਲ ਦੁਨੀਆ 'ਚ ਜਾਓ ਤੇ ਆਪਣਾ ਦੁਨੀਆ ਨੂੰ ਜਾ ਕੇ ਦੱਸੋ ਕਿ ਚੰਗਿਆਈ ਕੀ ਚੀਜ਼ ਸ਼ੈ ਹੁੰਦੀ ਹੈ। ਸੋ ਸਾਡੇ ਇੱਥੇ ਇੱਕ ਸਥਾਨਕ ਸੰਸਥਾ ਹੈਗੀ ਹੈ ਚਹਿਲ ਸਾਹਿਬ, ਮੈਂ ਉਹਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਆਵਰ ਗਲੋਬਲ ਵਿਲੇਜ। ਬਹੁਤ ਛੋਟੀ ਸੰਸਥਾ, ਸ਼ਾਇਦ ਤੁਸੀਂ ਕਦੇ ਨਾ ਸੁਣਿਆ ਹੋਵੇ, OGV ਆਵਰ ਗਲੋਬਲ ਵਿਲੇਜ ਦੀ ਮੀਰਾ ਗਿੱਲ ਜੀ ਤੇ ਉਹਦੀਆਂ ਸਾਥਣ ਜਿਹੜੀਆਂ ਬੀਬੀਆਂ ਨੇ, ਕਰੀਬਨ ਜਾਂ ਵਿੱਚ 1-2 ਮਰਦ ਵੀ ਨੇ, 15-20 ਵਿਅਕਤੀਆਂ ਦੀ ਉਹ ਟੀਮ ਹੈ। ਜਸਟ ਟੂ ਗਿਵ ਯੂ ਐਨ ਐਗਜ਼ਾਮਪਲ, ਜਦੋਂ ਹੀ ਕੋਵਿਡ-19 ਦਾ ਜਿਹੜਾ ਭਮਾਰਾ ਸ਼ੁਰੂ ਹੋਇਆ ਤਾਂ ਉਹਨਾਂ ਨੇ ਉਹ ਸਾਰੀਆਂ ਚੁਣੌਤੀਆਂ ਦੇ ਮੱਦੇਨਜ਼ਰ, ਲਾਕਡਾਊਨ ਤੇ ਆਪਣੀਆਂ ਪਰਿਵਾਰਕ ਜਿਹੜੀਆਂ ਚੁਣੌਤੀਆਂ ਤੋਂ ਬਾਅਦ ਉੱਠ ਕੇ ਉਹਨਾਂ ਨੇ ਵਿੱਚ ਵਿਚਾਲੇ ਉਸ ਸਮੇਂ ਦੇ ਦੌਰਾਨ 20,000 ਮਾਸਕ ਬਣਾਏ, ਆਪਦੇ ਹੱਥਾਂ ਦੇ ਨਾਲ ਮਸ਼ੀਨਾਂ ਇਕੱਠੀਆਂ ਕਰ ਲਈਆਂ, ਕੱਪੜਾ ਲੈ ਕੇ ਆਂਦਾ, 20,000 ਮਾਸਕ ਉਹਨਾਂ ਨੇ ਵੰਡੇ ਫ੍ਰੀ ਆਫ ਕਾਸਟ। ਹੁਣ ਸਕੂਲ ਖੁੱਲ ਰਹੇ ਨੇ, ਹੁਣ ਸਕੂਲਾਂ ਦੇ ਵਿੱਚ 5,000 ਉਹ ਮਾਸਕ ਵੰਡ ਰਹੇ ਨੇ। ਇਦੋਂ ਗਾਂਹ ਜਾ ਕੇ ਉਹਨਾਂ ਨੇ, ਮੈਂ ਇੱਕ ਸੰਸਥਾ ਦੀ ਉਦਾਹਰਨ ਦੇ ਰਿਹਾ ਤੁਹਾਨੂੰ, ਕਿ ਉਦੋਂ ਗਾਂਹ ਜਾ ਕੇ ਉਹਨਾਂ ਨੇ ਕੁਝ ਲੋਕ ਜਿਹੜੇ ਇਸ ਸਮੇਂ ਦੇ ਵਿੱਚ ਉਦਾਸ ਹੋ ਗਏ ਸਨ, ਕਿਉਂਕਿ ਲੋਕੀ ਘਰਾਂ 'ਚ ਬੈਠਣ ਦੇ ਆਦੀ ਨਹੀਂ ਹਨ, ਉਦਾਸ ਹੋ ਗਏ, ਡਿਪਰੈਸ਼ਨ 'ਚ ਜਾਣ ਦੀ ਜਿਹੜੀ ਉਹ ਕਗਾਰ ਤੇ ਆ ਕੇ ਖੜੇ ਹੋ ਗਏ, ਉਹਨਾਂ ਤੱਕ ਉਹਨਾਂ ਨੇ ਪਹੁੰਚ ਕੀਤੀ, ਉਹਨਾਂ ਨੂੰ ਹੌਸਲੇ ਵਿੱਚ ਰੱਖਣ ਦੇ ਲਈ ਉਹਨਾਂ ਨੇ ਉਪਰਾਲੇ ਕੀਤੇ। ਇਵੇਂ ਜਿਵੇਂ ਸਾਡੇ ਗੁਰਦੁਆਰਾ ਸਾਹਿਬਾਨ ਦਾ ਜ਼ਿਕਰ ਕਰਦੇ ਆ, ਸਾਡੇ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਰਦਾਰ ਨਰਿੰਦਰ ਸਿੰਘ ਹੁਣਾਂ ਨੇ, ਮੈਂ ਸਮਝਦਾ ਕਿ ਉਹਨਾਂ ਦਾ ਸਲਾਮ ਕਰਨਾ ਬਣਦਾ ਹੈ। ਉਹਨਾਂ ਨੇ ਫੌਰੀ ਕਿ ਜਿਵੇਂ ਕਹਿੰਦੇ ਕਿ when the going gets tough, the tough gets going, ਰਸਤਾ ਆਪਣੇ ਆਪ ਲੱਭ ਲੈਂਦੇ ਨੇ ਜਿਨ੍ਹਾਂ ਨੇ ਕੰਮ ਕਰਨਾ ਹੈ, ਜਿਨ੍ਹਾਂ ਨੇ ਹਿੰਮਤ ਹੈ, ਜਿਨ੍ਹਾਂ ਦੇ ਮਨ ਦੇ ਵਿੱਚ ਕੁਝ ਕਰਨ ਦਾ ਇਰਾਦਾ ਹੁੰਦਾ, ਉਹਨਾਂ ਨੂੰ ਆਪਣੇ ਆਪ ਰਾਹ ਵਿਖਾਉਂਦਾ ਪ੍ਰਮਾਤਮਾ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਡਰਾਈਵ ਥਰੂ ਲੰਗਰ ਸ਼ੁਰੂ ਕਰਤਾ। ਤੇ ਦੇਖੋ ਬਾਕੀ ਦੁਨੀਆ ਤਾਂ ਖੜ ਗਈ, ਲੇਕਿਨ ਐਸੈਂਸ਼ੀਅਲ ਸਰਵਿਸਿਜ਼, ਟਰੱਕਰਸ ਤੇ ਹੋਰ ਸਾਰੇ ਜਿਹੜੇ ਉਹ ਚੱਲਦੀਆਂ ਸਨ। ਹੁਣ ਟਰੱਕਰਸ ਨੂੰ ਬਹੁਤ ਮੁਸ਼ਕਲਾਂ ਸਨ, ਉਹਨਾਂ ਨੂੰ ਰੈਸਟਰੂਮਸ ਦੀ ਘਾਟ ਸੀਗੀ, ਉਹਨਾਂ ਨੂੰ ਫੂਡ ਤੇ ਹੋਰ ਕੱਪੜਾ ਲੱਤਾ ਤੇ ਪਰਿਵਾਰਾਂ ਦੇ ਵਿੱਚ ਵੀ ਆਉਣਾ, ਨਿਆਣਿਆਂ ਕੋਲੇ ਉਹਨੂੰ ਲੱਗਦਾ ਸੀ ਡੇਂਜਰਸ ਆ ਪਹਿਲਾਂ ਪਹਿਲ। ਔਰ ਨਰਿੰਦਰ ਸਿੰਘ ਹੁਣਾਂ ਨੇ ਡਰਾਈਵ ਥਰੂ ਵਿਦਿਆਰਥੀਆਂ ਵਾਸਤੇ, ਜਿਹੜੇ ਕਿ ਦੁਨੀਆ ਭਰ ਚੋਂ ਵਿਦਿਆਰਥੀ ਇੱਥੇ ਆਏ ਹੋਏ ਨੇ, ਉਹਨਾਂ ਵਾਸਤੇ ਡਰਾਈਵ ਥਰੂ ਲੰਗਰ, ਅਤੇ ਟਰੱਕਰਸ ਵੀਰਾਂ ਵਾਸਤੇ ਉਹਨਾਂ ਨੇ ਵਿਸ਼ੇਸ਼ ਕਰਕੇ ਜਿੱਥੇ ਪਾਰਕ ਸੀਗੇ ਉੱਥੇ ਜਾ ਕੇ, ਉਸ ਥਾਂ ਤੇ ਜਾ ਕੇ ਉਹਨਾਂ ਨੇ ਲੰਗਰ ਉਹਨਾਂ ਲੋੜਵੰਦਾਂ ਤੱਕ ਪਹੁੰਚਦਾ ਕੀਤਾ। ਮੇਰੇ ਪ੍ਰੋਗਰਾਮ 'ਚੋਂ ਕਈ ਵਾਰ ਆਏ, ਮੈਂ ਉਸ ਸੁਨੇਹੇ ਨੂੰ ਜਦੋਂ ਹੀ ਉਹ ਕੁਝ ਨਵਾਂ ਕਰਦੇ ਸੀ, ਮੈਂ ਚਾਹੁੰਦਾ ਸੀ ਕਿ ਦੁਨੀਆ ਨੂੰ ਪਤਾ ਲੱਗੇ। ਸੋ ਦੇਰ ਆਰ ਸੋ ਮੈਨੀ ਅਦਰ ਪੀਪਲ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਉਹੀ ਗੱਲ ਦੁਬਾਰਾ ਫੇਰ, ਕਿ ਜਦੋਂ ਆਵਾਜ਼ ਵੱਜੇ ਹਰ ਸਿੱਖ ਦਾ, ਹਰ ਹਿੰਦੂ ਦਾ, ਹਰ ਉਸ ਵਿਅਕਤੀ ਦਾ ਜਿਹੜਾ ਕਿ ਮਨੁੱਖਤਾ ਦੀ ਭਲਾਈ ਲੋੜਦਾ ਹੈ, ਫਰਜ਼ ਬਣਦਾ ਹੈ ਕਿ ਆਪਣੇ ਵਿੱਤ ਮੁਤਾਬਕ, ਆਪਣੀ ਸਮਰੱਥਾ ਮੁਤਾਬਕ ਉਹ ਚੰਗਾ ਕਰਨ ਲਈ ਨੀਤ ਲਾਜ਼ਮੀ ਹੋਵੇ। ਕੋਈ ਘੱਟ ਕਰਦਾ ਹੈ, ਕੋਈ ਵੱਧ ਕਰਦਾ ਹੈ। ਸਾਡੇ ਹੁਣ
ਤੁਸੀਂ ਜਾਣਦੇ ਹੋ ਕਿ ਸਰੀ ਦਾ ਜਿਹੜਾ ਨਗਰ ਕੀਰਤਨ ਹੈ, ਜਿਹਦੇ ਚ ਦੱਸਿਆ ਜਾਂਦਾ ਹੈ ਕਿ 5 ਲੱਖ ਦੇ ਕਰੀਬ ਵਿਅਕਤੀ ਦੁਨੀਆ ਭਰ ਚੋਂ ਸ਼ਾਮਲ ਹੁੰਦੇ ਨੇ। ਬਹੁਤ ਵੱਡਾ ਇਹ ਇੱਕ ਮੌਕਾ ਹੁੰਦਾ ਸਾਲ ਦੇ ਵਿੱਚ। ਮੈਂ ਉਹਨਾਂ ਨਗਰ ਕੀਰਤਨ ਦੇ ਆਯੋਜਕਾਂ ਨੂੰ ਸਲਾਮ ਕਰਨਾ ਚਾਹਣਾ ਹੈ ਕਿ ਜਿਨ੍ਹਾਂ ਨੇ ਜਿਹੜਾ ਜਦੋਂ ਕਿਹਾ ਗਿਆ ਕਿ ਭਾਈ ਲਾਕਡਾਊਨ ਦੇ ਹਾਲਾਤ ਨੇ, ਤੁਸੀਂ ਨਗਰ ਕੀਰਤਨ ਨੂੰ ਸਥਗਿਤ ਕਰੋ, ਇਹਨੂੰ ਨਾ ਕਰੋ, ਤਾਂ ਉਹ ਇੱਕ ਬਹੁਤ ਮੈਂ ਸਮਝਦਾ ਉਹਨਾਂ ਕੰਮ ਸੀਗਾ ਕਿ ਯਸ ਸਾਡੇ ਇਹ ਧਾਰਮਿਕ ਜਿਹੜੇ ਸਮੇਂ ਹੁੰਦੇ ਹੈਗੇ ਆ, ਨਗਰ ਕੀਰਤਨ ਦਾ ਸਮਾਂ ਬੇहद ਮਹੱਤਵਪੂਰਨ ਹੈ। ਪਰ ਉਦੋਂ ਵੀ ਗਾਂਹ ਜਾ ਕੇ ਸਾਡੇ ਅੰਦਰ ਜਿਹੜੀ, ਜਿਵੇਂ ਰੰਗੜ ਸਾਹਿਬ ਨੇ ਕਿਹਾ, ਜਿਵੇਂ ਧਾਮੀ ਜੀ ਨੇ ਕਿਹਾਗਾ ਕਿ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਪੱਕੇ ਕੋਈ ਆਦੇਸ਼ ਨਹੀਂ ਦਿੱਤੇ ਹੋਏ। ਸਾਨੂੰ ਉਹਨਾਂ ਨੇ ਹਦਾਇਤਾਂ ਇਉਂ ਨਹੀਂ ਕੀਤੀਆਂ ਕਿ ਇੱਟ ਵਰਗੀਆਂ ਹਦਾਇਤਾਂ ਵੀ ਇਹੀ ਕਰਨਾ ਹੈ। ਉਹਨਾਂ ਨੇ ਰੌਸ਼ਨੀ ਵਿਖਾਈ ਹੈ, ਉਹਨਾਂ ਨੇ ਮਨੁੱਖਤਾ ਦੇ ਭਲਾਈ ਦਾ ਸਾਨੂੰ ਸੰਦੇਸ਼ ਦਿੱਤਾ ਹੈਗਾ ਕਿ ਬਾਈ ਕਾਨੂੰਨ ਬਦਲਦੇ ਰਹਿਣਗੇ, ਸਮਾਂ ਬਦਲਦਾ ਰਹੇਗਾ, ਦੁਨੀਆ ਬਦਲ ਜਾਣੀ ਹੈ, ਹਾਲਾਤ ਬਦਲਣਗੇ, ਲੇਕਿਨ ਤੁਹਾਡੀ ਜਿਹੜੀ ਜ਼ਿੰਦਗੀ ਦੀ ਜਿਹੜੀ ਕੰਮਕਾਰ ਨੇ ਉਹ ਐਸ ਰੌਸ਼ਨੀ ਦੇ ਮੱਦੇ ਨਜ਼ਰ ਤੁਸੀਂ ਸਾਰਾ ਕੁਝ ਕਰਨਾ ਹੈ। ਪਰਿਵਾਰ ਵੀ ਪਾਲਣਾ ਲਾਜ਼ਮੀ ਹੈ, ਲੇਕਿਨ ਸਾਰੀ ਦੁਨੀਆ ਦਾ ਭਲਾ ਲੋਚਣਾ ਬਹੁਤ ਲਾਜ਼ਮੀ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੁੰਦੇ ਵਾਲੀ ਗੱਲ ਕਿ ਸਾਡੇ ਹਰੇਕ ਸਿੱਖ ਦਾ ਜਿਹੜਾ ਝੰਡਾ ਬਰਦਾਰ ਹੈ, ਅਸੀਂ ਚਾਹੀਏ ਜਾਂ ਨਾ ਚਾਹੀਏ, ਤੁਸੀਂ ਜਾਂ ਮੈਂ ਚਾਹੀਏ ਜਾਂ ਨਾ ਚਾਹੀਏ, ਅਸੀਂ ਹੋ ਸਕਦਾ ਕੋਈ ਘੱਟ ਧਾਰਮਿਕ ਹੈ, ਕੋਈ ਵੱਧ ਧਾਰਮਿਕ ਹੈ, ਅਸੀਂ ਆਪਣਾ ਰੋਟੀ ਰੋਜ਼ੀ ਰੋਜ਼ਗਾਰ ਦਾ ਬੰਨ੍ਹਸੁਭ ਕਰਦੇ ਹਾਂ, ਲੇਕਿਨ ਨਾਲ ਅਸੀਂ ਜੇ ਸਿਰ ਤੇ ਦਸਤਾਰ ਹੈ, ਮੂੰਹ ਤੇ ਦਾੜਾ ਹੈ, ਜੇ ਅਸੀਂ ਆਪਣੇ ਜੜਾਂ ਦੇ ਮੱਲੋ ਮੱਲੀ ਅਸੀਂ ਇੱਕ ਪ੍ਰਚਾਰਕ ਆ, ਰਿਪਰੈਜ਼ੈਂਟੇਟਿਵ ਆ, ਝੰਡਾ ਬਰਦਾਰ ਆ, ਸੋ ਸਾਡਾ ਫਰਜ਼ ਬਣਦਾ ਹੈ। ਇੱਕ ਡੁੱਬਦੇ ਹੋਏ ਬੱਚੇ ਨੂੰ ਪਿੱਛੇ ਖਬਰ ਸੁਣੀ ਹੋਣੀ ਤੁਸੀਂ, ਕੋਈ ਨਿਆਣਾ ਡੁੱਬ ਰਿਹਾ ਸੀਗਾ, ਕੋਲ ਦੀ ਲੰਘਦੇ ਕਿਸੇ ਨੌਜਵਾਨ ਨੇ ਆਪਣੀ ਪੱਗ ਲਾ ਕੇ ਪਾਣੀ ਚ ਲਾ ਕੇ ਮਾਰੀ, ਉਹ ਨਿਆਣੇ ਨੇ ਪੱਗ ਫੜੀ ਤੇ ਬਾਹਰ ਆ ਗਿਆ। ਤੇ ਮੈਂ ਸਮਝਦਾ ਕਿ ਪੱਗ ਕੱਲੀ ਸਿਰ ਢੱਕਣ ਲਈ ਨਹੀਂ ਹੈ, ਪੱਗ ਦੇ ਹੋਰ ਬਹੁਤ ਸਾਰੇ ਮਕਸਦ ਹੋ ਸਕਦੇ ਨੇ। ਤੁਹਾਡੀ ਨੀਤ ਜਿਹੜੀ ਹੈ ਉਹ ਮਹੱਤਵਪੂਰਨ ਹੈ, ਤੁਹਾਡੀ ਇੰਟੈਂਟ ਜਿਹੜੀ ਹੈ ਕਿ ਤੁਸੀਂ ਦੁਨੀਆ 'ਚ ਕੀ ਕਰਨਾ ਚਾਹ ਰਹੇ ਹੋ, ਤੁਸੀਂ ਆਪਣੇ ਇਜ਼ਮ ਲਈ, ਆਪਣੇ ਫਲਸਫੇ ਨੂੰ ਇਸ ਦੁਨੀਆ ਤੱਕ ਪਹੁੰਚਦਾ ਕਰਨ ਲਈ। ਅਸੀਂ ਲਾਂਭਾ ਦਿੰਦੇ ਕਈ ਵਾਰੀ ਕਿ ਯਾਰ ਸਾਨੂੰ ਸਮਝਦੇ ਨਹੀਂ, ਕਈ ਵਾਰੀ ਇਹ ਵੀ ਲਾਂਭਾ ਦਿੰਦੇ ਲੋਕੀ ਕਿ ਸਾਡੀਆਂ ਪੱਗਾਂ ਨੂੰ ਲੋਕੀ ਮੁਸਲਮਾਨਾਂ ਦੀਆਂ ਪੱਗਾਂ ਸਮਝਦੇ ਆ। ਮੈਂ ਸਮਝਦਾ ਕਿ ਅਸੀਂ ਹਰੇਕ ਮੁਸ਼ਕਲ ਦੀ ਘੜੀ ਦੇ ਵਿੱਚੋਂ ਇੱਕ ਹਨੇਰੀ ਸੁਰੰਗ ਦੇ ਵਿੱਚ ਇੱਕ ਲਾਈਟ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਕਿ ਸਾਨੂੰ ਇਹ ਜਿਹੜੀ ਮੁਸ਼ਕਲ ਦੀਆਂ ਘੜੀਆਂ ਸੰਭਾਵਨਾਵਾਂ ਵੀ ਦਿਖਾ ਰਹੀਆਂ ਨੇ ਕਿ ਭਾਈ ਦੁਨੀਆ ਨੂੰ ਦੱਸੋ ਤੁਸੀਂ ਹਾਓ ਕੌਣ, ਦੁਨੀਆ ਨੂੰ ਦੱਸੋ ਕਿ ਤੁਸੀਂ ਪਰਿਵਾਰ ਪਾਲਣ ਦੇ ਨਾਲ ਨਾਲ ਹੋਰ ਕੀ ਕੁਝ ਕਰਦੇ ਹੋ। ਮੈਂ ਸਮਝਦਾ ਕਿ ਇਹੋ ਜਿਹੇ ਵੈਬਿਨਾਰ ਜਿਹੜੇ ਲਗਾਤਾਰ ਇਹ ਲੜੀ ਚੱਲਣੀ ਚਾਹੀਦੀ ਹੈ। ਔਰ ਯੂ ਡਿਡ ਅ ਵੰਡਰਫੁਲ ਜੌਬ। ਲੈਟ ਮੀ ਟੈਲ ਯੂ ਦੈਟ I don't have any words for that. Thank you ਮਾਨਾ ਸਾਹਿਬ, ਤੁਸੀਂ ਚਲੋ ਆਲਰੇਡੀ ਕੰਕਲੂਡ ਕਰ ਦਿੱਤਾ ਹੈਗਾ, ਬਹੁਤ ਅੱਛਾ ਤੁਸੀਂ ਕੰਕਲੂਡ ਕਰਿਆ ਹੈਗਾ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਵੀ ਅੱਛੇ ਜਿਹੜੇ ਪੈਨਲਿਸਟ ਹੈਗੇ ਨੇ ਆਪਾਂ ਲੈ ਕੇ ਆਵਾਂਗੇ, ਸਪੈਸ਼ਲੀ ਜਿੱਥੋਂ ਕਮਿਊਨਿਟੀ ਦੇ ਵਿੱਚ ਜਿਹੜੇ ਆਪਣੀ ਯੰਗ ਜਨਰੇਸ਼ਨ ਹੈਗੀ ਹੈ, ਜਦੋਂ ਆਪਾਂ ਜੇਕਰ ਜਿਊਇਸ਼ ਕਮਿਊਨਿਟੀ ਦੇ ਕੋਲੇ ਬੈਠਦੇ ਹੈਗੇ ਆ, ਆਪਾਂ ਨੂੰ ਉਹਨਾਂ ਦੇ ਕੋਲੋਂ ਲਰਨ ਕਰਨ ਨੂੰ ਬਹੁਤ ਕੁਛ ਹੈਗਾ ਵੀ ਉਹ ਇੱਕ ਜੋ ਵਕਤ ਉਹਨਾਂ ਦੇ ਪਏ ਹੈਗੇ ਨੇ, ਆਪਣੇ ਲੋਕਾਂ ਦੇ ਹੀ ਪਏ ਹੈਗੇ ਨੇ, ਉਸ ਤੋਂ ਬਾਅਦ ਉਹਨਾਂ ਨੇ ਕਿਸ ਤਰ੍ਹਾਂ ਪ੍ਰੋਗਰੈਸ ਕਰਿਆ ਹੈਗਾ। ਆਪਣੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ, ਇਹਨਾਂ ਨੂੰ ਆਪਾਂ ਕੀ ਮੈਸੇਜ ਦੇ ਸਕਦੇ ਹੈਗੇ, ਕੀ ਗਾਈਡੈਂਸ ਦੇ ਸਕਦੇ ਹੈਗੇ ਆ। ਉਹ ਇੱਕ ਬੰਦੇ ਦਾ ਨਹੀਂ ਹੈਗਾ, ਹਰ ਇੱਕ ਬੰਦੇ ਦਾ ਰੋਲ ਹੈਗਾ। ਔਰ ਉਹ ਲੋਕੀ ਜਿਹੜੇ ਕਿ ਇੱਥੇ ਜਿਨ੍ਹਾਂ ਦੀ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈਗੀ ਹੈ, ਜਿਸ ਤਰ੍ਹਾਂ ਆਪਣੇ ਕਪਾਨੀ ਸਾਹਿਬ ਨੇ ਵੀ ਇੰਨਾ ਸੋਹਣਾ ਕੰਮ ਕਰਿਆ ਹੈਗਾ, ਅਮਰਜੀਤ ਸਿੰਘ ਮਾਰਵਾ ਹੈਗੇ ਨੇ, ਹੋਰ ਵੀ ਇਹ ਲੋਕੀ ਹੈਗੇ ਨੇ, ਇਹਨਾਂ ਨੂੰ ਵੀ ਹਾਈਲਾਈਟ ਕਰਨਾ ਬਹੁਤ ਜ਼ਰੂਰੀ ਹੈਗਾ। ਔਰ ਮੇਰੀ ਇਹ ਕੋਸ਼ਿਸ਼ ਹੈ ਵੀ ਸਮੇਂ ਦੇ ਅਨੁਸਾਰ ਮੇਰੀ ਇਹ ਕੋਸ਼ਿਸ਼ ਹੈ ਵੀ ਇਹਨਾਂ ਦੀ ਜਲਦੀ ਤੋਂ ਜਲਦੀ ਇੰਟਰਵਿਊ ਕਰਕੇ ਇਹਨਾਂ ਨੂੰ ਪਬਲਿਕ ਡੋਮੇਨ ਦੇ ਵਿੱਚ ਰੱਖਿਆ ਜਾਵੇ, ਤਾਂ ਜੋ ਆਉਣ ਵਾਲੇ ਬੱਚਿਆਂ ਨੂੰ, ਜਿਹੜੇ ਬੱਚੇ ਕੱਲ ਨੂੰ ਉਹ ਜਵਾਨ ਹੋਣਗੇ, ਉਹਨਾਂ ਨੂੰ ਪਤਾ ਚੱਲੇ ਵੀ ਇਹਨਾਂ ਦੇ ਪੁਰਖ ਜਿਹੜੇ ਹੈਗੇ ਸੀ, ਇਹਨਾਂ ਦੇ ਐਂਸੈਸਟਰ ਜਿਹੜੇ ਹੈਗੇ ਸੀ, ਕਿਸ ਸਿਚੁਏਸ਼ਨ ਦੇ ਵਿੱਚ ਇੱਥੇ ਆਏ, ਕੀ ਉਹਨਾਂ ਦੀਆਂ ਮੁਸ਼ਕਲਾਂ ਹੈਗੀਆਂ ਸੀ, ਕਿਵੇਂ ਉਹਨਾਂ ਨੇ ਮਿਹਨਤ ਕਰੀ ਹੈਗੀ ਤੇ ਕਿਵੇਂ ਉਹ ਸਕਸੈਸਫੁਲ ਹੋਏ। ਬਿਲਕੁਲ, ਮਰਾਹਾ ਸਾਹਿਬ ਨੂੰ ਮੈਂ ਤੁਹਾਡੇ ਰਾਹੀਂ, ਬੇਸ਼ੱਕ ਮੇਰੇ ਉਹ ਪਿੰਡ ਦੇ ਨੇ, ਫਰੀਦਕੋਟ ਕੋਟਕਪੂਰੇ ਨਾਲ ਸੰਬੰਧ ਆ ਉਹਨਾਂ ਦਾ, ਪਰ ਮੈਂ ਉਹਨਾਂ ਨੂੰ ਪਹਿਲਾਂ ਸੁਣਿਆ ਸੀ, ਜਾਣਦਾ ਨਹੀਂ ਸੀਗਾ। ਤੁਹਾਡੇ ਰਾਹੀਂ ਮੈਨੂੰ ਮਿਲਣ ਦਾ ਮੌਕਾ ਮਿਲਿਆ, ਗੱਲਬਾਤ ਕੀਤੀ ਮੈਂ, ਔਰ ਮੈਂ ਹੈਰਾਨ ਹੋ ਗਿਆ ਕਿ ਜਿੰਨਾ ਉਹਨਾਂ ਦੇ ਪਰਿਵਾਰ ਨੇ, ਮਰਵਾਹਾ ਪਰਿਵਾਰ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚ ਦਰਜਨਾਂ ਡਾਕਟਰ ਨੇ, 50 ਦੇ ਕਰੀਬ ਡਾਕਟਰ ਨੇ। ਉਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਵੀ, ਐਸੇ ਪ੍ਰਮਾਣ ਹੈਗੇ ਮੇਰੇ ਕੋਲੇ, ਆਜ਼ਾਦੀ ਤੋਂ ਪਹਿਲਾਂ ਵੀ ਉਹਨਾਂ ਨੇ ਕੋਟਕਪੂਰੇ ਦੇ ਵਿੱਚ ਜਿਹੜੇ ਉੱਜੜ ਰਹੇ ਮੁਸਲਮਾਨ ਪਰਿਵਾਰਾਂ ਦੇ ਲਈ ਜਿੰਨਾ ਕੁਝ ਕੀਤਾ, ਉਹਦੀ ਗੂੰਜ ਅੱਜ ਤੱਕ ਵੀ ਪਾਕਿਸਤਾਨ 'ਚ ਪੈਂਦੀ ਹੈ। ਸੋ ਮਰਵਾਹਾ ਸਾਹਿਬ ਨੇ ਮੈਨੂੰ ਦੱਸਿਆ ਸੀਗਾ ਕਿ ਅਸੀਂ ਰੌਲਾ ਨਹੀਂ ਪਾਉਂਦੇ, ਲੇਕਿਨ ਅਸੀਂ ਕੋਟਕਪੂਰਾ, ਫਰੀਦਕੋਟ ਦੇ ਆਸ-ਪਾਸ ਪਿੰਡਾਂ, ਸਕੂਲਾਂ, ਬਜ਼ੁਰਗਾਂ ਵਾਸਤੇ, ਲੋੜਵੰਦਾਂ ਵਾਸਤੇ ਪਿਛਲੇ ਤਕਰੀਬਨ 1.5 ਦਹਾਕੇ 'ਚ ਉਹਨਾਂ ਨੇ ਮੈਨੂੰ ਦੱਸਦੇ ਸੀਗੇ ਕਿ ਮੈਂ ਇੰਨਾ ਕੁ ਦੇ ਚੁੱਕਿਆ ਕਿ ਜਿਹਦਾ ਇਹਦਾ ਕੋਈ ਹਿਸਾਬ ਨਹੀਂ ਹੈ। ਤੇ ਮੈਨੂੰ ਲੱਗਦਾ ਕਿ ਰਾਜੇ ਮਹਾਰਾਜੇ ਵੀ ਇੰਨਾ ਨਹੀਂ ਕਰ ਸਕਦੇ। ਜੇਕਰ ਤੁਹਾਡੇ ਸਮਰੱਥ ਹੋ, ਜੇਕਰ ਪ੍ਰਮਾਤਮਾ ਨੇ ਦਿੱਤਾ ਤਾਂ ਵਾਈ ਨਾਟ। ਭਰ ਵੰਡ ਮੁੱਠੀਆਂ, ਇਹ ਗੋਰਾ ਰੰਗ ਟਿੱਬਿਆਂ ਦਾ ਰੇਤਾ। ਬਿਲਕੁਲ ਸਿਰੇ ਲਗਾਤੀ ਹੈਗੀ ਜੀ। ਰਾਣਾ ਸਾਹਿਬ, ਆਪਾਂ ਸਮੇਂ ਦੀ ਘਾਟ ਹੋਣ ਕਰਕੇ ਸੌਰੀ। ਰਾਜੀਵ ਜੀ, ਤੁਸੀਂ ਇਹਦੇ ਵਿੱਚ ਸ਼ਮੂਲੀਅਤ ਕਰੀ ਹੈਗੀ, ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ।
ਸੋਨੀਆ ਜੀ ਤੁਸੀਂ ਆਪਣੇ ਟਾਈਮ ਦੇ ਵਿੱਚੋਂ ਬਿਜੀ ਸਕੇਜੂਲ ਦੇ ਵਿੱਚੋਂ ਕੱਢਿਆ ਹੈਗਾ ਔਰ ਸਾਡੇ ਪਹਿਲੇ ਵੈਬੀਨਾਰ ਦੀ ਦੇਖੋ ਅਹਿਮੀਅਤ ਕਿੰਨੀ ਜ਼ਿਆਦਾ ਵੱਧ ਗਈ ਹੈਗੀ। ਰੈਮੀ ਰਾਂਝਨ ਜੀ ਨੇ ਜਿਸ ਚੀਜ਼ ਤੇ ਫੋਕਸ ਕਰਿਆ ਹੈਗਾ ਸੀਗਾ ਉਹ ਸੋਚ ਨੂੰ ਮੈਂ ਪਹਿਲੇ ਲੈ ਕੇ ਚੱਲਿਆ ਹੈਗਾ ਸੀ। ਜੇਕਰ ਅਸੀਂ ਆਪ ਹੀ ਕਰ ਲੈਂਦੇ ਹੈਗੇ ਨਾ ਕੱਲ ਨੂੰ ਸਾਨੂੰ ਲਾਂਭੇ ਬਹੁਤ ਆਉਣੇ ਹੈਗੇ ਸੀ ਵੀ ਦੇਖੋ ਜੀ ਇੱਥੇ ਜੈਂਡਰ ਇਕੁਐਲਿਟੀ ਦਾ ਕੁਐਸਚਨ ਮੇਰੇ ਤੇ ਵੀ ਖੜਾ ਹੋਣਾ ਹੈਗਾ ਸੀਗਾ। ਤੁਸੀਂ ਸਾਡੀ ਇੱਜ਼ਤ ਰੱਖੀ ਹੈਗੀ ਜੀ ਇਸ ਚੀਜ਼ ਦੇ ਵਿੱਚ। ਬਿਲਕੁਲ ਇਸ ਵੈਬਿਨਾਰ ਨੂੰ ਬੈਲੈਂਸ ਵੀ ਕਰਨ ਦੇ ਵਿੱਚ ਇਹਨਾਂ ਦੀ ਹਾਜ਼ਰੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਸੋ ਧਾਮੀ ਜੀ ਹੁਣਾਂ ਦਾ ਇਸ ਕਰਕੇ ਵੀ ਧੰਨਵਾਦ। ਜਸਵੀਰ ਜੀ I whatever I am here because of a remarkable woman। ਇੱਕ ਔਰਤ ਨੇ ਜੋ ਕਮਾਲ ਕਰਕੇ ਦਿਖਾਈ ਹੈ ਉਹ ਬੰਦੇ ਵੀ ਨਹੀਂ ਕਰ ਸਕਦੇ ਜੀ। By the way, Amarjit Singh Marwaha is my father-in-law's cousin। ਅੱਛਾ ਜੀ। ਮੇਰੇ father group captain Lama, ਕਦੀ ਮਿਲੋ। group captain Lama, he died only 2 months ago, age 94, and ਉਹਨਾਂ ਦੇ cousin ਸੀਗੇ ਦੋਨੇ ਇਕੱਠੇ। ਮੈਂ ਸੰਪਰਕ ਨੰਬਰ ਲਵਾਂਗਾ ਚਾਲ ਸਾਹਿਬ ਤੋਂ। ਦਰਅਸਲ ਮੈਂ ਪਿੱਛੇ ਆਜ਼ਾਦੀ ਦੇ ਸਮੇਂ ਦੇ ਉੱਤੇ ਪਾਰਟੀਸ਼ਨ ਨਾਲ ਸੰਬੰਧਿਤ ਕਹਾਣੀਆਂ ਤੇ ਸਪੈਸ਼ਲ ਪ੍ਰੋਗਰਾਮ ਕੀਤੇ ਸੀਗੇ। ਲਾਈਕ ਟੂ ਹੈਵ ਯੂ ਇਨ ਮਾਈ ਪ੍ਰੋਗਰਾਮ। ਬਿਲਕੁਲ ਮਾਨਾ ਸਾਹਿਬ ਮੈਂ ਇਦਾਂ ਕਰਾਂਗਾ ਸਾਰੇ ਪੈਨਲਿਸਟ ਦਾ ਜਿੰਨੇ ਵੀ ਹੈਗੇ ਨੇ ਮੈਂ ਚਾਹਾਂਗਾ ਵੀ ਇਹ ਸਿਰਫ ਜਿਹੜੀ ਹੈਗੀ ਆ ਆਵਾਜ਼ ਜਿਹੜੀ ਇੱਥੇ ਇਸੇ ਪੈਨਲਿਸਟ ਤੱਕ ਵੀ ਜਾਂ ਇੱਥੇ ਵੈਬੀਨਾਰ ਤੱਕ ਨਹੀਂ ਹੋਣੀ ਚਾਹੀਦੀ ਹੈਗੀ। ਇਹਨੂੰ ਅਕ੍ਰੋਸ ਦਾ ਬਾਰਡਰ ਵੀ ਲੈ ਕੇ ਜਾਣਾ ਹੈਗਾ ਔਰ ਸਾਰਿਆਂ ਦੇ ਇੱਕ ਦੂਜੇ ਦੀ ਆਪਾਂ ਇੰਟਰੋਡਕਸ਼ਨ ਹੋਣੀ ਮੇਰਾ ਫਰਜ਼ ਹੁੰਦਾ ਹੈਗਾ। ਮੇਰੀ ਇੰਟੈਂਸ਼ਨ ਵੀ ਇਹੀ ਹੁੰਦੀ ਹੈ ਵੀ ਇੱਕ ਦੂਜੇ ਨੂੰ ਕਨੈਕਟ ਕਰਵਾ ਦਿਓ। ਬਾਅਦ ਦੇ ਵਿੱਚ ਕਈ ਵਾਰੀ ਹੁੰਦਾ ਹੈਗਾ ਉਹ ਗੱਲ ਕਿਤੇ ਤੋਂ ਕਿਤੇ ਚਲੀ ਜਾਂਦੀ ਹੁੰਦੀ ਹੈਗੀ ਹੈ। ਤੇ ਇਹ ਜਿਹੜਾ ਟਾਈਮ ਦੀ ਜ਼ਿਆਦਾ ਹੁਣ ਦੇਖੋ ਆਪਾਂ ਪਹਿਲਾਂ ਵੀ ਆਪਣੇ ਕੋਲੇ ਪੰਜਾਬੀਆਂ ਦਾ ਹੁੰਦਾ ਵੀ ਇੱਕ ਵਾਰੀ ਗੱਲ ਸ਼ੁਰੂ ਗਈ ਹੈਗੀ ਉਹ ਚੱਲੀ ਜਾਂਦੀ ਹੁੰਦੀ ਹੈਗੀ ਹੈ। ਪਰ ਬਹੁਤ ਅੱਛਾ ਲੱਗਿਆ ਹੈਗਾ ਤੁਸੀਂ ਸਾਰੇ ਆਪਣੇ ਬਿਜੀ ਟਾਈਮ ਦੇ ਵਿੱਚੋਂ ਬਿਜੀ ਸਕੇਜੂਲ ਦੇ ਵਿੱਚੋਂ ਇੱਥੇ ਟਾਈਮ ਕੱਢਿਆ ਹੈਗਾ। ਔਰ ਮੇਰੀ ਇੱਕ ਰਿਕੁਐਸਟ ਜੀ ਛੋਟੀ ਜਿਹੀ ਰਿਕੁਐਸਟ ਨੂੰ ਤੁਸੀਂ ਮੈਨੂੰ ਇਹਨਾਂ ਮਾਣ ਦਿੱਤਾ ਹੈਗਾ ਮੈਨੂੰ ਬਹੁਤ ਆਮ ਰੀਲੀ ਪ੍ਰਾਊਡ ਆਫ ਯੂ ਗਾਇਜ਼। ਆਈ ਰੀਲੀ ਸਲੂਟ ਯੂ ਗਾਇਜ਼। ਤੇ ਆਪਾਂ ਇਦਾਂ ਦੇ ਮਿਲ ਜੁਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਕੰਮ ਕਰਦੇ ਰਹਾਂਗੇ। ਤੇ ਇਹਨਾਂ ਕਹਿੰਦੇ ਹੋਏ ਆਪਣੇ ਖਾਲਸਾ ਟੂਡੇ ਚੈਨਲ ਦੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।